ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਮਹੱਤਵਪੂਰਨ ਵਿਸ਼ਾ ਜਨਮ 'ਤੇ ਅਸੀਂ ਸਾਂਝਾ ਕਰਾਂਗੇ। ਜਨਮ ਕਿਸੇ ਵੀ ਬਿਮਾਰੀ ਦੇ ਵਾਹਕ ਹੁੰਦੇ ਹਨ। ਇਹ ਇੰਨੇ ਛੋਟੇ ਹੁੰਦੇ ਹਨ ਕਿ ਇਹਨਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ। ਇਹਨਾਂ ਨੂੰ ਸੂਖਮਦਰਸ਼ੀ ਜੰਤਰ ਦੀ ਸਹਾਇਤਾ ਨਾਲ ਹੀ ਵੇਖਿਆ ਜਾ ਸਕਦਾ ਹੈ। ਇਹ ਇੱਕ ਸੈਲੀ ਜੀਵ ਹੁੰਦੇ ਹਨ। ਸਾਰੇ ਜਰਮ ਬਿਮਾਰੀਆਂ ਪੈਦਾ ਨਹੀਂ ਕਰਦੇ, ਬਲਕਿ ਕਈ ਸਾਡੇ ਲਈ ਲਾਭਦਾਇਕ ਵੀ ਹਨ। ਘਰ ਦੇ ਵਿੱਚ ਰਸੋਈ, ਸ਼ੈਲਫਾਂ, ਦਰਵਾਜ਼ਿਆਂ ਦੇ ਹੈਂਡਲ, ਕੁੰਡੀਆਂ, ਖੇਡਾਂ ਦਾ ਸਮਾਨ, ਮੋਬਾਈਲ ਫੋਨ ਅਤੇ ਨਿੱਘੀ ਅਤੇ ਸਿੱਲੀ ਥਾਂ ਜਿਵੇਂ ਤੁਹਾਡੇ ਇਸ਼ਨਾਨ ਘਰ ਵਿੱਚ ਰਹਿਣਾ ਪਸੰਦ ਕਰਦੇ ਹਨ। ਸਾਡੇ ਪਾਲਤੂ ਜਾਨਵਰ ਕੁੱਤਾ ਅਤੇ ਬਿੱਲੀ ਵੀ ਕਈ ਜਰਮਾਂ ਦੇ ਵਾਹਕ ਹੋ ਸਕਦੇ ਹਨ। ਸਾਡਾ ਸਰੀਰ ਬੜਾ ਅਦਭੁਤ ਹੈ। ਸਾਰੀ ਉਮਰ ਇਹ ਸਖਤ ਮਿਹਨਤ ਕਰਦਾ ਹੈ, ਜਿਵੇਂ ਖਾਧੇ ਹੋਏ ਭੋਜਨ ਨੂੰ ਹਜ਼ਮ ਕਰਨਾ, ਖੂਨ ਅਤੇ ਆਕਸੀਜਨ ਦਾ ਸਾਰੇ ਸਰੀਰ ਵਿੱਚ ਸੰਚਾਰ ਕਰਨਾ ਅਤੇ ਦਿਮਾਗ ਵੱਲੋਂ ਜਾਰੀ ਸੰਕੇਤਾਂ ਨੂੰ ਸਰੀਰਕ ਤੌਰ 'ਤੇ ਪ੍ਰਤੱਖ ਕਰਨਾ। ਜਰਾ ਬਚ ਕੇ, ਹੁਸ਼ਿਆਰ। ਛੋਟੇ ਛੋਟੇ ਹਮਲਾਵਰ ਸਾਡੇ ਆਲੇ ਦੁਆਲੇ ਹਰ ਵੇਲੇ ਹਵਾ ਵਿੱਚ, ਪਾਣੀ ਵਿੱਚ, ਮਿੱਟੀ ਵਿੱਚ ਘੁੰਮ ਰਹੇ ਹਨ। ਜਦੋਂ ਇਹ ਸਾਡੇ 'ਤੇ ਹਮਲਾ ਕਰਦੇ ਹਨ ਤਾਂ ਅਸੀਂ ਬਿਮਾਰ ਹੋ ਜਾਂਦੇ ਹਾਂ। ਇਹ ਤਾਂ ਸਾਡੀ ਚਮੜੀ ਦੇ ਸੂਖਮ ਛੇਕਾਂ 'ਚ ਵੀ ਸਾਡੇ ਅੰਦਰ ਦਾਖਲ ਹੋ ਸਕਦੇ ਹਨ। ਪਤਾ ਤਾਂ ਉਦੋਂ ਲੱਗਦਾ ਹੈ ਜਦੋਂ ਸਾਡੇ ਸਰੀਰ ਵਿੱਚ ਇਹਨਾਂ ਦੁਆਰਾ ਬਿਮਾਰੀ ਜਿਹੜੀ ਹੈ ਆ ਜਾਂਦੀ ਹੈ। ਖੂਨ, ਪਿਸ਼ਾਬ ਦੀ ਪਰਖ ਦੁਆਰਾ ਇਹਨਾਂ ਦਾ ਪਤਾ ਲਾਇਆ ਜਾ ਸਕਦਾ ਹੈ। ਛਿੱਕਣ, ਖੰਘਣ, ਸਾਹ ਲੈਣ, ਪਸੀਨਾ, ਥੁੱਕ ਦੁਆਰਾ ਇਹ ਸਿਹਤਮੰਦ ਵਿਅਕਤੀ ਦੇ ਸਰੀਰ ਅੰਦਰ ਦਾਖਲ ਹੁੰਦੇ ਹਨ ਅਤੇ ਉਸ ਨੂੰ ਬਿਮਾਰ ਕਰ ਦਿੰਦੇ ਹਨ। ਸੰਨ 2020-21 ਦਾ ਕੋਵਿਡ ਦਾ ਮਹਾਂਮਾਰੀ ਦੀ ਮਾਰ ਤੋਂ ਅਸੀਂ ਸਾਰੇ ਜਾਣੂ ਹਾਂ। ਸੂਖਮਜੀਵੀ ਜਰਮਾਂ ਦੀ ਸਾਡੇ ਸਰੀਰ ਵਿੱਚ ਬਹੁਤ ਮਹੱਤਤਾ ਹੈ। ਜਦੋਂ ਇਹ ਖਤਮ ਹੋ ਜਾਂਦੇ ਹਨ ਤਾਂ ਟੁੱਟ ਕੇ ਜ਼ਰੇ ਨੂੰ ਜ਼ਰੇ ਨਾਲ ਮਿਲਾ ਦਿੰਦੇ ਹਨ, ਜ਼ਮੀਨ ਵਿੱਚੋਂ ਨਿਕਲ ਕੇ ਜ਼ਮੀਨ ਵਿੱਚ ਹੀ ਸਮਾ ਜਾਂਦੇ ਹਨ। ਪਰ ਤੁਹਾਨੂੰ ਰਾਤੀ ਭਰ ਵੀ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਕੁਦਰਤ ਨੇ ਮਨੁੱਖੀ ਸਰੀਰ ਅਤੇ ਹੋਰ ਜੀਵਾਂ ਵਿੱਚ ਇਹਨਾਂ ਨਾਲ ਮੁਕਾਬਲਾ ਕਰਨ ਦੀ ਪੂਰੀ ਸਮਰੱਥਾ ਬਖਸ਼ੀ ਹੈ। ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖ ਕੇ ਆਪਣਾ ਫਰਜ਼ ਨਿਭਾਓ ਅਤੇ ਨਿਸ਼ਚਿੰਤ ਹੋ ਕੇ ਆਪਣਾ ਜੀਵਨ ਬਸਰ ਕਰੋ, ਕਿਉਂਕਿ ਤੁਹਾਡਾ ਸਰੀਰ ਇਹਨਾਂ ਸੂਖਮਜੀਵੀ ਜਰਮਾਂ ਨਾਲ ਚੰਗੀ ਤਰ੍ਹਾਂ ਸਿੱਝਣਾ ਜਾਣਦਾ ਹੈ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਬਮਰਾ। ਜਰਮ 'ਤੇ ਅਸੀਂ ਇਹ ਆਮ ਕਹਾਵਤ ਹੈ ਕਿ ਵੱਡੀਆਂ ਗੱਲਾਂ ਨਾਲੋਂ ਨਿੱਕੀਆਂ ਨਿੱਕੀਆਂ ਗੱਲਾਂ ਸਾਡੇ ਜੀਵਨ ਵਿੱਚ ਜ਼ਿਆਦਾ ਮਹੱਤਤਾ ਰੱਖਦੀਆਂ ਹਨ। ਇਹ ਵੀ ਠੀਕ ਹੈ ਕਿ ਜਿਹੜੀ ਚੀਜ਼ ਅੱਖ ਨੂੰ ਨਾ ਦਿਸੇ ਉਸ ਬਾਰੇ ਮਨ ਵਿੱਚ ਕੋਈ ਚਿੰਤਾ ਨਹੀਂ ਹੁੰਦੀ। ਇਹ ਗੱਲ ਉਹਨਾਂ ਸੂਖਮ ਜੀਵਾਂ ਦੇ ਸੰਬੰਧ ਵਿੱਚ, ਜਿਨ੍ਹਾਂ ਨੂੰ ਅਸੀਂ ਕੀਟਾਣੂ, ਕਿਰਮ ਆਦਿ ਕਹਿੰਦੇ ਹਾਂ, ਕਿੰਨੀ ਸੱਚੀ ਹੈ। ਅਸੀਂ ਇਹਨਾਂ ਬਾਰੇ ਘੱਟ ਹੀ ਵਿਚਾਰ ਕਰਦੇ ਹਾਂ। ਸਾਡੀ ਇਹਨਾਂ ਪ੍ਰਤੀ ਇਸ ਅਣਗਹਿਲੀ ਦਾ ਵੱਡਾ ਕਾਰਨ ਇਹ ਹੈ ਕਿ ਇਹ ਸਾਨੂੰ ਬਹੁਤ ਸੂਖਮ ਹੋਣ ਕਰਕੇ ਸਧਾਰਨ ਨਜ਼ਰ ਨਾਲ ਨਹੀਂ ਦਿਸਦੇ। ਇਸ ਪੁਸਤਕ ਨੂੰ ਪੜ੍ਹਨ ਵਾਲਿਆਂ ਵਿੱਚੋਂ ਹਾਲੀ ਵੀ ਕਈ ਐਸੇ ਹੋਣੇ ਹਨ ਜਿਨ੍ਹਾਂ ਨੇ ਕਦੀ ਕੋਈ ਕੀਟਾਣੂ ਅੱਖੀਂ ਨਹੀਂ ਵੇਖਿਆ ਹੋਣਾ। ਹਵਾ, ਪਾਣੀ, ਧਰਤੀ, ਜੀਵਾਂ, ਪੌਦਿਆਂ ਅਤੇ ਰੋਜ਼ਾਨਾ ਵਰਤਣ ਵਾਲੇ ਸਮਾਨ ਨੂੰ ਤਾਂ ਇੱਕ ਪਾਸੇ ਛੱਡੋ, ਇਹ ਕੀਟਾਣੂ ਸਾਡੇ ਆਪਣੇ ਅੰਦਰ ਕਰੋੜਾਂ ਦੀ ਗਿਣਤੀ ਵਿੱਚ ਮੌਜੂਦ ਹਨ। ਇਹਨਾਂ ਜੀਵਾਂ ਦਾ ਗਿਆਨ ਪਹਿਲ ਸੂਖਮ ਜੰਤਰ ਦੀ ਖੋਜ ਦੁਆਰਾ ਹੋਇਆ। 1665 ਵਿੱਚ ਪਹਿਲੀ ਵਾਰ ਇੱਕ ਅੰਗਰੇਜ਼ ਵਿਗਿਆਨਕ ਰਾਬਰਟ ਹੁੱਕ ਨੇ ਸੂਖਮ ਜੰਤਰ ਤਿਆਰ ਕੀਤਾ। ਉਹਨੇ ਉਸ ਦੁਆਰਾ ਕੀਟਾਣੂਆਂ ਨੂੰ ਵੇਖ ਕੇ ਉਹਨਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਮੂਰਤਾਂ ਵਾਹੀਆਂ। ਇੱਕ ਕਾਰਕ ਦੇ ਰੁੱਖ ਦੀ ਛਾਲ ਦਾ ਟੁਕੜਾ ਲੈ ਕੇ ਉਹਨੇ ਪਹਿਲੀ ਵਾਰ ਦੱਸਿਆ ਕਿ ਇਹ ਬਹੁਤ ਬਰੀਕ ਸੈੱਲਾਂ ਦਾ ਬਣਿਆ ਹੋਇਆ ਹੈ। ਪਰ ਪਹਿਲਾ ਵਿਗਿਆਨਕ ਜਿਸ ਨੇ ਕੀਟਾਣੂਆਂ ਨੂੰ ਸਪਸ਼ਟ ਤੌਰ 'ਤੇ ਆਪਣੇ ਸੂਖਮ ਜੰਤਰ ਦੁਆਰਾ ਵੇਖਿਆ, ਉਹ ਹਾਲੈਂਡ ਦਾ ਰਹਿਣ ਵਾਲਾ ਲੀਵਨ ਹੁੱਕ ਸੀ। ਉਹਨੇ ਪਾਣੀ ਵਿੱਚ ਜੰਮ ਪਲ ਰਹੇ ਅਨੇਕਾਂ ਕੀਟਾਣੂਆਂ ਨੂੰ ਵੇਖਿਆ। ਇਸ ਪਿੱਛੋਂ 1786 ਵਿੱਚ ਮੂਲਰ ਨਾਮੀ ਇੱਕ ਵਿਗਿਆਨਕ ਨੇ ਬੜੀ ਮਿਹਨਤ ਦੁਆਰਾ ਇਹਨਾਂ ਕੀਟਾਣੂਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ। ਜਿਉਂ-ਜਿਉਂ ਇਹਨਾਂ ਬਾਰੇ ਖੋਜ ਵੱਧਦੀ ਗਈ, ਸਾਡੀ ਦੁਨੀਆ ਦੇ ਇਹਨਾਂ ਸੂਖਮ ਵਾਸੀਆਂ ਬਾਰੇ ਕਿਤਾਬਾਂ ਨਾਲ ਲਾਇਬ੍ਰੇਰੀਆਂ ਦੀਆਂ ਲਾਇਬ੍ਰੇਰੀਆਂ ਭਰਦੀਆਂ ਗਈਆਂ। ਭਾਵੇਂ ਇਹਨਾਂ ਦੀਆਂ ਅਨੇਕ ਕਿਸਮਾਂ ਹਨ, ਪਰ ਇਹਨਾਂ ਵਿੱਚੋਂ ਬਹੁਤ ਸਾਰੇ ਸ਼ਕਲ ਵਿੱਚ ਆਪਸ ਵਿੱਚ ਮਿਲਦੇ ਜੁਲਦੇ ਹਨ ਅਤੇ ਇਹਨਾਂ ਸ਼ਕਲਾਂ ਅਨੁਸਾਰ ਹੀ ਇਹਨਾਂ ਦੇ ਨਾਂ ਰੱਖੇ ਗਏ ਹਨ। ਡੰਡਾ ਰੂਪੀ ਕੀਟਾਣੂ ਨੂੰ ਬੈਸੀਲਸ ਕਹਿੰਦੇ ਹਨ, ਜਿਸ ਦਾ ਭਾਵ ਹੈ ਡੰਡਾ। ਗੋਲ ਸ਼ਕਲ ਦੇ ਕੀਟਾਣੂ ਨੂੰ ਕਾਕਸ ਕਹਿੰਦੇ ਹਨ, ਜਿਸ ਦਾ ਭਾਵ ਹੈ ਬੇਰ। ਸਪੋਲੀਏ ਰੂਪੀ ਦੇ ਕੀਟਾਣੂ ਸਪਾਇਰਲਮ ਕਹਿੰਦੇ ਹਨ। ਕਈ ਹੋਰ ਹੁੰਦੇ ਹਨ ਜਿਨ੍ਹਾਂ ਦੇ ਪੂਛ ਲਾਗੇ ਜਾਂ ਸਾਰੇ ਸਰੀਰ 'ਤੇ ਵਾਲ ਹੁੰਦੇ ਹਨ। ਕਈ ਗੁੱਛਿਆਂ ਦੇ ਰੂਪ ਵਿੱਚ ਅਤੇ ਕਈ ਜੰਜੀਰ ਦੇ ਰੂਪ ਵਿੱਚ ਆਪਸ ਵਿੱਚ ਚਿਮੜੇ ਹੁੰਦੇ ਹਨ। ਪਰ ਕਿਉਂਕਿ ਇਹਨਾਂ ਦੀ ਸ਼ਕਲ ਆਪਸ ਵਿੱਚ ਬਹੁਤ ਹੱਦ ਤੱਕ ਮਿਲਦੀ ਜੁਲਦੀ ਹੈ, ਇਸ ਲਈ ਇਹਨਾਂ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਮਿਸਾਲ ਦੇ ਤੌਰ 'ਤੇ ਗੋਲ ਕੀਟਾਣੂ 3 ਪ੍ਰਕਾਰ ਦੇ ਹੁੰਦੇ ਹਨ। ਇੱਕ ਦੁੱਧ ਨੂੰ ਫਿਟਾਉਂਦਾ ਹੈ। ਇਸੇ ਦਾ ਦੂਜਾ ਰੂਪ ਇਤਨਾ ਜ਼ਹਿਰੀਲਾ ਹੁੰਦਾ ਹੈ ਕਿ ਜੇ ਉਹ ਸਾਡੇ ਲਹੂ ਵਿੱਚ ਪਹੁੰਚ ਜਾਏ ਤਾਂ ਮਨੁੱਖ ਨੂੰ ਨਾਲ ਹੀ ਲੈ ਡੁੱਬਦਾ ਹੈ। ਇਸੇ ਰੂਪ ਦਾ ਤੀਜਾ ਮੂੰਹ ਵਿੱਚ ਹੁੰਦਾ ਹੈ ਅਤੇ ਜਿੰਨਾ ਨੁਕਸਾਨ ਨਹੀਂ ਪਹੁੰਚਾਉਂਦਾ।
ਕੀਟਾਣੂ ਕੀ ਹੁੰਦੇ ਹਨ। ਹਰ ਜੀਵ ਜਾਂ ਬਨਸਪਤੀ ਪਦਾਰਥ ਇੱਕ ਤਰਲ ਦਾ ਬਣਿਆ ਹੁੰਦਾ ਹੈ ਜਿਸ ਨੂੰ ਪ੍ਰੋਟੋਪਲਾਜ਼ਮ ਕਹਿੰਦੇ ਹਨ। ਸਭ ਤੋਂ ਸੂਖਮ ਜੀਵ ਪ੍ਰੋਟੋਪਲਾਜ਼ਮ ਦੇ ਇੱਕ ਸੈੱਲ ਦਾ ਬਣਿਆ ਹੁੰਦਾ ਹੈ ਅਤੇ ਛੋਟੇ ਤੋਂ ਛੋਟੇ ਇੱਕ ਸੈੱਲੀ ਜੀਵ ਨੂੰ ਕੀਟਾਣੂ ਕਹਿੰਦੇ ਹਨ। ਇਹ ਸਧਾਰਨ ਅੱਖ ਨੂੰ ਨਜ਼ਰ ਨਹੀਂ ਆਉਂਦੇ। ਇਹ ਤਦ ਹੀ ਨਜ਼ਰ ਆ ਸਕਦੇ ਹਨ ਜੇ ਅਸੀਂ ਇਹਨਾਂ ਨੂੰ 1000 ਗੁਣਾ ਵਧਾ ਕੇ ਵੇਖੀਏ। ਇਹ ਕੀਟਾਣੂ ਸਧਾਰਨ ਪੈਮਾਨੇ ਨਾਲ ਨਹੀਂ ਮਾਪੇ ਜਾ ਸਕਦੇ। ਵਿਗਿਆਨਕਾਂ ਨੇ ਇਹਨਾਂ ਨੂੰ ਮਾਪਣ ਲਈ ਇੱਕ ਪੈਮਾਨਾ ਮੁਕਰਰ ਕੀਤਾ ਹੈ ਜਿਸ ਨੂੰ ਮਾਈਕਰੋਨ ਕਹਿੰਦੇ ਹਨ। ਮਾਈਕਰੋਨ ਦੀ ਲੰਬਾਈ ਇੰਚ ਦੇ 25,000ਵੇਂ ਹਿੱਸੇ ਦੇ ਬਰਾਬਰ ਹੁੰਦੀ ਹੈ। ਇੱਕ ਵੱਡੇ ਤੋਂ ਵੱਡਾ ਕੀਟਾਣੂ 5 ਮਾਈਕਰੋਨ ਦੇ ਬਰਾਬਰ ਹੁੰਦਾ ਹੈ ਅਤੇ ਛੋਟੇ ਤੋਂ ਛੋਟਾ 1 ਮਾਈਕਰੋਨ ਦੇ ਚੌਥੇ ਹਿੱਸੇ ਦੇ ਬਰਾਬਰ ਹੁੰਦਾ ਹੈ। ਭਾਵੇਂ ਕੀਟਾਣੂ ਬਹੁਤ ਸੂਖਮ ਹੁੰਦੇ ਹਨ ਪਰ ਉਹ ਸੁਭਾਅ ਦੇ ਬੜੇ ਸਖਤ ਹੁੰਦੇ ਹਨ। ਉਹ ਕਈ ਗੱਲਾਂ ਪਸੰਦ ਅਤੇ ਕਈ ਨਾਪਸੰਦ ਕਰਦੇ ਹਨ। ਉਹ ਸਿਲ ਵਿੱਚ ਬੜੇ ਖੁਸ਼ ਰਹਿੰਦੇ ਹਨ ਅਤੇ ਆਪੋ ਆਪਣੇ ਕਰਤੱਵ ਕਰਕੇ ਵਿਖਾਉਂਦੇ ਹਨ। ਪਰ ਖੁਸ਼ਕ ਮੌਸਮ ਜਾਂ ਖੁਸ਼ਕ ਥਾਂ ਵਿੱਚ ਉਹ ਸੌਂ ਜਾਂਦੇ ਹਨ ਅਤੇ ਹਿਲਣਾ ਜੁਲਣਾ ਬਿਲਕੁਲ ਬੰਦ ਕਰ ਦਿੰਦੇ ਹਨ। ਬਹੁਤੀ ਗਰਮੀ ਵਿੱਚ ਵੀ ਉਹ ਬੜੇ ਦੁਖੀ ਹੁੰਦੇ ਹਨ। ਮਨੁੱਖ ਦੇ ਸਰੀਰ ਦਾ ਤਾਪਮਾਨ ਉਹਨਾਂ ਵਿੱਚੋਂ ਕਈਆਂ ਲਈ ਬਹੁਤ ਅਨੁਕੂਲ ਹੁੰਦਾ ਹੈ ਪਰ ਕਈ ਗਰਮੀ ਅਤੇ ਸਰਦੀ ਸਾਥੀਆਂ ਜ਼ਿਆਦਾ ਚੰਗੀ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ। ਭੋਜਨ ਪ੍ਰਤੀ ਉਹਨਾਂ ਦੀ ਪਸੰਦ ਅਤੇ ਨਾਪਸੰਦ ਬੜੀ ਪੱਕੀ ਹੁੰਦੀ ਹੈ। ਜਿਹੜੀ ਚੀਜ਼ ਨੂੰ ਪਸੰਦ ਨਾ ਕਰਨ ਉਹ ਉਹਨੂੰ ਛੂੰਹਦੇ ਤੱਕ ਵੀ ਨਹੀਂ। ਭਾਵੇਂ ਉਹ ਬਹੁਤ ਸੂਖਮ ਹੁੰਦੇ ਹਨ ਪਰ ਉਹ ਖਾਸ ਕਿਸਮ ਦੀਆਂ ਸ਼ਕਲਾਂ ਰੱਖਦੇ ਹਨ। ਉਹ ਤੁਰ ਫਿਰ ਖਾ ਪੀ ਸਕਦੇ ਹਨ ਅਤੇ ਬੜੀ ਤੇਜ਼ੀ ਨਾਲ ਵੱਧਦੇ ਹਨ। ਪਲਾਂ ਵਿੱਚ ਉਹ ਇੱਕ ਤੋਂ ਅਨੇਕ ਹੋ ਜਾਂਦੇ ਹਨ। ਉਹਨਾਂ ਦੀ ਉਮਰ ਲਗਭਗ 20 ਮਿੰਟ ਹੁੰਦੀ ਹੈ। 20 ਮਿੰਟ ਪਿੱਛੋਂ 1 ਤੋਂ 2 ਬਣ ਜਾਂਦੇ ਹਨ। ਹੋਰ 20 ਮਿੰਟਾਂ ਪਿੱਛੋਂ 2-2, 4-4 ਅਤੇ ਫਿਰ 4 ਦੇ 8। ਜਦੋਂ ਵਾਤਾਵਰਨ ਉਹਨਾਂ ਨੂੰ ਪਸੰਦ ਨਾ ਹੋਏ ਤਾਂ ਉਹ ਆਪਣੀ ਖਲੜੀ ਸਖਤ ਕਰ ਲੈਂਦੇ ਹਨ ਅਤੇ ਸੌਂ ਜਾਂਦੇ ਹਨ। ਇਸ ਹਾਲਤ ਵਿੱਚ ਉਹਨਾਂ ਨੂੰ ਮਾਰਨਾ ਬੜਾ ਔਖਾ ਹੋ ਜਾਂਦਾ ਹੈ। ਉਹ ਚੁਸਤ ਹਾਲਤ ਵਿੱਚ ਉਬਲਦੇ ਪਾਣੀ ਨਾਲ ਇੱਕਦਮ ਮਰ ਸਕਦੇ ਹਨ ਪਰ ਸੁੱਤਿਆਂ ਹੋਇਆਂ ਅਤੇ ਉਬਲਦੇ ਪਾਣੀ ਦਾ ਵੀ ਬਿਲਕੁਲ ਕੋਈ ਅਸਰ ਨਹੀਂ ਹੁੰਦਾ। ਸੁੱਤੇ ਹੋਏ ਗਰਮੀ ਅਤੇ ਸਰਦੀ ਵਿੱਚ ਬਹੁਤ ਹੱਦ ਤੱਕ ਬਰਦਾਸ਼ਤ ਕਰ ਸਕਦੇ ਹਨ। ਇੱਥੋਂ ਤੱਕ ਕਿ ਉਹ ਬਰਫ਼ ਦੇ ਤੋਦਿਆਂ ਵਿੱਚ ਵੀ ਰਹਿੰਦੇ ਵੇਖੇ ਗਏ ਹਨ। ਉਹ ਪਾਣੀ, ਹਵਾ ਜਾਂ ਜ਼ਮੀਨ ਵਿੱਚ ਸਾਲਾਂ ਬੱਧੀ ਸੁੱਤੇ ਰਹਿ ਸਕਦੇ ਹਨ। ਜਰਮ ਕਿਵੇਂ ਪੈਦਾ ਹੁੰਦੇ ਹਨ? ਜਿਸ ਵੇਲੇ ਬਰਸਾਤੀ ਮੌਸਮ ਆਉਂਦਾ ਹੈ ਤਾਂ ਹਜ਼ਾਰਾਂ ਕਿਸਮ ਦੇ ਕੀੜੇ ਮਕੌੜੇ ਪੈਦਾ ਹੁੰਦੇ ਹਨ। ਪਹਿਲਾਂ ਲੋਕਾਂ ਦਾ ਖਿਆਲ ਸੀ ਕਿ ਇਹ ਕੀੜੇ ਪਤੰਗੇ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ ਅਤੇ ਇਹਨਾਂ ਦੀ ਉਤਪਤੀ ਦਾ ਕਾਰਨ ਕੋਈ ਦੂਜਾ ਜੀਵ ਨਹੀਂ ਹੁੰਦਾ। ਇਸ ਗੱਲ ਦਾ ਭੇਦ ਪਾਉਣ ਲਈ ਇੱਕ ਵਿਗਿਆਨਕ ਨੇ ਮਾਸ ਦੇ 2 ਟੁਕੜਿਆਂ ਨੂੰ ਹਵਾ ਵਿੱਚ ਟੰਗ ਦਿੱਤਾ। ਇੱਕ ਨੂੰ ਜਾਲੀ ਨਾਲ ਢੱਕ ਦਿੱਤਾ ਅਤੇ ਦੂਜਾ ਅਣਢੱਕਿਆ ਹੀ ਰਹਿਣ ਦਿੱਤਾ। ਕੁਝ ਸਮੇਂ ਪਿੱਛੋਂ ਅਣਢੱਕੇ ਟੁਕੜੇ ਦੇ ਕੀੜੇ ਚੱਲਣ ਲੱਗ ਪਏ ਪਰ ਦੂਜੇ 'ਤੇ ਕੋਈ ਕੀੜੇ ਨਹੀਂ ਸਨ। ਬਾਅਦ ਵਿੱਚ ਪਤਾ ਲੱਗਾ ਕਿ ਕੀੜੇ ਮਕੌੜੇ ਮੱਖੀ ਦੇ ਆਂਡੇ ਹੁੰਦੇ ਹਨ ਪਰ ਕਿਉਂਕਿ ਕੱਜੇ ਹੋਏ ਮਾਸ 'ਤੇ ਉਹ ਨਹੀਂ ਸੀ ਬੈਠ ਸਕਦੀ ਇਸ ਲਈ ਉਹ ਉੱਥੇ ਹੀ ਮਕੌੜੇ ਸੂ ਨਾ ਸਕੇ। ਹੁਣ ਇਹ ਗੱਲ ਆਮ ਲੋਕ ਜਾਣਦੇ ਹਨ ਕਿ ਕੀਟਾਣੂ ਹਵਾ ਵਿੱਚ ਉੱਡਦੇ ਫਿਰਦੇ ਹਨ ਅਤੇ ਜਿਹੜੀ ਥਾਂ ਉਹਨਾਂ ਦੇ ਪਸੰਦ ਆਉਂਦੀ ਹੈ ਉੱਥੇ ਉਹ ਆਬਾਦ ਹੋ ਜਾਂਦੇ ਹਨ। ਉਹ ਮੱਖੀ ਵਾਂਗ ਆਂਡੇ ਤਾਂ ਨਹੀਂ ਦਿੰਦੇ ਪਰ ਉੱਥੇ ਉਹ ਆਪਣੀ ਚਮੜੀ ਨੂੰ ਸਖਤ ਕਰਕੇ ਸੌਂ ਜਾਂਦੇ ਹਨ ਅਤੇ ਜਦ ਵਾਤਾਵਰਨ ਉਹਨਾਂ ਦੇ ਸੁਭਾਅ ਦੇ ਅਨੁਕੂਲ ਹੋ ਜਾਂਦਾ ਹੈ ਤਾਂ ਉਹ ਜਾਗ ਉੱਠਦੇ ਹਨ ਅਤੇ ਬੜੀ ਤੇਜ਼ੀ ਨਾਲ ਵਧਣ ਲੱਗ ਪੈਂਦੇ ਹਨ। ਉਹ ਚੀਜ਼ ਜਿਸ 'ਤੇ ਬੈਠਦੇ ਹਨ ਜਾਂ ਤਾਂ ਗਲਣ ਸੜਨ ਲੱਗ ਪੈਂਦੀ ਹੈ ਜਾਂ ਉਸ ਵਿੱਚ ਕਈ ਕਿਸਮ ਦੇ ਪਰਿਵਰਤਨ ਆਉਣੇ ਸ਼ੁਰੂ ਹੋ ਜਾਂਦੇ ਹਨ ਜੋ ਅਸੀਂ ਆਪਣੀਆਂ ਅੱਖਾਂ ਨਾਲ ਸਾਹਮਣੇ ਹਰ ਰੋਜ਼ ਵੇਖਦੇ ਹਾਂ। ਇਸੇ ਕਾਰਨ ਵਿਗਿਆਨਕਾਂ ਦਾ ਪਹਿਲਾ ਖਿਆਲ ਇਹ ਹੁੰਦਾ ਸੀ ਕਿ ਕੀਟਾਣੂ ਆਪਣੇ ਆਪ ਪੈਦਾ ਹੋ ਜਾਂਦੇ ਹਨ। ਇਸ ਭੇਦ ਨੂੰ ਖੋਲ੍ਹਣ ਲਈ ਅੱਜ ਤੋਂ 1 ਸਦੀ ਪਹਿਲਾਂ ਬਹੁਤ ਸਾਰੇ ਵਿਗਿਆਨਕਾਂ ਨੇ ਮਾਸ ਦੀ ਯਖਣੀ ਜਾਂ ਸਬਜ਼ੀਆਂ ਦੀ ਤਰੀ 'ਤੇ ਤਜਰਬੇ ਸ਼ੁਰੂ ਕਰ ਦਿੱਤੇ। ਜੇ ਇਸ ਤਰੀ ਨੂੰ ਖੁੱਲ੍ਹੀ ਹਵਾ ਵਿੱਚ ਕਿਸੇ ਨਿੱਘੀ ਥਾਂ 'ਤੇ ਰੱਖ ਦਿੱਤਾ ਜਾਏ ਤਾਂ ਜਲਦੀ ਹੀ ਇਸ ਵਿੱਚ ਕੀਟਾਣੂ ਕੁਰਬਲ ਕਰਨ ਲੱਗ ਜਾਣਗੇ। 1867 ਵਿੱਚ ਇੱਕ ਪ੍ਰਸਿੱਧ ਵਿਗਿਆਨਕ ਲੂਈ ਪੈਸਚਰ ਨੇ ਇੱਕ ਸਧਾਰਨ ਤਜਰਬੇ ਰਾਹੀਂ ਸਪਸ਼ਟ ਕਰ ਦਿੱਤਾ ਕਿ ਕੀਟਾਣੂ ਅਣਹੋਂਦ ਤੋਂ ਆਪਣੇ ਆਪ ਨਹੀਂ ਪੈਦਾ ਹੁੰਦੇ ਬਲਕਿ ਹਵਾ ਵਿੱਚ ਪਹਿਲਾਂ ਹੀ ਮੌਜੂਦ ਹੁੰਦੇ ਹਨ ਅਤੇ ਉਸ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਕੇ ਆਪਣੀਆਂ ਬਸਤੀਆਂ ਕਾਇਮ ਕਰਦੇ ਹਨ। ਉਹਨੇ ਵੇਖਿਆ ਕਿ ਜੇ ਮੁਰੱਬਾ ਕੁਝ ਸਮਾਂ ਖੁੱਲ੍ਹੀ ਹਵਾ ਵਿੱਚ ਪਿਆ ਰਹੇ ਤਾਂ ਉਹ ਬੁਲਬੁਲੇ ਛੱਡਣ ਲੱਗ ਪੈਂਦਾ ਹੈ ਅਤੇ ਕੁਝ ਹੋਰ ਸਮੇਂ ਪਿੱਛੋਂ ਉਸ ਵਿੱਚ ਅਲਕੋਹਲ ਬਣਨੀ ਸ਼ੁਰੂ ਹੋ ਜਾਂਦੀ ਹੈ। ਫਿਰ ਜੇ ਸ਼ਰਾਬ ਕੁਝ ਸਮਾਂ ਖੁੱਲ੍ਹੀ ਹਵਾ ਵਿੱਚ ਪਈ ਰਹੇ ਤਾਂ ਉਹ ਸਿਰਕੇ ਵਿੱਚ ਬਦਲਣੀ ਸ਼ੁਰੂ ਹੋ ਜਾਂਦੀ ਹੈ। ਉਹ ਇਸ ਸੋਚ ਵਿਚਾਰ ਪਿੱਛੋਂ ਇਸ ਫੈਸਲੇ 'ਤੇ ਅਪੜਿਆ ਕਿ ਇਹ ਪਰਿਵਰਤਨ ਉਹਨਾਂ ਸੂਖਮ ਜੀਵਾਂ ਦੁਆਰਾ ਪੈਦਾ ਹੁੰਦੇ ਹਨ ਜੋ ਹਵਾ ਵਿੱਚੋਂ ਉਸ ਚੀਜ਼ 'ਤੇ ਆ ਬੈਠਦੇ ਹਨ। ਉਹਨੇ ਕੁਝ ਸ਼ੀਸ਼ੇ ਦੀਆਂ ਸੁਰਾਹੀਆਂ ਵਿੱਚ ਖੰਡ ਦਾ ਘੋਲ ਪਾਇਆ। ਉਹਨਾਂ ਵਿੱਚੋਂ ਉਸਨੇ ਕਈਆਂ ਦਾ ਮੂੰਹ ਖੁੱਲ੍ਹਾ ਰਹਿਣ ਦਿੱਤਾ ਅਤੇ ਕਈਆਂ ਦਾ ਮੂੰਹ ਰੂੰ ਨਾਲ ਢੱਕਣ ਬਣਾ ਕੇ ਬੰਦ ਕਰ ਦਿੱਤਾ।
ਖੁੱਲੇ ਮੂੰਹ ਵਾਲੀ ਸੁਰਾਹੀ ਵਿਚਲਾ ਸ਼ਰਬਤ ਕੁਝ ਸਮੇਂ ਪਿੱਛੋਂ ਅਲਕੋਹਲ ਵਿੱਚ ਬਦਲਣ ਲੱਗ ਪਿਆ, ਪਰ ਬੰਦ ਮੂੰਹ ਵਾਲੀ ਸੁਰਾਹੀ ਵਿਚਲੇ ਸ਼ਰਬਤ ਵਿੱਚ ਕੋਈ ਪਰਿਵਰਤਨ ਨਾ ਆਇਆ। ਪਰ ਜਦ ਰੂੰ ਉੱਪਰ ਜਮ੍ਹਾਂ ਹੋਏ ਮਿੱਟੀ ਕੱਟੇ ਨੂੰ ਉਹਨੇ ਸ਼ਰਬਤ ਵਿੱਚ ਝਾੜ ਦਿੱਤਾ ਤਾਂ ਉਹ ਸ਼ਰਬਤ ਵੀ ਅਲਕੋਹਲ ਵਿੱਚ ਬਦਲਣਾ ਸ਼ੁਰੂ ਹੋ ਗਿਆ। ਇਸ ਤੋਂ ਉਸਨੇ ਸਿੱਧ ਕਰ ਦਿੱਤਾ ਕਿ ਖਮੀਰ ਦੇ ਕੀਟਾਣੂ ਜੋ ਮਿੱਟੀ ਦੇ ਕਿਣਕਿਆਂ ਤੋਂ ਵੀ ਬਾਰੀਕ ਹੁੰਦੇ ਹਨ, ਹਵਾ ਵਿੱਚ ਸਦਾ ਮੌਜੂਦ ਹੁੰਦੇ ਹਨ ਅਤੇ ਉਸ ਰਾਹੀਂ ਉਹ ਹਰ ਵਸਤੂ ਵਿੱਚ ਜਾ ਕੇ ਪਰਿਵਰਤਨ ਲਿਆਉਣੇ ਸ਼ੁਰੂ ਕਰ ਦਿੰਦੇ ਹਨ। ਇੱਕ ਹੋਰ ਤਜਰਬੇ ਦੁਆਰਾ ਪੈਸਚਰ ਨੇ ਸਿੱਧ ਕੀਤਾ ਕਿ ਪਹਾੜਾਂ ਦੀ ਉਚਾਈ 'ਤੇ ਹਵਾ ਵਿੱਚ ਕੀਟਾਣੂ ਨਹੀਂ ਹੁੰਦੇ, ਕਿਉਂਕਿ ਇਸ ਉਚਾਈ 'ਤੇ ਇੱਕ ਤਾਂ ਠੰਡ ਜ਼ਿਆਦਾ ਹੁੰਦੀ ਹੈ ਜਿਸ ਨੂੰ ਕੀਟਾਣੂ ਇੰਨਾ ਪਸੰਦ ਨਹੀਂ ਕਰਦੇ, ਦੂਜੇ ਉਸ ਹਵਾ ਵਿੱਚ ਉਹਨਾਂ ਦੇ ਪਲਣ ਲਈ ਖੁਰਾਕ ਨਹੀਂ ਹੁੰਦੀ, ਇਸ ਲਈ ਉਹ ਮੈਦਾਨੀ ਹਵਾ ਵਿੱਚ ਰਹਿਣਾ ਪਸੰਦ ਕਰਦੇ ਹਨ। ਉੱਥੇ ਉਹ ਮਿੱਟੀ ਦੇ ਕਿਣਕਿਆਂ 'ਤੇ ਬੈਠ ਕੇ ਆਪਣੀ ਮਨਪਸੰਦ ਥਾਂ 'ਤੇ ਖੁਰਾਕ ਦੀ ਭਾਲ ਵਿੱਚ ਚਲੇ ਜਾਂਦੇ ਹਨ। ਉਹ ਖਾਸ ਕਰਕੇ ਗੰਦੀਆਂ ਉਂਗਲਾਂ, ਗੰਦੇ ਹੱਥਾਂ ਅਤੇ ਨੰਗੇ ਰੱਖੇ ਤਰਲ ਪਦਾਰਥਾਂ 'ਤੇ ਆ ਕੇ ਬੈਠਣਾ ਬਹੁਤ ਪਸੰਦ ਕਰਦੇ ਹਨ। ਉੱਲੀ ਦੇ ਰੂਪ ਵਿੱਚ ਮੁਰੱਬੇ ਉੱਤੇ ਅਤੇ ਬਰਸਾਤੀ ਮੌਸਮ ਵਿੱਚ ਰੋਟੀ ਅਤੇ ਚਮੜੇ ਦੀਆਂ ਬਣੀਆਂ ਚੀਜ਼ਾਂ ਉੱਤੇ ਬਨਸਪਤੀ ਰੂਪੀ ਕੀਟਾਣੂਆਂ ਦੀਆਂ ਬਸਤੀਆਂ ਵਸੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਬਨਸਪਤੀ ਰੂਪੀ ਕੀਟਾਣੂ ਬਿਮਾਰੀ ਦੇ ਜਰਮਾਂ ਦੇ ਮੁਕਾਬਲੇ ਵਿੱਚ ਬਹੁਤ ਵੱਡੇ ਹੁੰਦੇ ਹਨ। ਜਰਮ ਉਹਨਾਂ ਤੋਂ ਕਈ ਗੁਣਾ ਵੱਧ ਬਰੀਕ ਹੁੰਦੇ ਹਨ। ਇਸ ਪਿੱਛੋਂ ਲੂਈ ਪੈਸਚਰ ਨੇ ਕਈ ਖਤਰਨਾਕ ਬਿਮਾਰੀਆਂ ਵੱਲ ਧਿਆਨ ਦਿੱਤਾ। ਖਾਸ ਕਰਕੇ ਹਲਕਾਏ ਕੁੱਤੇ ਦੇ ਕੱਟਣ ਕਰਕੇ ਬਹੁਤ ਮਨੁੱਖ ਮਰਦੇ ਸਨ। ਇਸੇ ਤਰ੍ਹਾਂ ਰੇਸ਼ਮ ਦੇ ਕੀੜਿਆਂ ਵਿੱਚ ਇੱਕ ਖਾਸ ਬਿਮਾਰੀ ਪੈ ਜਾਂਦੀ ਸੀ ਜਿਸ ਨਾਲ ਰੇਸ਼ਮ ਦੇ ਉਦਯੋਗ ਨੂੰ ਬਹੁਤ ਨੁਕਸਾਨ ਪਹੁੰਚਦਾ ਸੀ। ਭੇਡਾਂ ਵਿੱਚ ਵੀ ਇੱਕ ਘਾਤਕ ਬਿਮਾਰੀ ਫੈਲ ਜਾਂਦੀ ਸੀ ਜਿਸ ਕਾਰਨ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਮਰ ਜਾਂਦੀਆਂ ਸਨ। ਲੂਈ ਪੈਸਚਰ ਨੇ ਤਜਰਬਿਆਂ ਦੁਆਰਾ ਸਿੱਧ ਕਰ ਦਿੱਤਾ ਕਿ ਇਹਨਾਂ ਬਿਮਾਰੀਆਂ ਕਾਰਨ ਜਰਮ ਹੁੰਦੇ ਹਨ। ਹੁਣ ਉਹ ਉਹਨਾਂ ਦਵਾਈਆਂ ਦੀ ਖੋਜ ਵਿੱਚ ਸੀ ਜਿਨ੍ਹਾਂ ਦੁਆਰਾ ਇਹਨਾਂ ਜਰਮਾਂ ਨੂੰ ਨਾਸ ਕੀਤਾ ਜਾ ਸਕੇ। ਇਸ ਖੋਜ ਵਿੱਚ ਅੰਤ ਨੂੰ ਉਹ ਕਾਮਯਾਬ ਹੋ ਗਿਆ। ਜਰਮਾਂ ਦੀਆਂ ਆਦਤਾਂ। ਜਰਮ ਜੀਵਤ ਪਦਾਰਥ ਹੁੰਦੇ ਹਨ, ਇਸ ਲਈ ਉਹ ਵੀ ਉਸੇ ਹੀ ਖੁਰਾਕ 'ਤੇ ਪਲਦੇ ਹਨ ਜਿਸ 'ਤੇ ਬਾਕੀ ਜੀਵ। ਜੀਵਨ ਲਈ ਪਹਿਲੀ ਚੀਜ਼ ਜੋ ਜ਼ਰੂਰੀ ਹੈ ਉਹ ਹੈ ਪਾਣੀ। ਜਰਮਾਂ ਦੇ ਵਧਣ ਫੁੱਲਣ ਲਈ ਕੇਵਲ ਸਿੱਲ ਹੀ ਕਾਫੀ ਹੁੰਦੀ ਹੈ, ਪਰ ਪਸ਼ੂ ਅਤੇ ਮਨੁੱਖ ਬਨਸਪਤੀ ਅਤੇ ਦੂਜੇ ਪਸ਼ੂਆਂ 'ਤੇ ਮਾਸ 'ਤੇ ਪਲਦੇ ਹਨ ਅਤੇ ਉਹ ਆਪਣੀ ਖੁਰਾਕ ਨੂੰ ਪਾਚਕ ਰਸਾਂ ਦੀ ਮਦਦ ਨਾਲ ਹਜ਼ਮ ਕਰਕੇ ਆਪਣੇ ਸਰੀਰ ਦੇ ਵਾਧੇ ਲਈ ਵਰਤ ਲੈਂਦੇ ਹਨ। ਉੱਧਰ ਕਈ ਜਰਮ ਜੀਵਾਂ ਵਾਂਗ ਆਪਣੀ ਖੁਰਾਕ ਹਾਸਲ ਕਰਦੇ ਹਨ, ਪਰ ਕਈ ਪੌਦਿਆਂ ਵਾਂਗ। ਜਰਮਾਂ ਦਾ ਸਾਡੇ ਵਾਂਗ ਨਾ ਮੂੰਹ ਹੁੰਦਾ ਹੈ ਨਾ ਮਿੱਧਾ, ਇਸ ਲਈ ਉਹ ਸਾਡੇ ਵਾਂਗ ਖੁਰਾਕ ਨਹੀਂ ਖਾ ਸਕਦੇ। ਉਹ ਸਿੱਧਾ ਖੁਰਾਕ ਵਿੱਚ ਧੱਸ ਜਾਂਦੇ ਹਨ ਅਤੇ ਉਸ ਨੂੰ ਆਪਣੇ ਅੰਦਰਲੇ ਖਮੀਰ ਦੁਆਰਾ ਭੰਨ ਤੋੜ ਕੇ ਸਧਾਰਨ ਰੂਪ ਵਿੱਚ ਬਦਲਦੇ ਰਹਿੰਦੇ ਹਨ ਤਾਂ ਜੋ ਉਹ ਉਹਨੂੰ ਆਸਾਨੀ ਨਾਲ ਹਜ਼ਮ ਕਰ ਸਕਣ। ਫਿਰ ਉਹ ਉਸ ਵਿੱਚੋਂ ਜੋ ਕੁਝ ਉਹਨਾਂ ਨੂੰ ਚਾਹੀਦਾ ਹੈ ਜਜ਼ਬ ਕਰ ਲੈਂਦੇ ਹਨ ਅਤੇ ਜੋ ਰਹਿੰਦ ਖੂੰਹਦ ਬਚ ਜਾਂਦਾ ਹੈ ਉਹ ਮਨੁੱਖ ਲਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਜਰਮਾਂ ਦੀਆਂ ਭਾਂਤ ਕਿਸਮਾਂ ਵੱਖ-ਵੱਖ ਕਿਸਮ ਦੀਆਂ ਖੁਰਾਕ 'ਤੇ ਪਲਦੀਆਂ ਹਨ। ਕਈ ਜਰਮ ਦੁੱਧ ਪਸੰਦ ਕਰਦੇ ਹਨ, ਕਈ ਲਹੂ 'ਤੇ ਪਲਦੇ ਹਨ, ਕਈ ਪਨੀਰ ਜਾਂ ਗਲੀ ਸੜੀ ਬਨਸਪਤੀ 'ਤੇ ਅਤੇ ਕਈ ਪੌਦਿਆਂ ਦੀਆਂ ਜੜ੍ਹਾਂ 'ਤੇ ਪਲਦੇ ਹਨ। ਕਈ ਵਾਰ ਵੱਖ-ਵੱਖ ਕਿਸਮ ਦੇ ਜਰਮ ਇੱਕੋ ਕਿਸਮ ਦੀ ਖੁਰਾਕ ਨੂੰ ਵਾਰੋ-ਵਾਰੀ ਖਾਂਦੇ ਹਨ। ਪਹਿਲੇ ਕਿਸਮ ਦੇ ਜਰਮਾਂ ਦੀ ਰਹਿੰਦ ਖੂੰਹਦ ਦੂਜੀ ਕਿਸਮ ਦੇ ਜਰਮ ਬਹੁਤ ਪਸੰਦ ਕਰਦੇ ਹਨ। ਉਹਨਾਂ ਦੀ ਬਚੀ ਖੁਚੀ ਖੁਰਾਕ 'ਤੇ ਤੀਜੀ ਕਿਸਮ ਦੇ ਜਰਮ ਆ ਬੈਠਦੇ ਹਨ। ਮਿਸਾਲ ਦੇ ਤੌਰ 'ਤੇ ਜਦ ਮਾਸ ਦੇ ਇੱਕ ਟੁਕੜੇ 'ਤੇ ਪਹਿਲੀ ਕਿਸਮ ਦੇ ਜਰਮਾਂ ਦਾ ਟੋਲਾ ਆ ਕੇ ਬੈਠਦਾ ਹੈ ਤਾਂ ਉਹ ਉਸ ਵਿਚਲੀ ਪ੍ਰੋਟੀਨ ਨੂੰ ਉਸ ਦੇ ਤੱਤਾਂ ਵਿੱਚ ਨਿਖੇੜਨਾ ਸ਼ੁਰੂ ਕਰ ਦਿੰਦਾ ਹੈ। ਭਾਵੇਂ ਉਹ ਦੁਰਗੰਧ ਨਹੀਂ ਪੈਦਾ ਕਰਦਾ, ਪਰ ਪਿੱਛਾਂ ਜ਼ਹਿਰੀਲੇ ਅੰਸ਼ ਛੱਡ ਜਾਂਦਾ ਹੈ ਜੋ ਉਸ ਮਾਸ ਦੇ ਟੁਕੜੇ ਨੂੰ ਖਾਣ ਵਾਲੇ ਦੇ ਸਰੀਰ ਲਈ ਹਾਨੀਕਾਰਕ ਹੁੰਦੇ ਹਨ। ਫਿਰ ਦੂਜੀ ਕਿਸਮ ਦੇ ਜਰਮਾਂ ਦਾ ਟੋਲਾ ਉਸ 'ਤੇ ਆ ਕੇ ਬੈਠਦਾ ਹੈ, ਉਹ ਉਸ ਵਿੱਚ ਦੁਰਗੰਧ ਪੈਦਾ ਕਰ ਦਿੰਦਾ ਹੈ। ਫਿਰ ਤੀਜੀ ਕਿਸਮ ਦੇ ਜਰਮਾਂ ਦਾ ਟੋਲਾ ਆਉਂਦਾ ਹੈ ਅਤੇ ਉਹ ਉਸ ਮਾਸ ਦੇ ਟੁਕੜੇ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦਾ ਕੰਮ ਕਰਦਾ ਹੈ ਅਤੇ ਉਸ ਨੂੰ ਅਮੋਨੀਆ, ਹਾਈਡਰੋਜਨ ਸਲਫਾਈਡ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਬੂਦਾਰ ਅਤੇ ਜ਼ਹਿਰੀਲੀਆਂ ਗੈਸਾਂ ਵਿੱਚ ਬਦਲ ਦਿੰਦਾ ਹੈ। ਉਸ ਤੋਂ ਪਿੱਛੋਂ ਚੌਥਾ ਟੋਲਾ ਆਉਂਦਾ ਹੈ ਅਤੇ ਇਹਨਾਂ ਗੈਸਾਂ ਵਿੱਚੋਂ ਨਾਈਟ੍ਰੇਟ ਵਰਗੇ ਰਸਾਇਣਿਕ ਪਦਾਰਥ ਤਿਆਰ ਕਰਦਾ ਹੈ ਜੋ ਪੌਦਿਆਂ ਲਈ ਖਾਦ ਦਾ ਕੰਮ ਦਿੰਦੇ ਹਨ। ਜਰਮ ਬੜੀ ਤੇਜ਼ੀ ਨਾਲ ਵੱਧਦੇ ਹਨ। ਜੇ ਜਰਮਾਂ ਨੂੰ ਅਨੁਕੂਲ ਵਾਤਾਵਰਣ, ਖੁਰਾਕ, ਤਾਪਮਾਨ ਆਦਿ ਮਿਲ ਜਾਏ ਤਾਂ ਉਹ ਹੈਰਾਨ ਕਰਨ ਵਾਲੀ ਤੇਜ਼ੀ ਨਾਲ ਵੱਧਦੇ ਹਨ। ਹਰ 20 ਮਿੰਟਾਂ ਪਿੱਛੋਂ 1 ਤੋਂ 2 ਅਤੇ 2 ਤੋਂ 4 ਹੋ ਜਾਂਦੇ ਹਨ। ਇਸੇ ਹਿਸਾਬ ਨਾਲ 8 ਘੰਟਿਆਂ ਵਿੱਚ ਇੱਕ ਜਰਮ ਤੋਂ 1 ਕਰੋੜ 60 ਲੱਖ ਬਣ ਜਾਂਦੇ ਹਨ ਅਤੇ ਇੱਕ ਦਿਨ ਵਿੱਚ ਅਰਬਾਂ ਖਰਬਾਂ ਦੀ ਤਾਦਾਦ ਵਿੱਚ ਵੱਧ ਜਾਂਦੇ ਹਨ। ਜਰਮ ਭਾਵੇਂ ਇਤਨੇ ਸੂਖਮ ਹੁੰਦੇ ਹਨ ਕਿ ਦਿਸਦੇ ਵੀ ਨਹੀਂ, ਪਰ ਉਹ ਇੱਕ ਦਿਨ ਵਿੱਚ ਕਈ ਟਨ ਦੇ ਭਾਰ ਤੱਕ ਵੱਧ ਸਕਦੇ ਹਨ। ਜਦੋਂ ਇੱਕ ਖਾਸ ਗਿਣਤੀ ਤੱਕ ਵੱਧ ਜਾਂਦੇ ਹਨ ਤਾਂ ਉਸ ਪਿੱਛੋਂ ਉਹ ਖਾਣਾ ਬੰਦ ਕਰ ਦਿੰਦੇ ਹਨ, ਜਿਸ ਕਾਰਨ ਉਹਨਾਂ ਦਾ ਵਧਣਾ ਰੁਕ ਜਾਂਦਾ ਹੈ।
ਉਹ ਆਪਣੇ ਆਲੇ ਦੁਆਲੇ ਇੱਕ ਸਖਤ ਪਰਦਾ ਜਿਹਾ ਚੜਾ ਕੇ ਨਿਚੱਲੇ ਹੋ ਜਾਂਦੇ ਹਨ। ਇਸ ਨਿਚੱਲੀ ਹਾਲਤ ਵਿੱਚ ਉਹਨਾਂ ਨੂੰ ਸਪੋਰਸ ਕਹਿੰਦੇ ਹਨ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇ ਸਾਰੀ ਖੁਰਾਕ ਖਤਮ ਹੋ ਗਈ ਤਾਂ ਉਹ ਭੁੱਖੇ ਮਰ ਜਾਣਗੇ, ਇਸ ਲਈ ਉਹ ਅਡੋਲ ਆਰਾਮ ਨਾ ਕਰਨ ਲੱਗ ਪੈਂਦੇ ਹਨ। ਜਰਮ ਅਜੀਬ ਥਾਵਾਂ 'ਤੇ ਆਪਣੇ ਘਰ ਬਣਾਉਂਦੇ ਹਨ। ਕਈ ਬਹੁਤ ਠੰਡੀਆਂ ਥਾਵਾਂ ਵਿੱਚ ਰਹਿਣਾ ਗਿੱਝ ਗਏ ਹਨ ਅਤੇ ਕਈ ਬਹੁਤ ਗਰਮ ਥਾਵਾਂ ਵਿੱਚ, ਕਈ ਖਾਰੇ ਪਾਣੀ ਵਿੱਚ ਅਤੇ ਕਈ ਤਾਜ਼ੇ ਪਾਣੀ ਵਿੱਚ ਰਹਿੰਦੇ ਹਨ। ਕਈ ਜਰਮ ਸਾਡੇ ਵਾਂਗ ਆਕਸੀਜਨ ਵਿੱਚ ਜਿਉਂਦੇ ਹਨ, ਜਿਵੇਂ ਕਿ ਉੱਲੀ ਅਤੇ ਖਮੀਰ, ਪਰ ਕਈ ਆਕਸੀਜਨ ਨਾਲ ਨਸ਼ਟ ਹੋ ਜਾਂਦੇ ਹਨ। ਇਸ ਦੂਜੀ ਕਿਸਮ ਦੇ ਜਰਮਾਂ ਤੋਂ ਮਨੁੱਖ ਕਈ ਕਿਸਮ ਦੇ ਲਾਭ ਉਠਾ ਸਕਦਾ ਹੈ। ਸਿਰਕਾ ਬਣਾਉਣ ਵਾਲੇ ਕੀਟਾਣੂਆਂ ਨੂੰ ਆਪਣੇ ਵਾਧੇ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਉਹ ਸ਼ਰਾਬ ਦੇ ਉੱਪਰਲੇ ਤਲ 'ਤੇ ਆਪਣਾ ਘਰ ਬਣਾ ਲੈਂਦੇ ਹਨ। ਉਹ ਸ਼ਰਾਬ ਵਿਚਲੀ ਅਲਕੋਹਲ ਨੂੰ ਆਪਣੀ ਖੁਰਾਕ ਲਈ ਵਰਤਦੇ ਹਨ ਅਤੇ ਇਸ ਦਾ ਰਹਿੰਦ ਖੂੰਹਦ ਸਿਰਕਾ ਬਣ ਜਾਂਦਾ ਹੈ। ਸ਼ਰਾਬ ਨੂੰ ਸਿਰਕੇ ਵਿੱਚ ਬਦਲਣ ਤੋਂ ਰੋਕਣ ਦੇ ਕਈ ਤਰੀਕੇ ਹਨ। ਇਹਨਾਂ ਵਿੱਚੋਂ ਇੱਕ ਤਰੀਕਾ ਇਹ ਵੀ ਹੈ ਕਿ ਉਸ ਵਿੱਚ ਹਵਾ ਨਹੀਂ ਜਾਣ ਦੇਣੀ ਚਾਹੀਦੀ। ਪੈਲੀਆਂ ਤੋਂ ਜਾਂ ਪਸ਼ੂਆਂ ਵਾਲੀ ਕੋਠੀ ਤੋਂ ਕਈ ਕਿਸਮ ਦੇ ਕੀਟਾਣੂ ਦੁੱਧ 'ਤੇ ਆ ਕੇ ਬੈਠਦੇ ਹਨ ਅਤੇ ਉਸ ਵਿੱਚ ਵਧਣ ਲੱਗ ਪੈਂਦੇ ਹਨ। ਇਸ ਨਾਲ ਦੁੱਧ ਗਾੜਾ ਅਤੇ ਖੱਟਾ ਹੋ ਜਾਂਦਾ ਹੈ ਅਤੇ ਬਦਬੂ ਛੱਡ ਦਿੰਦਾ ਹੈ। ਕਈ ਪ੍ਰਕਾਰ ਦੇ ਕੀਟਾਣੂ ਆਕਸੀਜਨ ਵਿੱਚ ਮਰ ਜਾਂਦੇ ਹਨ, ਪਰ ਕਈ ਆਕਸੀਜਨ ਦੀ ਹੋਂਦ ਵਿੱਚ ਸਪੋਰਸ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਬਨਸਪਤੀ ਦੇ ਬੀਜਾਂ ਵਾਂਗ ਇਕੱਠੇ ਇੱਕ ਥਾਂ ਪਾਣੀ ਵਿੱਚ ਲਟਕਦੇ ਰਹਿੰਦੇ ਹਨ। ਜਦ ਕਦੇ ਵੀ ਵਾਤਾਵਰਨ ਉਹਨਾਂ ਦੇ ਅਨੁਕੂਲ ਹੋ ਜਾਵੇ ਤਾਂ ਉਹ ਫਿਰ ਚੇਤਨ ਹੋ ਕੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੰਦੇ ਹਨ। ਕਈ ਜਰਮ ਦਲਦਲੀ ਇਲਾਕਿਆਂ ਅਤੇ ਛੰਬਾਂ ਅਤੇ ਚਿੱਕੜ ਵਿੱਚ ਪਲਦੇ ਹਨ ਅਤੇ ਦਲਦਲੀ ਗੈਸ ਪੈਦਾ ਕਰਦੇ ਹਨ। ਕਈ ਸਪੋਰਸ ਲੋਹੇ ਦੇ ਕਿੱਲਾਂ ਜਾਂ ਤਾਰਾਂ 'ਤੇ ਬੈਠੇ ਹੁੰਦੇ ਹਨ ਅਤੇ ਜਦ ਕਦੀ ਇਹਨਾਂ ਚੀਜ਼ਾਂ ਨਾਲ ਕਿਸੇ ਨੂੰ ਜ਼ਖਮ ਹੋ ਜਾਏ ਤਾਂ ਸਪੋਰਸ ਜ਼ਖਮ ਵਿੱਚ ਵੜ ਜਾਂਦੇ ਹਨ। ਉੱਥੇ ਉਹਨਾਂ ਲਈ ਕਾਫੀ ਖੁਰਾਕ ਹੁੰਦੀ ਹੈ। ਉੱਥੇ ਉਹ ਚੇਤਨ ਹੋ ਕੇ ਵਧਣ ਲੱਗ ਪੈਂਦੇ ਹਨ। ਉਹ ਇਸ ਵਿੱਚ ਜ਼ਹਿਰੀਲਾ ਪਦਾਰਥ ਪੈਦਾ ਕਰਦੇ ਰਹਿੰਦੇ ਹਨ, ਜਿਸ ਨਾਲ ਮਨੁੱਖ ਬਿਮਾਰ ਪੈ ਜਾਂਦਾ ਹੈ। ਸ਼ਹਿਰ ਦੇ ਮਲ ਮੂਤਰ ਨੂੰ ਵੱਡੀਆਂ ਨਾਲਾਂ ਦੁਆਰਾ ਸ਼ਹਿਰੋਂ ਬਾਹਰ ਬਣੇ ਤਲਾਬਾਂ ਵਿੱਚ ਲਿਜਾ ਕੇ ਨਸ਼ਟ ਕੀਤਾ ਜਾਂਦਾ ਹੈ। ਗੰਦਗੀ ਨੂੰ ਨਸ਼ਟ ਕਰਨ ਵਾਲੇ ਇਸ ਕਿਸਮ ਦੇ ਜਰਮ ਰੌਸ਼ਨੀ ਅਤੇ ਆਕਸੀਜਨ ਵਿੱਚ ਮਰ ਜਾਂਦੇ ਹਨ। ਇਸ ਲਈ ਇਹਨਾਂ ਤਲਾਬਾਂ ਵਿੱਚ ਰੌਸ਼ਨੀ ਅਤੇ ਹਵਾ ਨਹੀਂ ਜਾਣ ਦਿੱਤੀ ਜਾਂਦੀ। ਜਰਮ ਅੱਗ ਅਤੇ ਪਾਣੀ ਵਾਂਗ ਬੜੇ ਖਤਰਨਾਕ ਹੁੰਦੇ ਹਨ, ਪਰ ਜੇ ਇਹਨਾਂ ਨੂੰ ਵੱਸ ਕਰ ਲਿਆ ਜਾਏ ਤਾਂ ਬੜੇ ਲਾਭਦਾਇਕ ਵੀ ਸਾਬਤ ਹੋ ਸਕਦੇ ਹਨ। ਜਰਮਾਂ ਨੂੰ ਲੈਬੋਰਟਰੀ ਵਿੱਚ ਤਿਆਰ ਕਰਨਾ। ਵਿਗਿਆਨਕ ਜਰਮਾਂ ਦੀਆਂ ਆਦਤਾਂ ਅਤੇ ਸੁਭਾਅ ਬਾਰੇ ਹੋਰ ਡੂੰਘੀ ਜਾਣਕਾਰੀ ਪ੍ਰਾਪਤ ਕਰਨ ਲਈ ਉਹਨਾਂ ਨੂੰ ਆਪਣੀ ਲੈਬੋਰਟਰੀ ਵਿੱਚ ਵੀ ਤਿਆਰ ਕਰਦੇ ਹਨ। ਜਰਮ ਆਪਣੀ ਮਨਪਸੰਦ ਖੁਰਾਕ ਲਈ ਬੜੀ ਭਾਲ ਲਿਆ ਕਰਦੇ ਹਨ, ਇਸੇ ਲਈ ਵਿਗਿਆਨਕ ਉਹਨਾਂ ਲਈ ਪਹਿਲ ਉਹਨਾਂ ਦੀ ਮਨਪਸੰਦ ਖੁਰਾਕ ਤਿਆਰ ਕਰ ਲੈਂਦੇ ਹਨ। ਜਰਮ ਖਾਸ ਕਰਕੇ ਮਾਸ ਦੀ ਤਰੀ ਨੂੰ ਬੜਾ ਪਸੰਦ ਕਰਦੇ ਹਨ ਅਤੇ ਉਸ ਵਿੱਚ ਬੜੀ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਹਨ। ਜਦ ਉਸ ਵਿੱਚ ਜਰਮ ਬਹੁਤ ਗਿਣਤੀ ਵਿੱਚ ਵੱਧ ਜਾਣ ਤਾਂ ਉਹਨਾਂ ਦਾ ਰੰਗ ਕੁਸਮੈਲਾ ਜਿਹਾ ਹੋ ਜਾਂਦਾ ਹੈ। ਹੋਰ ਕਿਸੇ ਕਿਸਮ ਦੇ ਜਰਮਾਂ ਨੂੰ ਆਉਣ ਤੋਂ ਰੋਕਣ ਲਈ ਇਸ ਤਰੀ ਵਿੱਚ ਥੋੜ੍ਹੀ ਜਿਹੀ ਪਾਰਦਰਸ਼ਕ ਸੁਰੇਸ਼ ਮਿਲਾ ਕੇ ਉਸ ਨੂੰ ਨੀਮ ਠੋਸ ਬਣਾ ਲਿਆ ਜਾਂਦਾ ਹੈ। ਫਿਰ ਉਸ ਵਿੱਚ ਜਿਸ ਕਿਸਮ ਦੇ ਜਰਮ ਚਾਹੀਦੇ ਹੋਣ, ਪਲਾਟੀਨਮ ਦੀ ਤਾਰ ਦੁਆਰਾ ਜੋ ਇੱਕ ਸਿਰੇ ਤੋਂ ਘੁੰਡੀ ਵਾਂਗ ਗੁਲਾਈ ਵਿੱਚ ਮੁੜੀ ਹੁੰਦੀ ਹੈ, ਪਾ ਦਿੱਤੇ ਜਾਂਦੇ ਹਨ। ਫਿਰ ਕੁਝ ਸਮੇਂ ਪਿੱਛੋਂ ਉਸ ਵਿੱਚ ਜਰਮਾਂ ਦੀਆਂ ਵੱਖ-ਵੱਖ ਥਾਵਾਂ 'ਤੇ ਬਸਤੀਆਂ ਉਤਪੰਨ ਹੋ ਜਾਂਦੀਆਂ ਹਨ। ਸੁਰੇਸ਼ ਜਰਮਾਂ ਦੀਆਂ ਇਹਨਾਂ ਬਸਤੀਆਂ ਦਾ ਆਪਸ ਵਿੱਚ ਸੰਪਰਕ ਕਾਇਮ ਨਹੀਂ ਹੋਣ ਦਿੰਦੀ, ਪਰ ਜਿਵੇਂ ਉਹਨਾਂ ਦੀ ਖੁਰਾਕ ਖਤਮ ਹੋਈ ਜਾਂਦੀ ਹੈ, ਉਹ ਆਪਣੀ ਬਸਤੀ ਵਿੱਚੋਂ ਬਾਹਰ ਵੱਲ ਫੈਲਣਾ ਸ਼ੁਰੂ ਹੋ ਜਾਂਦੇ ਹਨ। ਪਰ ਜੇ ਉਹਨਾਂ ਦੇ ਵਧਣ ਲਈ ਹੋਰ ਥਾਂ ਨਾ ਹੋਵੇ ਤਾਂ ਉਹਨਾਂ ਦੀ ਆਪਣੀ ਪੈਦਾ ਕੀਤੀ ਜ਼ਹਿਰ ਹੀ ਉਹਨਾਂ ਨੂੰ ਨਸ਼ਟ ਕਰ ਦਿੰਦੀ ਹੈ। ਇੱਕ ਕਿਸਮ ਦੇ ਜਰਮਾਂ ਦੀਆਂ ਬਸਤੀਆਂ ਆਕਾਰ ਵਿੱਚ ਇੱਕੋ ਜਿਹੀਆਂ ਹੁੰਦੀਆਂ ਹਨ। ਜੇ ਇੱਕ ਬਰਤਨ ਵਿੱਚ ਦੋ ਕਿਸਮ ਦੇ ਜਰਮਾਂ ਦੀਆਂ ਬਸਤੀਆਂ ਉਤਪੰਨ ਹੋ ਜਾਣ ਤਾਂ ਉਹਨਾਂ ਵਿੱਚੋਂ ਇੱਕ ਨੂੰ ਉਸੇ ਪਲਾਟੀਨਮ ਦੀ ਤਾਰ ਨਾਲ ਕੱਢ ਕੇ ਦੂਜੇ ਬਰਤਨ ਵਿੱਚ ਪਾ ਦਿੱਤਾ ਜਾਂਦਾ ਹੈ। ਸੂਖਮ ਦਰਸ਼ਕ ਯੰਤਰ ਵਿੱਚ ਜਰਮਾਂ ਦੀ ਪੜਤਾਲ ਕਰਨ ਲਈ ਜਰਮਾਂ ਦੀ ਇੱਕ ਬਸਤੀ ਨੂੰ ਤਾਰ ਦੁਆਰਾ ਸ਼ੀਸ਼ੇ ਦੀ ਸਲਾਈਡ 'ਤੇ ਚਿਪਕਾ ਲਿਆ ਜਾਂਦਾ ਹੈ। ਜੇ ਸਲਾਈਡ ਖੁਸ਼ਕ ਹੋਏ ਤਾਂ ਉਸ ਨੂੰ ਥੋੜ੍ਹਾ ਜਿਹਾ ਗਰਮ ਕਰ ਲਿਆ ਜਾਂਦਾ ਹੈ, ਜਿਸ ਕਾਰਨ ਜਰਮ ਸ਼ੀਸ਼ੇ ਨਾਲ ਚਿਪਕ ਜਾਂਦੇ ਹਨ। ਬਹੁਤ ਸਾਰੇ ਜਰਮ ਪਾਰਦਰਸ਼ਕ ਹੁੰਦੇ ਹਨ, ਇਸ ਲਈ ਉਹਨਾਂ ਨੂੰ ਰਸਾਇਣਿਕ ਦਵਾਈਆਂ ਦੁਆਰਾ ਰੰਗ ਲਿਆ ਜਾਂਦਾ ਹੈ ਤਾਂ ਜੋ ਉਹ ਚੰਗੀ ਤਰ੍ਹਾਂ ਦਿਸ ਸਕਣ। ਜਰਮਾਂ ਨੂੰ ਨਾਸ ਕਰਨਾ। ਜਦ ਵਿਗਿਆਨਕਾਂ ਨੂੰ ਪਤਾ ਲੱਗ ਗਿਆ ਕਿ ਜਰਮ ਬੜੇ ਖਤਰਨਾਕ ਹੁੰਦੇ ਹਨ ਅਤੇ ਬੜੀਆਂ ਘਾਤਕ ਬਿਮਾਰੀਆਂ ਦਾ ਕਾਰਨ ਬਣਦੇ ਹਨ ਤਾਂ ਉਹ ਇਹਨਾਂ ਨੂੰ ਨਾਸ ਕਰਨ ਦੇ ਉਪਰਾਲੇ ਸੋਚਣ ਲੱਗ ਪਏ। ਪਰ ਇਸ ਰਸਤੇ ਵਿੱਚ ਇੱਕ ਵੱਡੀ ਔਕੜ ਇਹ ਸੀ ਕਿ ਬਹੁਤ ਬਰੀਕ ਹੋਣ ਕਾਰਨ ਇਹਨਾਂ ਨੂੰ ਪਕੜਨਾ ਔਖਾ ਸੀ। ਪਰ ਜਲਦੀ ਹੀ ਵਿਗਿਆਨਕਾਂ ਨੂੰ ਪਤਾ ਲੱਗ ਗਿਆ ਕਿ ਉਬਾਲਣ ਜਾਂ ਸਾੜਨ ਨਾਲ ਉਹ ਮਰ ਜਾਂਦੇ ਹਨ, ਪਰ ਮਨੁੱਖ ਦੇ ਸਰੀਰ ਅੰਦਰ ਪ੍ਰਵੇਸ਼ ਹੁੰਦੇ ਜਰਮਾਂ ਨੂੰ ਇਸ ਤਰੀਕੇ ਨਾਲ ਨਸ਼ਟ ਨਹੀਂ ਸੀ ਕੀਤਾ ਜਾ ਸਕਦਾ। ਆਖਰ ਵਿਗਿਆਨਕਾਂ ਨੇ ਅਣਥੱਕ ਕੋਸ਼ਿਸ਼ ਨਾਲ ਐਸੇ ਸਾਧਨ ਵੀ ਲੱਭ ਲਏ ਜਿਨ੍ਹਾਂ ਦੁਆਰਾ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਤੋਂ ਬਿਨਾਂ ਹੀ ਉਹਦੇ ਸਰੀਰ ਅੰਦਰ ਦਾਖਲ ਹੋਏ ਜਰਮਾਂ ਨੂੰ ਨਸ਼ਟ ਕੀਤਾ ਜਾ ਸਕਦਾ ਸੀ।
ਇਹਨਾਂ ਦਵਾਈਆਂ ਨੂੰ ਜਰਮਨਾਸ਼ਕ ਦਵਾਈਆਂ ਜਾਂ ਡਿਸਇਨਫੈਕਟੈਂਟ ਕਹਿੰਦੇ ਹਨ। ਪਹਿਲੀ ਵਿਸ਼ਵ ਜੰਗ ਵਿੱਚ ਬਹੁਤ ਸਾਰੇ ਸਿਪਾਹੀ ਆਪਰੇਸ਼ਨ ਕਰਨ ਪਿੱਛੋਂ ਜ਼ਖਮ ਦੇ ਖਰਾਬ ਹੋ ਜਾਣ ਨਾਲ ਮਰ ਜਾਂਦੇ ਸਨ। ਇੰਗਲੈਂਡ ਦਾ ਇੱਕ ਡਾਕਟਰ ਲਾਰਡ ਲਿਸਟਰ ਲੂਈ ਪੈਸਚਰ ਦੀਆਂ ਖੋਜਾਂ ਵਿੱਚ ਕਾਫੀ ਦਿਲਚਸਪੀ ਲੈਂਦਾ ਰਿਹਾ। ਉਹਨੇ ਖੋਜ ਦੁਆਰਾ ਪਤਾ ਲਾਇਆ ਕਿ ਜਰਮ ਹਵਾ ਰਾਹੀਂ ਜ਼ਖਮ ਵਿੱਚ ਦਾਖਲ ਹੋ ਕੇ ਉੱਥੇ ਜ਼ਹਿਰੀਲਾ ਮਾਦਾ ਪੈਦਾ ਕਰਦੇ ਹਨ ਜੋ ਲਹੂ ਰਾਹੀਂ ਸਾਡੇ ਸਰੀਰ ਵਿੱਚ ਫੈਲ ਜਾਂਦਾ ਹੈ। ਉਹਨੇ ਜ਼ਖਮਾਂ ਨੂੰ ਜਰਮਨਾਸ਼ਕ ਪਦਾਰਥਾਂ ਨਾਲ ਧੋ ਕੇ ਜਰਮਾਂ ਨੂੰ ਨਾਸ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਉਹ ਸਫਲ ਹੋ ਗਿਆ। ਪਹਿਲ ਉਹਨੇ ਜਰਮਾਂ ਨੂੰ ਮਾਰਨ ਲਈ ਕਾਰਬੋਲਿਕ ਤੇਜ਼ਾਬ ਦਾ ਹਲਕਾ ਜਿਹਾ ਘੋਲ ਵਰਤਿਆ ਸੀ। ਹੁਣ ਤਾਂ ਕਈ ਕਿਸਮ ਦੇ ਜਰਮਨਾਸ਼ਕ ਪਦਾਰਥ ਵਰਤੇ ਜਾਂਦੇ ਹਨ ਜੋ ਕਈਆਂ ਹਾਲਤਾਂ ਵਿੱਚ ਕਾਰਬੋਲਿਕ ਤੇਜ਼ਾਬ ਨਾਲੋਂ ਵੀ ਜ਼ਿਆਦਾ ਲਾਭਦਾਇਕ ਸਾਬਤ ਹੋਏ ਹਨ। ਇਸ ਪਿੱਛੋਂ ਲਿਸਟਰ ਨੇ ਸਫਾਈ ਵੱਲ ਧਿਆਨ ਦਿੱਤਾ। ਉਹਨੇ ਦੱਸਿਆ ਕਿ ਸਫਾਈ ਰੱਖਣ ਨਾਲ ਜਰਮ ਦੂਰ ਰਹਿੰਦੇ ਹਨ। ਜਰਮਾਂ ਨੂੰ ਸੱਦਾ ਦੇ ਕੇ ਮਾਰਨ ਨਾਲੋਂ ਉਹਨਾਂ ਨੂੰ ਸਫਾਈ ਦੁਆਰਾ ਦੂਰ ਰੱਖਣਾ ਜ਼ਿਆਦਾ ਚੰਗਾ ਹੈ। ਉਹਨਾਂ ਸਮਿਆਂ ਵਿੱਚ ਹਸਪਤਾਲਾਂ ਦੀ ਹਾਲਤ ਬੜੀ ਭੈੜੀ ਹੁੰਦੀ ਸੀ। ਹਰ ਥਾਂ ਗੰਦਗੀ ਫੈਲੀ ਹੁੰਦੀ ਸੀ। ਉੱਥੋਂ ਦੀ ਹਵਾ ਵਿੱਚ ਸਾਫ਼ ਨਹੀਂ ਹੁੰਦੀ ਸੀ ਅਤੇ ਨਾ ਹੀ ਡਾਕਟਰ ਆਪਣੇ ਵਰਤਣ ਵਾਲੇ ਔਜ਼ਾਰਾਂ ਦੀ ਜਾਂ ਆਪਣੇ ਹੱਥਾਂ ਦੀ ਸਫਾਈ ਵੱਲ ਬਹੁਤਾ ਧਿਆਨ ਦਿੰਦੇ ਸਨ। ਲਿਸਟਰ ਨੇ ਹਸਪਤਾਲਾਂ ਵਿੱਚ ਹਰ ਤਰ੍ਹਾਂ ਨਾਲ ਸਫਾਈ ਰੱਖਣ ਦਾ ਬੜਾ ਪ੍ਰਚਾਰ ਕੀਤਾ। ਨਤੀਜਾ ਇਹ ਹੋਇਆ ਕਿ ਅੱਜ ਕੱਲ੍ਹ ਦੇ ਹਸਪਤਾਲਾਂ ਵਿੱਚ ਖੁੱਲ੍ਹੀ ਹਵਾ, ਔਜ਼ਾਰਾਂ ਦੀ ਸਫਾਈ, ਜਰਮਨਾਸ਼ਕ ਪਦਾਰਥਾਂ ਦੀ ਖੁੱਲ੍ਹੀ ਵਰਤੋਂ, ਨਰਸਾਂ ਅਤੇ ਡਾਕਟਰਾਂ ਦੇ ਸਾਫ਼ ਸੁਥਰੇ ਲਿਬਾਸ ਆਦਿ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ। ਇਸ ਲਈ ਹੁਣ ਜਰਮਾਂ ਦੁਆਰਾ ਮੌਤਾਂ ਬਹੁਤ ਘੱਟ ਹੁੰਦੀਆਂ ਹਨ। ਸਰੀਰ ਜਰਮਾਂ ਵਿਰੁੱਧ ਟਾਕਰਾ ਕਿਵੇਂ ਕਰਦਾ ਹੈ? ਪੈਸਚਰ ਦੇ ਸਮੇਂ ਤੋਂ ਹੀ ਵਿਗਿਆਨਕ ਜਰਮਾਂ ਨੂੰ ਸੀਮਤ ਰੱਖਣ ਦੇ ਉਪਰਾਲਿਆਂ ਦੀ ਖੋਜ ਵਿੱਚ ਲੱਗੇ ਹੋਏ ਹਨ। ਹੁਣ ਸਾਨੂੰ ਪਤਾ ਹੈ ਕਿ ਲਹੂ ਵਿਚਲੇ ਚਿੱਟੇ ਕਣ ਜਰਮਾਂ ਦੇ ਪੱਕੇ ਵੈਰੀ ਹੁੰਦੇ ਹਨ ਅਤੇ ਉਹਨਾਂ ਦੇ ਸਰੀਰ ਅੰਦਰ ਦਾਖਲ ਹੁੰਦਿਆਂ ਹੀ ਉਹਨਾਂ 'ਤੇ ਟੁੱਟ ਕੇ ਪੈ ਜਾਂਦੇ ਹਨ। ਇਸ ਤੋਂ ਇਲਾਵਾ ਲਹੂ ਸਰੀਰ ਵਿੱਚ ਕਈ ਕਿਸਮ ਦੇ ਜ਼ਹਿਰੀਲੇ ਪਦਾਰਥ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਐਂਟੀਟੌਕਸਿਨ ਕਹਿੰਦੇ ਹਨ। ਇਹ ਪਦਾਰਥ ਜਰਮਾਂ ਨੂੰ ਨਸ਼ਟ ਕਰਨ ਵਿੱਚ ਸਹਾਈ ਹੁੰਦੇ ਹਨ। ਕੁਦਰਤ ਵੀ ਮਨੁੱਖ ਨੂੰ ਜਰਮਾਂ ਤੋਂ ਬਚਾਉਣ ਲਈ ਕਈ ਉਪਰਾਲੇ ਕਰਦੀ ਹੈ। ਧੁੱਪ ਜਰਮਨਾਸ਼ਕ ਕਿਰਿਆ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਧੁੱਪ ਵਿੱਚ ਸਰੀਰ ਨੂੰ ਥੋੜ੍ਹਾ ਸਮਾਂ ਨੰਗਿਆ ਰੱਖਣਾ ਸਰੀਰ ਲਈ ਬੜਾ ਲਾਭਦਾਇਕ ਹੁੰਦਾ ਹੈ। ਸੂਰਜ ਦੀ ਰੌਸ਼ਨੀ ਵਿਚਲੀਆਂ ਅਲਟਰਾਵਾਇਲਟ ਕਿਰਨਾਂ ਦੁਆਰਾ ਵੀ ਕਈ ਹਸਪਤਾਲਾਂ ਵਿੱਚ ਜੋੜਾਂ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਸਫਲਤਾ ਨਾਲ ਕੀਤਾ ਜਾਂਦਾ ਹੈ। ਜਰਮਾਂ ਦਾ ਸਰੀਰ ਵਿੱਚ ਦਾਖਲ ਹੋਣ ਦਾ ਰਾਹ। ਜਰਮ ਸਭ ਤੋਂ ਵੱਧ ਹੱਠੀ ਹੁੰਦੇ ਹਨ। ਉਹ ਜਲਦੀ ਨਹੀਂ ਮਰਦੇ ਅਤੇ ਸਪੋਰਸ ਦੇ ਰੂਪ ਵਿੱਚ ਕਾਫੀ ਸਮਾਂ ਅਨੁਕੂਲ ਵਾਤਾਵਰਣ ਦੀ ਉਡੀਕ ਵਿੱਚ ਰਹਿੰਦੇ ਹਨ ਜਦ ਕਿ ਉਹ ਮੁੜ ਆਪਣੇ ਭਿਆਨਕ ਰੂਪ ਵਿੱਚ ਆ ਕੇ ਮਨਮਾਨੀਆਂ ਕਰ ਸਕਣ। ਜੇ ਅਸੀਂ ਚਮੜੀ ਨੂੰ ਸਾਫ਼ ਰੱਖੀਏ ਤਾਂ ਜਰਮਾਂ ਨੂੰ ਸਰੀਰ ਵਿੱਚ ਦਾਖਲ ਹੋਣ ਤੋਂ ਰੋਕਦੀ ਹੈ। ਪਰ ਜੇ ਕਿਸੇ ਕਾਰਨ ਕਦੀ ਚਮੜੀ ਵਿੱਚ ਜ਼ਖਮ ਹੋ ਜਾਏ ਤਾਂ ਮੌਕੇ ਤੋਂ ਫੌਰਨ ਲਾਭ ਉਠਾ ਕੇ ਸਰੀਰ ਵਿੱਚ ਚਲੇ ਜਾਂਦੇ ਹਨ। ਇਸ ਲਈ ਜ਼ਖਮ ਵੱਲੋਂ ਲਾਪਰਵਾਹੀ ਵਰਤਣੀ ਬੜੀ ਖਤਰਨਾਕ ਹੁੰਦੀ ਹੈ। ਸਭ ਤੋਂ ਸੌਖਾ ਰਸਤਾ ਸਾਡੀ ਸਾਹ ਪ੍ਰਣਾਲੀ ਹੈ ਜਿਸ ਦੁਆਰਾ ਜਰਮ ਸਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ। ਨੱਕ, ਗਲਾ, ਸਾਹ ਨਾਲੀ ਅਤੇ ਫੇਫੜਿਆਂ ਵਿੱਚ ਜਰਮਾਂ ਦੇ ਵਧਣ ਫੁੱਲਣ ਲਈ ਲੋੜੀਂਦੀ ਮਾਤਰਾ ਵਿੱਚ ਨਿੱਘ ਹੁੰਦਾ ਹੈ। ਇਸ ਲਈ ਜਰਮ ਇਹਨਾਂ ਥਾਵਾਂ ਵਿੱਚ ਚਾਈਂ ਆਪਣਾ ਘਰ ਬਣਾ ਲੈਂਦੇ ਹਨ। ਨਜ਼ਲਾ, ਨਮੂਨੀਆ ਅਤੇ ਖੰਘ ਤਾਪ ਦੇ ਜਰਮ ਇਸੇ ਰਸਤਿਓਂ ਹੀ ਸਰੀਰ ਵਿੱਚ ਪ੍ਰਵੇਸ਼ ਕਰਦੇ ਹਨ। ਜਰਮ ਖੁਰਾਕ ਰਾਹੀਂ ਵੀ ਸਾਡੇ ਸਰੀਰ ਅੰਦਰ ਚਲੇ ਜਾਂਦੇ ਹਨ ਅਤੇ ਮਿਹਦੇ ਅਤੇ ਅੰਤੜੀਆਂ ਵਿੱਚ ਜਾ ਕੇ ਵਸਦੇ ਹਨ। ਇੱਥੋਂ ਲਹੂ ਵਿੱਚ ਚਲੇ ਜਾਂਦੇ ਹਨ। ਇਸ ਲਈ ਲੋਕ ਅੱਜ ਕੱਲ੍ਹ ਡੱਬਿਆਂ ਵਿੱਚ ਬੰਦ ਸਾਫ਼ ਸੁਥਰੀ ਗ਼ਜ਼ਾ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਏ ਹਨ। ਪਰ ਹਾਲੀ ਵੀ ਮਾਸ, ਮਠਿਆਈਆਂ, ਫਲ, ਦੁੱਧ ਆਦਿ ਦੁਕਾਨਾਂ 'ਤੇ ਜਾਂ ਛਾਬੜੀਆਂ ਵਿੱਚ ਕੱਜ ਕੇ ਨਹੀਂ ਰੱਖਿਆ ਜਾਂਦਾ। ਜਿਵੇਂ ਜਿਵੇਂ ਲੋਕ ਜਰਮਾਂ ਦੇ ਖਤਰੇ ਨੂੰ ਜ਼ਿਆਦਾ ਅਨੁਭਵ ਕਰਨ ਲੱਗ ਪੈਣਗੇ ਓਨਾ ਹੀ ਉਹ ਸਫਾਈ ਪਸੰਦ ਹੁੰਦੇ ਜਾਣਗੇ ਅਤੇ ਤਾਜ਼ੀ ਹਵਾ, ਖੁੱਲ੍ਹੇ ਮਕਾਨ, ਸਾਫ਼ ਸੁਥਰੀ ਖੁਰਾਕ ਅਤੇ ਸਰੀਰ ਨੂੰ ਸਾਫ਼ ਰੱਖਣ ਵੱਲ ਜ਼ਿਆਦਾ ਧਿਆਨ ਦੇਣ ਲੱਗ ਪੈਣਗੇ। ਕਈ ਮਨੁੱਖ ਅਤੇ ਕਈ ਕੀੜੇ ਮਕੌੜੇ ਵੀ ਜਰਮਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਕੇ ਬਿਮਾਰੀ ਫੈਲਾਉਣ ਦਾ ਕਾਰਨ ਬਣਦੇ ਹਨ। ਉਹ ਆਪ ਤਾਂ ਜਰਮਾਂ ਦੇ ਅਸਰ ਤੋਂ ਰਹਿਤ ਹੁੰਦੇ ਹਨ ਪਰ ਉਹ ਜਰਮਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਵਿੱਚ ਬੜੀ ਸਹਾਇਤਾ ਦਿੰਦੇ ਹਨ। ਮੱਖੀਆਂ, ਮੱਛਰ, ਪਿੱਸੂ ਆਦਿ ਜਰਮਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਚੁੱਕ ਕੇ ਲੈ ਜਾਂਦੇ ਹਨ। ਸਰੀਰ ਨੂੰ ਜਰਮਾਂ ਦੇ ਹਮਲੇ ਤੋਂ ਬਚਾਉਣ ਲਈ ਕੁਦਰਤ ਨੇ ਦੋ ਢੰਗ ਰੱਖੇ ਹਨ। ਇੱਕ ਹੈ ਚਮੜੀ, ਦੂਜਾ ਹੈ ਲਹੂ ਦੇ ਚਿੱਟੇ ਕਣ। ਪਹਿਲਾ ਬਚਾਅ ਸਾਡੀ ਚਮੜੀ ਕਰਦੀ ਹੈ। ਉਹ ਉਹਨਾਂ ਜਰਮਾਂ ਨੂੰ ਜਿਹੜੇ ਚਮੜੀ ਤੋਂ ਬਾਹਰੋਂ ਆ ਕੇ ਉਸ ਉੱਤੇ ਬੈਠਦੇ ਹਨ ਸਰੀਰ ਅੰਦਰ ਜਾਣੋਂ ਰੋਕਦੀ ਹੈ। ਜਿਵੇਂ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ, ਸਾਹ ਪ੍ਰਣਾਲੀ ਰਾਹੀਂ ਨਮੂਨੀਏ, ਖੰਘ ਤਾਪ ਆਦਿ ਦੇ ਜਰਮ ਸਰੀਰ ਅੰਦਰ ਸਹਿਲ ਹੀ ਜਾ ਸਕਦੇ ਹਨ। ਪਰ ਕੁਦਰਤ ਨੇ ਇਸ ਪ੍ਰਣਾਲੀ ਵਿੱਚ ਜਰਮਾਂ ਦੇ ਪ੍ਰਵੇਸ਼ ਕਰਨ ਵਿਰੁੱਧ ਥਾਂ ਅਟਕਾਅ ਪੈਦਾ ਕੀਤੇ ਹੋਏ ਹਨ। ਸਾਹ ਪ੍ਰਣਾਲੀ ਦੀਆਂ ਕੰਧਾਂ 'ਤੇ ਨਿੱਕੇ ਨਿੱਕੇ ਵਾਲ ਉੱਗੇ ਹੁੰਦੇ ਹਨ ਜੋ ਮਿੱਟੀ ਕੱਟੇ ਰਾਹੀਂ ਅੰਦਰ ਜਾ ਰਹੇ ਜਰਮਾਂ ਨੂੰ ਰੋਕ ਲੈਂਦੇ ਹਨ।
ਇਸ ਤੋਂ ਇਲਾਵਾ ਇਸ ਪ੍ਰਣਾਲੀ ਦੀਆਂ ਕੰਧਾਂ ਦੇ ਨਾਲ ਅੰਦਰਵਾਰ ਇੱਕ ਬਰੀਕ ਜਿਹੀ ਝਿੱਲੀ ਲੱਗੀ ਹੋਈ ਹੈ, ਜਿਸ ਵਿੱਚ ਇੱਕ ਤਰਲ ਹਮੇਸ਼ਾ ਸਿਮਦਾ ਰਹਿੰਦਾ ਹੈ। ਮਿੱਟੀ ਘੱਟਾ ਇਸ ਨਾਲ ਚਿਪਕ ਜਾਂਦਾ ਹੈ ਤੇ ਅੰਦਰੋਂ ਜਾਨੋਂ ਰੁਕ ਜਾਂਦਾ ਹੈ। ਮੂੰਹ ਵਿਚਲਾ ਪਾਚਕ ਰਸ ਵੀ ਜਰਮਾਂ ਨੂੰ ਮਾਰਦਾ ਹੈ। ਜਦ ਮੂੰਹ, ਨੱਕ ਜਾਂ ਗਲਾ ਕਿਸੇ ਕਾਰਨ ਖੁਸ਼ਕ ਹੋ ਜਾਏ ਤਾਂ ਹੀ ਜਰਮਾਂ ਨੂੰ ਅੰਦਰ ਜਾਣ ਦਾ ਮੌਕਾ ਮਿਲ ਸਕਦਾ ਹੈ। ਇਸ ਲਈ ਸਾਨੂੰ ਗਲਾ, ਨੱਕ ਅਤੇ ਮੂੰਹ ਆਦਿ ਕਿਸੇ ਨਾ ਕਿਸੇ ਤਰ੍ਹਾਂ ਤਰ ਰੱਖਣੇ ਚਾਹੀਦੇ ਹਨ। ਸਾਡਾ ਦੂਜਾ ਮੁੱਖ ਬਚਾਅ ਲਹੂ ਦੇ ਚਿੱਟੇ ਕਣ ਹਨ। ਲਹੂ ਦੇ ਇੱਕ ਤੁਪਕੇ ਵਿੱਚ ਇਹ ਲਗਭਗ 10,000 ਦੀ ਗਿਣਤੀ ਵਿੱਚ ਹੁੰਦੇ ਹਨ। ਜਿਵੇਂ ਹੀ ਜਰਮ ਲਹੂ ਵਿੱਚ ਵੜਦੇ ਹਨ, ਚਿੱਟੇ ਕਣ ਇਹਨਾਂ 'ਤੇ ਬੇਤਹਾਸ਼ਾ ਹਮਲਾ ਕਰਕੇ ਇਹਨਾਂ ਨੂੰ ਹੜੱਪ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਕਈ ਜਰਮ ਸ਼ਕਤੀਸ਼ਾਲੀ ਹੋਣ ਕਰਕੇ ਇਸ ਘੋਲ ਵਿੱਚ ਜਿੱਤ ਜਾਂਦੇ ਹਨ ਤੇ ਸਰੀਰ ਨੂੰ ਰੋਗੀ ਬਣਾ ਦਿੰਦੇ ਹਨ। ਫਿਰ ਵੀ ਸਰੀਰ ਵਿੱਚ ਕਈ ਕਿਸਮ ਦੇ ਪਦਾਰਥ ਹੁੰਦੇ ਹਨ ਜੋ ਨਾ ਕੇਵਲ ਇਹਨਾਂ ਜਰਮਾਂ ਤੋਂ ਉਤਪੰਨ ਹੋਈ ਜ਼ਹਿਰ ਨੂੰ ਕਾਟ ਕਰਦੇ ਰਹਿੰਦੇ ਹਨ, ਬਲਕਿ ਉਹਨਾਂ ਨੂੰ ਮਾਰਨ ਵਿੱਚ ਵੀ ਸਹਾਇਤਾ ਦਿੰਦੇ ਹਨ। ਜਦੋਂ ਸਾਡੀ ਸਿਹਤ ਬਿਲਕੁਲ ਠੀਕ ਹੋਵੇ ਤਾਂ ਸਾਡਾ ਸਰੀਰ ਜਰਮਾਂ ਦਾ ਟਾਕਰਾ ਤਕੜਾਈ ਨਾਲ ਕਰ ਸਕਦਾ ਹੈ। ਪਰ ਜੇ ਸਾਡਾ ਸਰੀਰ ਕਿਸੇ ਕਾਰਨ ਕਮਜ਼ੋਰ ਹੋ ਜਾਏ ਤਾਂ ਬਿਮਾਰੀ ਦੇ ਜਰਮ ਜਲਦੀ ਹੀ ਸਾਡੇ 'ਤੇ ਭਾਰੂ ਹੋ ਜਾਂਦੇ ਹਨ, ਕਿਉਂਕਿ ਸਾਡੇ ਸਰੀਰ ਵਿੱਚ ਉਹਨਾਂ ਦਾ ਟਾਕਰਾ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਇੱਕ ਹੁਸ਼ਿਆਰ ਵੈਰੀ ਹਮੇਸ਼ਾ ਵਿਰੋਧੀ 'ਤੇ ਉਸ ਵੇਲੇ ਵਾਰ ਕਰਦਾ ਹੈ ਜਦ ਉਹ ਕਮਜ਼ੋਰ ਹੋਏ, ਜਾਂ ਉਸ ਥਾਂ 'ਤੇ ਵਾਰ ਕਰਦਾ ਹੈ ਜਿਸ ਥਾਂ ਵੱਲੋਂ ਉਹ ਲਾਪਰਵਾਹੀ ਵਰਤੇ। ਅਸੀਂ ਆਪਣੀਆਂ ਗਲਤੀਆਂ ਕਾਰਨ ਹੀ ਵੈਰੀ ਦੇ ਕਾਬੂ ਆਉਂਦੇ ਹਾਂ। ਗੰਦੀ ਹਵਾ ਵਿੱਚ ਰਹਿਣਾ, ਧੁੱਪ ਤੋਂ ਪਰਹੇਜ਼ ਕਰਨਾ, ਖੁਰਾਕ ਵੱਲੋਂ ਲਾਪਰਵਾਹੀ ਕਰਨੀ, ਘੱਟ ਪਾਣੀ ਪੀਣਾ ਸਰੀਰ ਨੂੰ ਕਮਜ਼ੋਰ ਬਣਾਉਂਦੇ ਹਨ ਤੇ ਬਿਮਾਰੀ ਲਈ ਰਾਹ ਸਾਫ਼ ਕਰਦੇ ਹਨ। ਵੇਲੇ ਸਿਰ ਨਾ ਸਿਉਣਾ, ਵਿੱਤ ਤੋਂ ਬਾਹਰ ਕੰਮ ਕਰਨਾ, ਵਿੱਤ ਤੋਂ ਵੱਧ ਖਾਣਾ, ਪੈਰਾਂ ਨੂੰ ਠੰਡਿਆਂ ਤੇ ਗਿੱਲਿਆਂ ਰੱਖਣਾ, ਤੰਗ ਕੱਪੜੇ ਪਹਿਨਣੇ ਸਰੀਰ ਨੂੰ ਕਮਜ਼ੋਰ ਕਰਦੇ ਹਨ। ਦੂਜਿਆਂ ਦਾ ਰੁਮਾਲ, ਤੌਲੀਆ ਤੇ ਜੂਠਾ ਪੰਡਾ ਵਰਤਣਾ ਕਈ ਬਿਮਾਰੀਆਂ ਨੂੰ ਫੈਲਾਉਂਦਾ ਹੈ। ਬਿਮਾਰੀਆਂ ਨੂੰ ਰੋਕਣ ਲਈ ਵਿਗਿਆਨ ਵੱਲੋਂ ਸਹਾਇਤਾ। ਬਿਮਾਰੀਆਂ ਦੇ ਜਰਮ ਸਰੀਰ ਅੰਦਰ ਜਾ ਕੇ ਜ਼ਹਿਰੀਲੇ ਪਦਾਰਥ ਪੈਦਾ ਕਰਦੇ ਹਨ, ਜਿਨ੍ਹਾਂ ਕਰਕੇ ਅਸੀਂ ਬਿਮਾਰ ਹੋ ਜਾਂਦੇ ਹਾਂ। ਇਸ ਜ਼ਹਿਰੀਲੇ ਪਦਾਰਥ ਨੂੰ ਕਾਟ ਕਰਨ ਲਈ ਵਿਗਿਆਨਕਾਂ ਨੇ ਵਿਰੋਧੀ ਜ਼ਹਿਰ ਦੇ ਟੀਕੇ ਕੱਢੇ ਹਨ। ਡਿਫਥੀਰੀਆ ਜਾਂ ਗਲ ਘੁੱਟਣੀ ਬਿਮਾਰੀ ਵਿਰੁੱਧ ਟੀਕਾ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਪਹਿਲਾਂ ਕੋੜੇ ਦੇ ਡਿਫਥੀਰੀਆ ਪੈਦਾ ਕਰਨ ਵਾਲੀ ਜ਼ਹਿਰ ਦਾ ਥੋੜ੍ਹੇ ਸਮੇਂ ਪਿੱਛੋਂ ਟੀਕਾ ਲਾਇਆ ਜਾਂਦਾ ਹੈ। ਇਸ ਜ਼ਹਿਰ ਨੂੰ ਕਾਟ ਕਰਨ ਲਈ ਕੋੜੇ ਦੇ ਲਹੂ ਵਿੱਚ ਕੁਦਰਤ ਵੱਲੋਂ ਆਪਣੇ ਆਪ ਵਿਰੋਧੀ ਜ਼ਹਿਰ ਬਣਨਾ ਸ਼ੁਰੂ ਹੋ ਜਾਂਦਾ ਹੈ ਤੇ ਹੌਲੀ ਉਹਦੀ ਮਾਤਰਾ ਵੱਧਦੀ ਜਾਂਦੀ ਹੈ। ਜਦ ਇਹ ਜ਼ਹਿਰ ਲੋੜੀਂਦੀ ਮਾਤਰਾ ਵਿੱਚ ਹੋ ਜਾਏ ਤਾਂ ਕੋੜੇ ਵਿੱਚੋਂ ਜ਼ਰੂਰਤ ਅਨੁਸਾਰ ਲਹੂ ਕੱਢ ਲਿਆ ਜਾਂਦਾ ਹੈ ਤੇ ਇਸ ਵਿੱਚੋਂ ਡਿਫਥੀਰੀਆ ਨੂੰ ਕਾਟ ਕਰਨ ਵਾਲਾ ਪਦਾਰਥ ਅਲੱਗ ਕਰ ਲਿਆ ਜਾਂਦਾ ਹੈ। ਇਹ ਪਦਾਰਥ ਫਿਰ ਟੀਕਿਆਂ ਦੁਆਰਾ ਉਸ ਮਨੁੱਖ ਦੇ ਲਹੂ ਵਿੱਚ ਜਿਸ ਨੂੰ ਡਿਫਥੀਰੀਆ ਦੀ ਬਿਮਾਰੀ ਹੋਏ ਮਿਲਾਇਆ ਜਾਂਦਾ ਹੈ। ਇਸ ਤਰ੍ਹਾਂ ਉਸ ਮਨੁੱਖ ਨੂੰ ਇਸ ਬਿਮਾਰੀ ਦਾ ਟਾਕਰਾ ਕਰਨ ਲਈ ਇੱਕ ਜ਼ਬਰਦਸਤ ਸਹਾਰਾ ਮਿਲ ਜਾਂਦਾ ਹੈ। ਉਂਝ ਤਾਂ ਲਹੂ ਆਪਣੇ ਆਪ ਇਹ ਵਿਰੋਧੀ ਜ਼ਹਿਰ ਪੈਦਾ ਕਰ ਲੈਂਦਾ ਹੈ, ਪਰ ਕਈ ਵਾਰ ਉਹ ਲੋੜੀਂਦੀ ਤੇਜ਼ੀ ਨਾਲ ਨਹੀਂ ਪੈਦਾ ਕਰ ਸਕਦਾ। ਇਸ ਕੁਦਰਤੀ ਪੈਦਾ ਹੋਈ ਵਿਰੋਧੀ ਜ਼ਹਿਰ ਦੀ ਮਾਤਰਾ ਵਿੱਚ ਟੀਕੇ ਦੀ ਸਹਾਇਤਾ ਨਾਲ ਵਾਧਾ ਕੀਤਾ ਜਾਂਦਾ ਹੈ ਤੇ ਬਿਮਾਰੀ ਫੌਰਨ ਰੁਕ ਜਾਂਦੀ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਰੋਗਾਂ ਦੇ ਟਾਕਰੇ ਲਈ ਵਿਰੋਧੀ ਜ਼ਹਿਰਾਂ ਪੈਦਾ ਕੀਤੀਆਂ ਜਾਂਦੀਆਂ ਹਨ। ਵਿਗਿਆਨਕਾਂ ਨੇ ਖੋਜ ਦੁਆਰਾ ਇਹ ਪਤਾ ਕੀਤਾ ਹੈ ਕਿ ਜੇ ਸਰੀਰ ਵਿੱਚ ਕਿਸੇ ਬਿਮਾਰੀ ਦੇ ਮਰੇ ਹੋਏ ਜਰਮ ਦਾਖਲ ਕੀਤੇ ਜਾਣ ਤਾਂ ਉਹ ਲਹੂ ਨੂੰ ਵਿਰੋਧੀ ਜ਼ਹਿਰਾਂ ਪੈਦਾ ਕਰਨ ਲਈ ਉਤੇਜਨਾ ਦਿੰਦੇ ਹਨ। ਇਸ ਨਾਲ ਸਰੀਰ ਵਿੱਚ ਉਸ ਰੋਗ ਦਾ ਟਾਕਰਾ ਕਰਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ ਤੇ ਜਦ ਜਿਉਂਦੇ ਜਰਮ ਉਸ ਮਨੁੱਖ 'ਤੇ ਹਮਲਾ ਕਰਦੇ ਹਨ ਤਾਂ ਉਹ ਉਹਨਾਂ ਦਾ ਡਟ ਕੇ ਟਾਕਰਾ ਕਰਕੇ ਰੋਗ ਤੋਂ ਬਚ ਸਕਦਾ ਹੈ। ਮਰੇ ਹੋਏ ਜਰਮਾਂ ਦੇ ਸਰੀਰ ਵਿੱਚ ਪ੍ਰਵੇਸ਼ ਕਰਨ ਦੇ ਸਾਧਨ ਨੂੰ ਵੈਕਸੀਨ ਕਹਿੰਦੇ ਹਨ। ਇਸ ਤਰ੍ਹਾਂ ਦੇ ਟੀਕੇ ਦਾ ਨਾਂ ਚੀਚਕ ਪੈਦਾ ਕਰਨ ਵਾਲੇ ਵੈਕਸੀਨੀਆ ਨਾਮੀ ਜਰਮ ਤੋਂ ਦਿੱਤਾ ਗਿਆ ਹੈ। ਜਦ ਕੋਈ ਰੋਗ ਮਹਾਮਾਰੀ ਦੇ ਰੂਪ ਵਿੱਚ ਫੈਲ ਜਾਏ ਤਾਂ ਉਸ ਦੇ ਰੋਕਣ ਲਈ ਇਹ ਸਾਧਨ ਬੜਾ ਲਾਭਦਾਇਕ ਸਿੱਧ ਹੁੰਦਾ ਹੈ। ਅਸੀਂ ਅੱਗੇ ਦੱਸ ਚੁੱਕੇ ਹਾਂ ਕਿ ਬਿਮਾਰੀਆਂ ਦੇ ਜਰਮ ਸਰੀਰ ਵਿੱਚ ਜਾ ਕੇ ਲਹੂ ਨੂੰ ਵਿਰੋਧੀ ਜ਼ਹਿਰਾਂ ਪੈਦਾ ਕਰਨ ਲਈ ਉਕਸਾਉਂਦੇ ਰਹਿੰਦੇ ਹਨ। ਇੱਕ ਵਾਰ ਪੈਦਾ ਹੋਈ ਵਿਰੋਧੀ ਜ਼ਹਿਰ ਕਾਫੀ ਸਮੇਂ ਤੱਕ ਸਰੀਰ ਵਿੱਚ ਰਹਿੰਦੀ ਹੈ ਤੇ ਬਿਮਾਰੀ ਨੂੰ ਨੇੜੇ ਵੀ ਫੜਕਣ ਨਹੀਂ ਦਿੰਦੀ। ਇਸ ਤੋਂ ਵਿਗਿਆਨਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜੇ ਕਿਸੇ ਸਿਹਤਮੰਦ ਜੀਵ ਨੂੰ ਕਿਸੇ ਬਿਮਾਰੀ ਦੇ ਵਿਰੋਧੀ ਜ਼ਹਿਰ ਦਾ ਟੀਕਾ ਲਾ ਦਿੱਤਾ ਜਾਏ ਅਤੇ ਉਸ ਪਿੱਛੋਂ ਉਸ 'ਤੇ ਬਿਮਾਰੀ ਦਾ ਹਮਲਾ ਹੋ ਵੀ ਜਾਏ, ਉਹ ਉਸ ਤੋਂ ਵਾਲ-ਵਾਲ ਬਚ ਜਾਏਗਾ। ਇੰਗਲੈਂਡ ਵਿੱਚ ਪਹਿਲਾਂ ਪ੍ਰਸਿੱਧ ਵਿਗਿਆਨਕ ਜੈਨਰ ਨੇ ਵੈਕਸੀਨ ਦੁਆਰਾ ਚੀਚਕ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਚੀਚਕ ਦਾ ਵਿਰੋਧੀ ਟੀਕਾ ਕਾਉਪਾਕਸ ਨਾਮੀ ਚੀਚਕ ਵਰਗੀ ਹੀ ਪਰ ਉਸ ਤੋਂ ਘੱਟ ਖਤਰਨਾਕ ਬਿਮਾਰੀ ਤੋਂ ਤਿਆਰ ਕੀਤਾ ਗਿਆ। ਇਸ ਦੇ ਮਰੇ ਹੋਏ ਜਰਮ ਸਰੀਰ ਵਿੱਚ ਪਹੁੰਚਾਉਣ ਨਾਲ ਹੀ ਵਿਰੋਧੀ ਜ਼ਹਿਰ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਜੋ ਚੀਚਕ ਦਾ 7 ਸਾਲ ਤੱਕ ਸਫਲਤਾ ਨਾਲ ਟਾਕਰਾ ਕਰ ਸਕਦੀ ਹੈ ਤੇ ਇਸ ਸਮੇਂ ਤੱਕ ਮਨੁੱਖ ਵਿੱਚ ਖਤਰਨਾਕ ਬਿਮਾਰੀ ਤੋਂ ਬਚਿਆ ਰਹਿੰਦਾ ਹੈ।
ਇਹ ਬਿਮਾਰੀ ਜੋ ਕਿਸੇ ਸਮੇਂ ਬੜੀ ਘਾਤਕ ਹੁੰਦੀ ਸੀ, ਹੁਣ ਪੂਰੀ ਤਰ੍ਹਾਂ ਕਾਬੂ ਕਰ ਲਈ ਗਈ ਹੈ। ਇੱਕ ਹੋਰ ਜ਼ਹਿਰੀਲੇ ਕਿਸਮ ਦੇ ਜਰਮ ਅੰਤੜੀਆਂ ਵਿੱਚ ਪਲਦੇ ਹਨ ਅਤੇ ਉਹਨਾਂ ਵਿੱਚ ਜ਼ਹਿਰ ਫੈਲਾ ਕੇ ਮਰੋੜ, ਦਸਤ, ਹੈਜ਼ਾ ਅਤੇ ਟਾਈਫਾਈਡ ਜਿਹੇ ਖਤਰਨਾਕ ਰੋਗ ਪੈਦਾ ਕਰਦੇ ਹਨ। ਇਹਨਾਂ ਜਰਮਾਂ ਦੇ ਸਪੋਰਸ ਕਾਫੀ ਸਮਾਂ ਸਿੱਲੀ ਜ਼ਮੀਨ ਨਾਲ ਜਾਂ ਪਾਣੀ ਵਿੱਚ ਰਹਿ ਸਕਦੇ ਹਨ। ਜਿਵੇਂ ਹੀ ਉਹ ਸਾਡੇ ਸਰੀਰ ਵਿੱਚ ਪਹੁੰਚਦੇ ਹਨ, ਚੇਤੰਨ ਹੋ ਕੇ ਆਪਣੀਆਂ ਹਾਨੀਕਾਰਕ ਕਾਰਵਾਈਆਂ ਆਰੰਭ ਕਰ ਦਿੰਦੇ ਹਨ। ਮਨੁੱਖ ਦੇ ਸੇਵਕ ਜੋ ਕੀਟਾਣੂ ਜ਼ਹਿਰ ਪੈਦਾ ਕਰਦੇ ਹਨ, ਉਹ ਮਨੁੱਖ ਦੇ ਵੈਰੀ ਹੁੰਦੇ ਹਨ ਅਤੇ ਉਹਨੂੰ ਹਜ਼ਾਰਾਂ ਕਿਸਮ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾਉਂਦੇ ਹਨ। ਪਰ ਕਈ ਕੀਟਾਣੂ ਐਸੇ ਵੀ ਹੁੰਦੇ ਹਨ ਜੋ ਮਨੁੱਖ ਲਈ ਬੜੇ ਲਾਭਦਾਇਕ ਸਿੱਧ ਹੁੰਦੇ ਹਨ। ਇਸ ਕਿਸਮ ਦੇ ਕੀਟਾਣੂਆਂ ਨੂੰ ਮਿੱਤਰ ਬੈਕਟੀਰੀਆ ਕਹਿੰਦੇ ਹਨ। ਭਾਵੇਂ ਮਨੁੱਖ ਨੂੰ ਉਹਨਾਂ ਦੀਆਂ ਲਾਭਦਾਇਕ ਕਿਰਿਆਵਾਂ ਦਾ ਥੋੜ੍ਹੇ ਚਿਰ ਤੋਂ ਹੀ ਪਤਾ ਲੱਗਾ ਹੈ, ਪਰ ਜਦ ਤੋਂ ਮਨੁੱਖ ਹੋਂਦ ਵਿੱਚ ਆਇਆ, ਉਹ ਇਹਨਾਂ ਸੂਖਮ ਮਿੱਤਰਾਂ ਤੋਂ ਲਾਭ ਉਠਾਉਂਦਾ ਰਿਹਾ ਹੈ। ਮਨੁੱਖ ਸ਼ਰਾਬ ਦੀ ਅਣਮਿੱਥੇ ਸਮੇਂ ਤੋਂ ਹੀ ਵਰਤਾ ਕਰਦਾ ਆ ਰਿਹਾ ਹੈ। ਸ਼ਰਾਬ ਬਣਾਉਣ ਲਈ ਫਲਾਂ ਦੇ ਰਸਾਂ ਨੂੰ ਖਮੀਰ ਲਾਇਆ ਜਾਂਦਾ ਹੈ। ਖਮੀਰ ਤਾਂ ਹੀ ਅਲਕੋਹਲ ਪੈਦਾ ਕੀਤੀ ਜਾ ਸਕਦੀ ਹੈ। ਖਮੀਰ ਦੀ ਇਹ ਕਿਰਿਆ ਮਿੱਤਰ ਬੈਕਟੀਰੀਆ ਹੀ ਕਰਦੇ ਹਨ। ਖਮੀਰ ਦੇ ਬੈਕਟੀਰੀਆ ਫਲਾਂ ਦੇ ਛਿਲਕਿਆਂ 'ਤੇ ਰਹਿੰਦੇ ਹਨ। ਉਹ ਫਲਾਂ ਦੇ ਰਸ ਵਿੱਚ ਬੜੀ ਤੇਜ਼ੀ ਨਾਲ ਵੱਧਦੇ ਹਨ ਅਤੇ ਉਸ ਨੂੰ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿੱਚ ਨਿਖੇੜ ਦਿੰਦੇ ਹਨ। ਕਾਰਬਨ ਡਾਈਆਕਸਾਈਡ ਹਵਾ ਵਿੱਚ ਮਿਲ ਜਾਂਦੀ ਹੈ ਅਤੇ ਪਿਛਾਂਹ ਰਹਿ ਗਏ ਤਰਲ ਵਿੱਚ ਬਹੁਤ ਸਾਰੀ ਮਾਤਰਾ ਵਿੱਚ ਅਲਕੋਹਲ ਬਚ ਜਾਂਦੀ ਹੈ। ਜਦ ਰਸ ਵਿਚਲੀ ਸਭ ਖੰਡ ਹੌਲੀ ਹੌਲੀ ਅਲਕੋਹਲ ਵਿੱਚ ਬਦਲ ਜਾਂਦੀ ਹੈ ਤਾਂ ਇਸ ਨੂੰ ਪੁਣ ਕੇ ਫਲ ਦਾ ਗੁੱਦਾ ਜਾਂ ਛਿਲਕਾ ਅਲੱਗ ਕਰ ਲਿਆ ਜਾਂਦਾ ਹੈ ਅਤੇ ਬਾਕੀ ਦਾ ਤਰਲ ਪਦਾਰਥ ਸ਼ਰਾਬ ਦੇ ਰੂਪ ਵਿੱਚ ਵੱਡੇ ਵੱਡੇ ਬਰਤਨਾਂ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ। ਜੇ ਇਸ ਸ਼ਰਾਬ ਵਿੱਚ ਇੱਕ ਹੋਰ ਕਿਸਮ ਦਾ ਬੈਕਟੀਰੀਆ ਵੜ ਜਾਏ ਤਾਂ ਉਹ ਇਸ ਨੂੰ ਸਿਰਕੇ ਵਿੱਚ ਬਦਲ ਦਿੰਦਾ ਹੈ। ਇਸੇ ਤਰ੍ਹਾਂ ਰੋਟੀ ਵਿੱਚ ਦੋ ਹੀ ਚੀਜ਼ਾਂ ਹੁੰਦੀਆਂ ਹਨ, ਆਟਾ ਅਤੇ ਪਾਣੀ। ਆਟੇ ਵਿਚਲੇ ਖਮੀਰ ਦੇ ਬੈਕਟੀਰੀਆ ਨੂੰ ਆਟੇ ਨੂੰ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿੱਚ ਗੈਸ ਵਿੱਚ ਬਦਲਣਾ ਸ਼ੁਰੂ ਕਰ ਦਿੰਦੇ ਹਨ। ਜਦ ਗਰਮੀ ਨਾਲ ਗੈਸ ਫੈਲਦੀ ਹੈ ਤਾਂ ਉਹ ਆਟੇ ਨੂੰ ਫੁਲਾ ਦਿੰਦੀ ਹੈ। ਆਟੇ ਵਿਚਲੇ ਖਮੀਰ ਦੀ ਮਦਦ ਕਰਨ ਲਈ ਅਸੀਂ ਉਸ ਵਿੱਚ ਥੋੜ੍ਹਾ ਜਿਹਾ ਮਿੱਠਾ ਰਲਾ ਦਿੰਦੇ ਹਾਂ। ਪਨੀਰ ਵੀ ਮਿੱਤਰ ਬੈਕਟੀਰੀਆ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ। ਦੁੱਧ ਨੂੰ ਜਾਗ ਲਾ ਕੇ ਫਟਾਇਆ ਜਾ ਸਕਦਾ ਹੈ ਅਤੇ ਪਾਣੀ ਨੂੰ ਨਿਤਾਰ ਕੇ ਠੋਸ ਪਦਾਰਥ ਅਲੱਗ ਕਰ ਲਿਆ ਜਾਂਦਾ ਹੈ। ਇਸ ਠੋਸ ਪਦਾਰਥ ਨੂੰ ਪਨੀਰ ਕਹਿੰਦੇ ਹਨ। ਇਹ ਬੈਕਟੀਰੀਆ ਇੱਕ ਖਾਸ ਤੇਜ਼ਾਬ, ਜਿਸ ਨੂੰ ਲੈਕਟਿਕ ਐਸਿਡ ਕਹਿੰਦੇ ਹਨ, ਪੈਦਾ ਕਰਦਾ ਹੈ, ਜੋ ਤਰਲ ਦੁੱਧ ਨੂੰ ਠੋਸ ਪਨੀਰ ਵਿੱਚ ਬਦਲਦਾ ਹੈ। ਮਨੁੱਖ ਨੂੰ ਤੰਦਰੁਸਤ ਰਹਿਣ ਲਈ ਵਿਟਾਮਿਨਸ ਦੀ ਬੜੀ ਲੋੜ ਹੈ। ਕਈ ਬੈਕਟੀਰੀਆ ਵੀ ਵਿਟਾਮਿਨ ਪੈਦਾ ਕਰਦੇ ਹਨ। ਵਿਗਿਆਨਕ ਇਹਨਾਂ ਵਿਟਾਮਿਨਸ ਨੂੰ ਅਲੱਗ ਕਰਕੇ ਇਸ ਦੀਆਂ ਗੋਲੀਆਂ ਬਣਾ ਲੈਂਦੇ ਹਨ ਅਤੇ ਮਨੁੱਖ ਇਹਨਾਂ ਨੂੰ ਖਾ ਕੇ ਆਪਣੇ ਸਰੀਰ ਵਿਚਲੇ ਘਾਟੇ ਪੂਰੇ ਕਰਦਾ ਹੈ। ਵਿਟਾਮਿਨਸ ਦੀ ਪਸ਼ੂਆਂ ਨੂੰ ਵੀ ਲੋੜ ਹੁੰਦੀ ਹੈ। ਉਹ ਆਮ ਤੌਰ 'ਤੇ ਘਾਹ ਅਤੇ ਤੂੜੀ ਖਾਂਦੇ ਹਨ। ਇਹਨਾਂ ਦੋਹਾਂ ਵਿੱਚ ਖਾਸ ਕਿਸਮ ਦੇ ਰੇਸ਼ੇ ਹੁੰਦੇ ਹਨ, ਜਿਨ੍ਹਾਂ ਨੂੰ ਸੈਲੂਲੋਜ਼ ਕਹਿੰਦੇ ਹਨ, ਜੋ ਬੈਕਟੀਰੀਆ ਦੀ ਸਹਾਇਤਾ ਬਿਨਾਂ ਹਜਮ ਨਹੀਂ ਹੋ ਸਕਦਾ। ਸੈਲੂਲੋਜ਼ ਸਾਡੇ ਖਾਣ ਵਾਲੀਆਂ ਚੀਜ਼ਾਂ ਵਿੱਚ ਵੀ ਹੁੰਦੇ ਹਨ, ਜਿਵੇਂ ਪਾਲਕ, ਸਾਗ, ਫਲਾਂ ਦੇ ਛਿਲਕਿਆਂ ਆਦਿ ਵਿੱਚ। ਪਰ ਮਨੁੱਖ ਸੈਲੂਲੋਜ਼ ਖਾਣਾ ਪਸੰਦ ਨਹੀਂ ਕਰਦਾ ਕਿਉਂਕਿ ਉਹਦਾ ਮੈਦਾ ਇਹਨੂੰ ਹਜ਼ਮ ਨਹੀਂ ਕਰ ਸਕਦਾ। ਪਰ ਇਹ ਪਸ਼ੂਆਂ ਦੀ ਖੁਰਾਕ ਦਾ ਇੱਕ ਜ਼ਰੂਰੀ ਅੰਗ ਹੈ। ਉਹ ਇਸ ਨੂੰ ਆਪਣੇ ਮਿਹਦੇ ਵਿਚਲੇ ਬੈਕਟੀਰੀਆ ਦੀ ਮਦਦ ਨਾਲ ਹਜ਼ਮ ਕਰਦੇ ਹਨ। ਬੈਕਟੀਰੀਆ ਖਾਸ ਕਿਸਮ ਦੇ ਰਸਾਇਣਿਕ ਪਦਾਰਥ ਪੈਦਾ ਕਰਦੇ ਹਨ ਜੋ ਸੈਲੂਲੋਜ਼ ਨੂੰ ਹਜ਼ਮ ਕਰਦੇ ਹਨ। ਜਦ ਪਸ਼ੂ ਜੁਗਾਲੀ ਕਰਦੇ ਹਨ, ਉਸ ਸਮੇਂ ਉਹ ਬੈਕਟੀਰੀਆ ਨੂੰ ਘਾਹ ਜਾਂ ਤੂੜੀ ਵਿਚਲੇ ਸੈਲੂਲੋਜ਼ ਨਾਲ ਮਿਲਾ ਰਹੇ ਹੁੰਦੇ ਹਨ। ਜਦ ਇਹ ਰੇਸ਼ੇ ਇਸ ਬੈਕਟੀਰੀਆ ਦੀ ਸਹਾਇਤਾ ਨਾਲ ਹਜ਼ਮ ਹੋ ਜਾਂਦੇ ਹਨ ਤਾਂ ਉਹ ਖੁਰਾਕ ਉਹਨਾਂ ਦੇ ਮਿਹਦੇ ਅਤੇ ਅੰਤੜੀਆਂ ਵਿੱਚ ਜਾ ਕੇ ਲਹੂ ਵਿੱਚ ਮਿਲ ਜਾਂਦੀ ਹੈ। ਜਰਮ ਅਤੇ ਕੂੜਾ ਕਰਕਟ। ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਪੌਦੇ ਸੈਲੂਲੋਜ਼ ਦੇ ਬਣੇ ਹੁੰਦੇ ਹਨ ਅਤੇ ਉਹਨਾਂ ਨੂੰ ਤੋੜ ਫੋੜ ਕੇ ਰਸਾਇਣਿਕ ਪਦਾਰਥਾਂ ਵਿੱਚ ਬਦਲਣਾ ਇੱਕ ਬੜਾ ਕਠਿਨ ਕੰਮ ਹੈ। ਪਰ ਕੁਦਰਤ ਨੇ ਇਸ ਕੰਮ ਲਈ ਖਾਸ ਕਿਸਮ ਦੇ ਬੈਕਟੀਰੀਆ ਪੈਦਾ ਕੀਤੇ ਹਨ। ਇਹ ਆਮ ਤੌਰ 'ਤੇ ਛੰਬਾਂ ਵਿੱਚ, ਜਿੱਥੇ ਗਲੀ ਸੜੀ ਬਨਸਪਤੀ ਬਹੁਤ ਮਾਤਰਾ ਵਿੱਚ ਹੁੰਦੀ ਹੈ, ਆਪਣੀ ਕਿਰਿਆ ਬੜੀ ਤੇਜ਼ੀ ਨਾਲ ਕਰ ਰਹੇ ਹੁੰਦੇ ਹਨ। ਇੱਥੇ ਗੰਦੇ ਪਾਣੀ ਵਿੱਚੋਂ ਇੱਕ ਖਾਸ ਕਿਸਮ ਦੀ ਗੈਸ ਦੇ ਬੁਲਬੁਲੇ ਨਿਕਲਦੇ ਨਜ਼ਰ ਆਉਂਦੇ ਹਨ। ਇਸ ਗੈਸ ਨੂੰ ਦਲਦਲੀ ਗੈਸ ਕਹਿੰਦੇ ਹਨ। ਇਹ ਇਸ ਬੈਕਟੀਰੀਆ ਤੋਂ ਹੋ ਰਹੀ ਤੋੜ-ਫੋੜ ਕਿਰਿਆ ਤੋਂ ਪੈਦਾ ਹੁੰਦੀ ਹੈ। ਇਹੋ ਹੀ ਬੈਕਟੀਰੀਆ ਬਨਸਪਤੀ 'ਤੇ ਪਲਣ ਵਾਲੇ ਜਾਨਵਰਾਂ, ਗਊਆਂ, ਮਈਆਂ, ਸਹਿਆਂ, ਹਿਰਨਾਂ ਆਦਿ ਦੇ ਪੇਟ ਵਿੱਚ ਹੁੰਦੇ ਹਨ। ਇਹ ਬਨਸਪਤੀ ਵਿਚਲੀ ਸੈਲੂਲੋਜ਼ ਨੂੰ ਪਚਾ ਕੇ ਉਸ ਨੂੰ ਲਹੂ ਦੇ ਵਹਿਣ ਵਿੱਚ ਜਜ਼ਬ ਹੋਣ ਵਿੱਚ ਸਹਾਇਤਾ ਦਿੰਦੇ ਹਨ। ਸੈਲੂਲੋਜ਼ ਨੂੰ ਨਸ਼ਟ ਕਰਨ ਵਾਲੇ ਬੈਕਟੀਰੀਆ ਸਿੱਲੀ ਧਰਤੀ ਵਿੱਚ ਅਣਗਿਣਤ ਹੁੰਦੇ ਹਨ ਅਤੇ ਸੜ ਸੁੱਕ ਗਈ ਬਨਸਪਤੀ ਨੂੰ ਗਾਲ ਕੇ ਖਾਦ ਵਿੱਚ ਬਦਲਦੇ ਹਨ, ਜੋ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ। ਸੜ ਸੁੱਕ ਗਈਆਂ ਚੀਜ਼ਾਂ ਤੋਂ ਅਸਲ ਵਿੱਚ ਇਹ ਆਪਣੇ ਲਈ ਖੁਰਾਕ ਤਿਆਰ ਕਰਦੇ ਹਨ, ਪਰ ਇਸ ਭੰਨਤੋੜ ਕਿਰਿਆ ਦੇ ਨਾਲ ਜੋ ਰਸਾਇਣਿਕ ਪਦਾਰਥ ਤਿਆਰ ਹੁੰਦੇ ਹਨ, ਉਹ ਨਵੇਂ ਪੌਦਿਆਂ ਅਤੇ ਨਵੇਂ ਜੀਵਾਂ ਦੀ ਉਪਜ ਵਿੱਚ ਸਹਾਇਤਾ ਦਿੰਦੇ ਹਨ। ਜੇ ਸੜੇ ਸੁੱਕੇ ਪੱਤੇ, ਘਾਹ, ਟਾਹਣੀਆਂ, ਮਰੇ ਹੋਏ ਜੀਵ ਆਦਿ ਬੈਕਟੀਰੀਆ ਦੀ ਸਹਾਇਤਾ ਨਾਲ ਗਲ ਸੜ ਕੇ ਮਿੱਟੀ ਵਿੱਚ ਨਾ ਮਿਲ ਜਾਂਦੇ ਤਾਂ ਦੁਨੀਆ ਵਿੱਚ ਗਲੀਆਂ ਸੜੀਆਂ ਚੀਜ਼ਾਂ ਅਤੇ ਜਾਨਵਰਾਂ ਦੀਆਂ ਲੋਥਾਂ ਦੀ ਇਤਨੀ ਭਰਮਾਰ ਹੋ ਜਾਂਦੀ
ਕਿ ਇੱਥੇ ਰਹਿਣਾ ਹੀ ਅਸੰਭਵ ਹੋ ਜਾਂਦਾ। ਇਹ ਮਿੱਤਰ ਬੈਕਟੀਰੀਆ ਦੀ ਮਿਹਰਬਾਨੀ ਹੈ ਕਿ ਦੁਨੀਆ ਮੁਰਦਿਆਂ ਦੀ ਮੜੀ ਨਹੀਂ ਬਲਕਿ ਉਪਜ ਦਾ ਇੱਕ ਰੰਗੀਨ ਤੇ ਸੁਹਾਵਣਾ ਬਾਗ ਹੈ, ਜਿਸ ਵਿੱਚ ਉਹਨਾਂ ਗਲੇ ਸੜੇ ਪਦਾਰਥਾਂ ਤੋਂ ਹੀ ਨਿੱਤ ਨਵੇਂ ਪੌਦੇ, ਨਵੇਂ ਜੀਵ ਪੈਦਾ ਹੁੰਦੇ ਰਹਿੰਦੇ ਹਨ। ਪਦਾਰਥਾਂ ਦਾ ਗਲਣਾ ਸੜਨਾ ਇਤਨਾ ਹੀ ਜ਼ਰੂਰੀ ਹੈ ਜਿੰਨਾ ਕਿ ਨਵੇਂ ਜੀਵਾਂ ਦਾ ਪੈਦਾ ਹੋਣਾ। ਅਸਲ ਵਿੱਚ ਜੀਵਨ ਤੋਂ ਮੌਤ ਅਤੇ ਮੌਤ ਤੋਂ ਜੀਵਨ ਇੱਕੋ ਹੀ ਜੀਵਨ ਚੱਕਰ ਦੀਆਂ ਵੱਖ-ਵੱਖ ਝਾਕੀਆਂ ਹਨ। ਪੌਦੇ ਧਰਤੀ ਤੋਂ ਉਤਪੰਨ ਹੁੰਦੇ ਹਨ, ਜੀਵ ਉਹਨਾਂ ਨੂੰ ਖਾ ਕੇ ਵੱਡੇ ਹੁੰਦੇ ਹਨ। ਜਦੋਂ ਆਪਣਾ ਜੀਵਨ ਭੋਗ ਕੇ ਮਰ ਮੁੱਕ ਜਾਂਦੇ ਹਨ ਤਾਂ ਬੈਕਟੀਰੀਆ ਉਹਨਾਂ ਨੂੰ ਰਸਾਇਣਿਕ ਪਦਾਰਥਾਂ ਵਿੱਚ ਬਦਲ ਕੇ ਨਵੇਂ ਜੀਵਨ ਲਈ ਰਾਹ ਤਿਆਰ ਕਰਦੇ ਹਨ। ਮਨੁੱਖ ਨੂੰ ਖੋਜ ਦੁਆਰਾ ਇਹ ਵੀ ਪਤਾ ਲੱਗ ਗਿਆ ਹੈ ਕਿ ਉਹ ਮਲ ਮੂਤਰ ਨੂੰ ਇਹਨਾਂ ਬੈਕਟੀਰੀਆ ਦੀ ਮਦਦ ਨਾਲ ਲਾਭਦਾਇਕ ਪਦਾਰਥਾਂ ਵਿੱਚ ਬਦਲ ਸਕਦਾ ਹੈ। ਪਹਿਲਾਂ ਗੰਦਗੀ ਵੱਡੀਆਂ ਵੱਡੀਆਂ ਨਾਲੀਆਂ ਦੁਆਰਾ ਸ਼ਹਿਰੋਂ ਬਾਹਰ ਨਦੀਆਂ ਵਿੱਚ ਜਾਂ ਸਮੁੰਦਰਾਂ ਵਿੱਚ ਰੋੜ ਦਿੱਤੀ ਜਾਂਦੀ ਸੀ। ਇਸ ਨਾਲ ਬਹੁਤ ਕਿਸਮ ਦੀਆਂ ਬਿਮਾਰੀਆਂ ਫੈਲ ਜਾਂਦੀਆਂ ਸਨ। ਹੁਣ ਇਸ ਨੂੰ ਸੈਪਟਿਕ ਤਲਾਬ ਵਿੱਚ ਇਕੱਠਿਆਂ ਕਰਕੇ ਬੈਕਟੀਰੀਆ ਦੀ ਸਹਾਇਤਾ ਨਾਲ ਤਰਲ ਖਾਦ ਵਿੱਚ ਬਦਲਿਆ ਜਾਂਦਾ ਹੈ। ਬੈਕਟੀਰੀਆ ਦੇ ਹੋਰ ਲਾਭਦਾਇਕ ਕੰਮ। ਕਈ ਮਿੱਤਰ ਬੈਕਟੀਰੀਆ ਅਨੇਕਾਂ ਕਿਸਮਾਂ ਦੇ ਰੰਗ ਬਣਾਉਂਦੇ ਹਨ। ਉਹ ਪੌਦੇ ਵਿੱਚ ਜਿਸ ਨੂੰ ਕੱਪੜਿਆਂ ਨੂੰ ਰੰਗਣ ਵਾਲਾ ਨੀਲ ਤਿਆਰ ਹੁੰਦਾ ਹੈ, ਰੰਗ ਪੈਦਾ ਕਰਨ ਵਿੱਚ ਇੱਕ ਖਾਸ ਕਿਸਮ ਦਾ ਬੈਕਟੀਰੀਆ ਮਦਦ ਦਿੰਦਾ ਹੈ। ਪਾਕ ਵਿਚਲੇ ਹਰੇਕ ਰੰਗ ਨੂੰ ਵੀ ਬੈਕਟੀਰੀਆ ਹੀ ਪੈਦਾ ਕਰਦੇ ਹਨ। ਹਰ ਜੀਵ ਆਪਣੇ ਜੀਵਨ ਨੂੰ ਚੱਲਦਿਆਂ ਰੱਖਣ ਲਈ ਗਰਮੀ ਅਤੇ ਸ਼ਕਤੀ ਪੈਦਾ ਕਰਦਾ ਹੈ। ਬੈਕਟੀਰੀਆ ਵੀ ਜੀਵ ਹਨ। ਉਹ ਵੀ ਜਿੱਥੇ ਰਹਿੰਦੇ ਹਨ ਕਈ ਵਾਰ ਇਤਨੀ ਗਰਮੀ ਪੈਦਾ ਕਰ ਦਿੰਦੇ ਹਨ ਕਿ ਉਸ ਥਾਂ ਨੂੰ ਅੱਗ ਲੱਗ ਜਾਂਦੀ ਹੈ। ਉਹ ਬੈਕਟੀਰੀਆ ਜਾਂ ਕੀਟਾਣੂ ਜੋ ਤੂੜੀ 'ਤੇ ਪਲਦੇ ਹਨ, ਜਦ ਤੱਕ ਤੂੜੀ ਸੁੱਕੀ ਹੁੰਦੀ ਹੈ ਉਹ ਉਸ ਵਿੱਚ ਸਪੋਰਸ ਦੀ ਹਾਲਤ ਵਿੱਚ ਅਡੋਲ ਸੁੱਤੇ ਰਹਿੰਦੇ ਹਨ। ਪਰ ਜਦ ਕਿਸੇ ਕਾਰਨ ਤੂੜੀ ਸਿੱਲੀ ਹੋ ਜਾਏ ਤਾਂ ਉਹ ਚੁਸਤ ਹੋ ਜਾਂਦੇ ਹਨ ਅਤੇ ਕਈ ਵਾਰ ਆਪਣੀ ਤੋੜ ਫੋੜ ਦੀ ਕਿਰਿਆ ਇੰਨੀ ਤੇਜ਼ੀ ਨਾਲ ਕਰਨ ਲੱਗ ਜਾਂਦੇ ਹਨ ਕਿ ਇਸ ਕਿਰਿਆ ਦੁਆਰਾ ਗਰਮੀ ਪੈਦਾ ਹੋਣ ਨਾਲ ਤੂੜੀ ਨੂੰ ਅੱਗ ਲੱਗ ਜਾਂਦੀ ਹੈ। ਕਈ ਵਾਰ ਉਹ ਗੋਦਾਮ ਜਿੱਥੇ ਕਾਗਜ਼ ਬਣਾਉਣਾ ਵਾਲਾ ਘਾਹ ਰੱਖਿਆ ਹੁੰਦਾ ਹੈ, ਅਚਨਚੇਤ ਸੜ ਕੇ ਸੁਆਹ ਹੋ ਜਾਂਦੇ ਹਨ। ਇਹ ਸਭ ਸ਼ਰਾਰਤ ਬੈਕਟੀਰੀਆ ਦੀ ਹੀ ਹੁੰਦੀ ਹੈ। ਇੱਕ ਹੋਰ ਕਿਸਮ ਦੇ ਬੈਕਟੀਰੀਆ ਟਟੈਨੀਆਂ ਅਤੇ ਮੱਛੀਆਂ ਵਿੱਚ ਵੀ ਲਿਸ਼ਕ ਪੈਦਾ ਕਰਦੇ ਹਨ, ਜੋ ਹਨੇਰੇ ਵਿੱਚ ਚੰਗਿਆੜੀ ਵਾਂਗ ਨਜ਼ਰ ਆਉਂਦੀ ਹੈ। ਆਮ ਤੌਰ 'ਤੇ ਅੱਗ ਦੁਆਰਾ ਰੌਸ਼ਨੀ ਪੈਦਾ ਹੁੰਦੀ ਹੈ, ਪਰ ਇਹ ਰੌਸ਼ਨੀ ਜੋ ਬੈਕਟੀਰੀਆ ਪੈਦਾ ਕਰਦੇ ਹਨ ਠੰਡੀ ਜਾਂ ਗਰਮੀ ਰਹਿਤ ਰੌਸ਼ਨੀ ਅਖਵਾਉਂਦੀ ਹੈ। ਹਾਲੇ ਤੱਕ ਅਸੀਂ ਵੀ ਬੈਕਟੀਰੀਆ ਦੀ ਸਹਾਇਤਾ ਨਾਲ ਇਸ ਕਿਸਮ ਦੀ ਬਨਾਵਟੀ ਰੌਸ਼ਨੀ ਪੈਦਾ ਨਹੀਂ ਕਰ ਸਕੇ, ਪਰ ਹੋ ਸਕਦਾ ਹੈ ਕਿ ਵਿਗਿਆਨ ਖੋਜ ਦੁਆਰਾ ਕਿਸੇ ਸਮੇਂ ਇਸ ਕਿਸਮ ਦੀ ਰੌਸ਼ਨੀ ਪੈਦਾ ਕਰ ਸਕੇ। ਇਸ ਨਾਲ ਅਸੀਂ ਹਰ ਚੀਜ਼ ਨੂੰ ਰਾਤ ਵੇਲੇ ਵੀ ਵੇਖ ਸਕਾਂਗੇ। ਅਸੀਂ ਇਹ ਵੇਖ ਚੁੱਕੇ ਹਾਂ ਕਿ ਦੁਨੀਆ ਇਹਨਾਂ ਸੂਖਮ ਅਤੇ ਅਦ੍ਰਿਸ਼ਟ ਜੀਵਾਂ ਨੂੰ, ਜਿਨ੍ਹਾਂ ਨੂੰ ਕੀਟਾਣੂ ਜਾਂ ਬੈਕਟੀਰੀਆ ਕਹਿੰਦੇ ਹਨ, ਭਰੀ ਪਈ ਹੈ। ਇਹਨਾਂ ਵਿੱਚ ਕਈ ਸਾਡੇ ਵੈਰੀ ਹਨ, ਉਹ ਸਾਨੂੰ ਰੋਗੀ ਬਣਾਉਂਦੇ ਹਨ, ਪਰ ਇਹਨਾਂ ਵਿੱਚੋਂ ਕਈ ਐਸੇ ਵੀ ਹਨ ਜੋ ਸਾਡੇ ਜੀਵਨ ਨੂੰ ਸੁੰਦਰ, ਰੰਗੀਨ ਅਤੇ ਆਨੰਦਦਾਇਕ ਬਣਾਉਣ ਵਿੱਚ ਮਦਦ ਦਿੰਦੇ ਹਨ। ਅਸੀਂ ਹੁਣ ਵੇਖਣਾ ਹੈ ਕਿ ਮਨੁੱਖ, ਪਸ਼ੂ, ਪੌਦੇ ਆਦਿ ਕਿਵੇਂ ਇਹਨਾਂ ਕੀਟਾਣੂਆਂ ਦੀ ਮਦਦ ਨਾਲ ਹੀ ਜਿਉਂਦੇ ਅਤੇ ਵੱਧਦੇ ਫੁੱਲਦੇ ਹਨ। ਹਰ ਜੀਵ ਆਪਣਾ ਜੀਵਨ ਤਰਲ ਜਾਂ ਪ੍ਰੋਟੋਪਲਾਜ਼ਮ ਨਿਰਜੀਵ ਪਦਾਰਥਾਂ ਤੋਂ ਪ੍ਰਾਪਤ ਕਰਦਾ ਹੈ ਅਤੇ ਜਦ ਉਹ ਮਰ ਖਪ ਜਾਂਦਾ ਹੈ ਤਾਂ ਫਿਰ ਉਹ ਉਸੇ ਮਿੱਟੀ ਵਿੱਚ ਹੀ ਮਿਲ ਜਾਂਦਾ ਹੈ ਜਿੱਥੋਂ ਉਹ ਉਤਪੰਨ ਹੋਇਆ ਸੀ। ਇਹ ਕਹਾਵਤ ਆਮ ਮਸ਼ਹੂਰ ਹੈ ਕਿ ਮਨੁੱਖ ਮਿੱਟੀ ਦਾ ਪੁਤਲਾ ਹੈ ਅਤੇ ਆਖਰ ਮਿੱਟੀ ਵਿੱਚ ਹੀ ਸਮਾ ਜਾਂਦਾ ਹੈ। ਪਰ ਮਰਿਆ ਜੀਵ ਜਾਂ ਸੜ ਸੁੱਕ ਗਿਆ ਪੌਦਾ ਗਲਣ ਸੜਨ ਤੋਂ ਬਚਾਇਆ ਜਾ ਸਕਦਾ ਹੈ ਜੇ ਕਿਤੇ ਉਹਨੂੰ ਸਿੱਲ ਦੇ ਅਸਰ ਤੋਂ ਪਰੇ ਰੱਖਿਆ ਜਾਏ ਜਾਂ ਠੰਡ ਨਾਲ ਜ਼ਖ਼ ਕਰ ਦਿੱਤਾ ਜਾਏ ਜਾਂ ਉਸ ਨੂੰ ਅਲਕੋਹਲ ਵਿੱਚ ਪਾ ਕੇ ਰੱਖਿਆ ਜਾਏ। 30-40 ਸਾਲ ਦੀ ਗੱਲ ਹੈ ਕਿ ਕਈ ਲੱਖਾਂ ਸਾਲ ਪਹਿਲਾਂ ਬਰਫ਼ ਦੇ ਤੋਦੇ ਵਿੱਚ ਫਸਿਆ ਇੱਕ ਜੱਤਦਾਰ ਹਾਥੀ ਰੂਸ ਲਾਗੇ ਉੱਤਰੀ ਸਮੁੰਦਰ ਵਿੱਚ ਲੱਭਿਆ ਸੀ। ਉਹਦਾ ਮਾਸ ਬਿਲਕੁਲ ਸਾਫ਼ ਅਤੇ ਬਦਬੂ ਰਹਿਤ ਹੈ। ਜਿਵੇਂ ਸਿੱਲੇ ਵਾਤਾਵਰਣ 'ਚ ਲੋਹਾ ਹੌਲੀ ਹੌਲੀ ਜੰਗਾਲ ਵਿੱਚ ਬਦਲਦਾ ਰਹਿੰਦਾ ਹੈ, ਇਸੇ ਤਰ੍ਹਾਂ ਮਾਸ ਸਿੱਲੇ ਵਾਤਾਵਰਣ ਵਿੱਚ ਵੀ ਬਦਬੂ ਦੇਣ ਲੱਗ ਜਾਂਦਾ ਹੈ। ਪਰ ਗਲਣ ਸੜਨ ਦੀ ਕਿਰਿਆ ਲੋਹੇ ਦੇ ਜੰਗਾਲੇ ਜਾਣ ਦੀ ਕਿਰਿਆ ਤੋਂ ਕਿਤੇ ਤੇਜ਼ ਹੁੰਦੀ ਹੈ। ਇਸੇ ਤੇਜ਼ੀ ਕਾਰਨ ਬੈਕਟੀਰੀਆ ਹਨ। ਜੇ ਸਾਰੇ ਮਰੇ ਹੋਏ ਜੀਵ ਜਾਂ ਗਲੇ ਸੜੇ ਪਦਾਰਥ ਇੰਝ ਹੀ ਧਰਤੀ 'ਤੇ ਪਏ ਰਹਿੰਦੇ ਤਾਂ ਦੁਨੀਆ ਨੂੰ ਦੋ ਬੜੀਆਂ ਮੁਸ਼ਕਿਲਾਂ ਦਾ ਟਾਕਰਾ ਕਰਨਾ ਪੈਂਦਾ। ਇੱਕ ਤਾਂ ਇਹ ਕਿ ਜਿਉਂਦਿਆਂ ਲਈ ਕੋਈ ਥਾਂ ਨਾ ਰਹਿ ਜਾਂਦੀ, ਦੂਜੇ ਧਰਤੀ ਜੀਵਾਂ ਲਈ ਖੁਰਾਕ ਤੋਂ ਬਿਲਕੁਲ ਵਾਂਝੀ ਰਹਿ ਜਾਂਦੀ, ਕਿਉਂਕਿ ਉਹ ਸਾਰੀ ਖੁਰਾਕ ਧਰਤੀ ਵਿੱਚ ਮੁੜ ਜਜ਼ਬ ਹੋਣ ਦੀ ਥਾਂ ਮਰੇ ਹੋਏ ਜੀਵ ਜੰਤੂਆਂ ਦੇ ਰੂਪ ਵਿੱਚ ਅਣਵਰਤੀ ਹੀ ਪਈ ਰਹਿੰਦੀ। ਬੈਕਟੀਰੀਆ ਨਾ ਕੇਵਲ ਮਰੇ ਹੋਏ ਜੀਵ ਜੰਤੂਆਂ ਅਤੇ ਸੜ ਸੁੱਕ ਗਈ ਬਨਸਪਤੀ ਵਿੱਚ ਭੰਨਤੋੜ ਕਿਰਿਆ ਕਰਨ, ਬਲਕਿ ਇਹਨਾਂ ਨੂੰ ਮੁੜ ਨਵੇਂ ਜੀਵ ਜੰਤੂਆਂ ਅਤੇ ਪੌਦਿਆਂ ਲਈ ਖੁਰਾਕ ਵਿੱਚ ਬਦਲਣ ਵਿੱਚ ਸਹਾਇਤਾ ਦਿੰਦੇ ਹਨ। ਜੀਵਨ ਚੱਕਰ ਦੁਨੀਆ ਵਿੱਚ ਹਰ ਪਲ, ਹਰ ਘੜੀ, ਹਰ ਚੀਜ਼ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ। ਜੀਵਨ ਦੀ ਹਰ ਇੱਕ ਕਿਰਿਆ ਵਿੱਚ ਇੱਕ ਨਿਸ਼ਚਿਤ ਤੇ ਸਦੀਵੀ ਗੇੜ ਅਨੁਸਾਰ ਹੁੰਦੀ ਰਹਿੰਦੀ ਹੈ। ਪਾਣੀ ਸੂਰਜ ਦੀ ਗਰਮੀ ਨਾਲ ਸਮੁੰਦਰ ਤੋਂ ਬੱਦਲਾਂ ਦੇ ਰੂਪ ਵਿੱਚ ਉੱਡਦਾ ਹੈ। ਇਹ ਬੱਦਲ ਠੰਡੇ ਹੋ ਕੇ ਧਰਤੀ 'ਤੇ ਮੀਂਹ ਵਰਸਾਉਂਦੇ ਹਨ।
ਮੀਂਹ ਦਾ ਪਾਣੀ ਦਰਿਆ ਦੇ ਰੂਪ ਵਿੱਚ ਸਮੁੰਦਰ ਵਿੱਚ ਜਾ ਮਿਲਦਾ ਹੈ ਅਤੇ ਫਿਰ ਮੁੱਢਲੇ ਚੱਕਰ ਵਿੱਚ ਤੁਰ ਪੈਂਦਾ ਹੈ। ਜੀਵਨ ਚੱਕਰ ਵਿੱਚ ਵੀ ਇਸੇ ਤਰ੍ਹਾਂ ਹੀ ਇੱਕ ਸਦੀਵੀ ਚੱਕਰ ਹੈ। ਕਾਰਬਨ, ਹਾਈਡਰੋਜਨ, ਨਾਈਟ੍ਰੋਜਨ ਅਤੇ ਆਕਸੀਜਨ ਧਰਤੀ ਦੇ 4 ਤੱਤ ਹਨ ਜਿਨ੍ਹਾਂ ਤੋਂ ਜੀਵਨ ਉਤਪੰਨ ਹੁੰਦਾ ਹੈ। ਸੂਰਜ ਦੀ ਰੋਸ਼ਨੀ ਵਿੱਚ ਬਨਸਪਤੀ ਦੇ ਪੱਤਿਆਂ ਵਿਚਲਾ ਹਰਾ ਪਦਾਰਥ, ਜਿਸ ਨੂੰ ਕਲੋਰੋਫਿਲ ਕਹਿੰਦੇ ਹਨ, ਹਵਾ ਵਿਚਲੀ ਕਾਰਬਨ ਡਾਈਆਕਸਾਈਡ ਨੂੰ ਕਾਰਬਨ ਅਤੇ ਆਕਸੀਜਨ ਵਿੱਚ ਨਿਖੇੜਦਾ ਹੈ ਅਤੇ ਕਾਰਬਨ ਨੂੰ ਆਪਣੀ ਖੁਰਾਕ ਲਈ ਕੱਢ ਲੈਂਦਾ ਹੈ ਅਤੇ ਆਕਸੀਜਨ ਜੀਵਾਂ ਲਈ ਆਜ਼ਾਦ ਕਰ ਦਿੰਦਾ ਹੈ। ਹੋਰ ਲੋੜੀਂਦੇ ਪਦਾਰਥ ਨਾਈਟ੍ਰੇਟ ਅਤੇ ਪਾਣੀ ਪੌਦੇ ਧਰਤੀ ਵਿੱਚੋਂ ਆਪਣੀਆਂ ਜੜ੍ਹਾਂ ਰਾਹੀਂ ਖਿੱਚ ਲੈਂਦੇ ਹਨ। ਇਹਨਾਂ ਨੂੰ ਉਹ ਕਾਰਬੋਹਾਈਡਰੇਟ ਅਤੇ ਪ੍ਰੋਟੀਨਾਂ ਵਿੱਚ ਬਦਲਦੇ ਰਹਿੰਦੇ ਹਨ। ਇਹ ਦੋਵੇਂ ਤੱਤ ਜੋ ਜੀਵਾਂ ਦੀ ਪਾਲਣਾ ਲਈ ਬਹੁਤ ਮਹੱਤਵਪੂਰਨ ਹਨ, ਪਸ਼ੂ ਅਤੇ ਮਨੁੱਖ ਦੋਵੇਂ ਪੌਦਿਆਂ ਵਿੱਚੋਂ ਪ੍ਰਾਪਤ ਕਰ ਲੈਂਦੇ ਹਨ। ਇਸ ਪਿੱਛੋਂ ਮੌਤ ਆਪਣਾ ਹੱਥ ਵਿਖਾਉਂਦੀ ਹੈ ਅਤੇ ਜੀਵਾਂ ਨੂੰ ਨਸ਼ਟ ਕਰਕੇ ਇਹ ਤੱਤ ਜੋ ਧਰਤੀ ਦੀ ਦੇਣ ਹਨ, ਧਰਤੀ ਵਿੱਚ ਮੁੜ ਪਹੁੰਚਾ ਦਿੰਦੀ ਹੈ। ਇਸੇ ਤਰ੍ਹਾਂ ਸੂਰਜ ਆਪਣੀ ਸ਼ਕਤੀ ਦੁਆਰਾ ਜੀਵਨ ਚੱਕਰ ਨੂੰ ਚੱਲਦਿਆਂ ਰੱਖਦਾ ਹੈ। ਪਹਿਲਾਂ ਪੌਦਿਆਂ ਦੀ ਮਦਦ ਨਾਲ ਜੀਵ ਉਤਪੱਤੀ ਦਾ ਆਧਾਰ ਪ੍ਰੋਟੋਪਲਾਜ਼ਮ ਬਣਦਾ ਹੈ, ਫਿਰ ਬੈਕਟੀਰੀਆ ਹਰ ਚੀਜ਼ ਨੂੰ ਮੁੜ ਆਪਣੇ ਮੁੱਢਲੇ ਤੱਤਾਂ ਵਿੱਚ ਨਿਖੇੜ ਦਿੰਦਾ ਹੈ ਅਤੇ ਇਸ ਤਰ੍ਹਾਂ ਜੀਵਨ ਚੱਕਰ ਦਾ ਗੇੜ ਪੂਰਾ ਹੁੰਦਾ ਹੈ। ਨਾਈਟ੍ਰੋਜਨ ਚੱਕਰ। ਪਹਿਲਾਂ ਪੌਦੇ ਨਾਈਟ੍ਰੋਜਨ ਨੂੰ ਨਾਈਟ੍ਰੇਟਾਂ ਦੇ ਰੂਪ ਵਿੱਚ ਧਰਤੀ ਵਿੱਚੋਂ ਜਜ਼ਬ ਕਰ ਲੈਂਦੇ ਹਨ। ਪੌਦੇ ਇਹਨਾਂ ਤੋਂ ਪ੍ਰੋਟੀਨਾਂ ਤਿਆਰ ਕਰਦੇ ਹਨ। ਜੀਵ ਇਹਨਾਂ ਪ੍ਰੋਟੀਨਾਂ ਤੋਂ ਹੋਰ ਵੀ ਗੁੰਝਲਦਾਰ ਰੂਪ ਵਿੱਚ ਬਦਲ ਦਿੰਦੇ ਹਨ। ਉਹਨਾਂ ਦੀ ਮੌਤ ਪਿੱਛੋਂ ਇੱਕ ਪ੍ਰਕਾਰ ਦਾ ਬੈਕਟੀਰੀਆ ਤੋੜ ਫੋੜ ਕਿਰਿਆ ਸ਼ੁਰੂ ਕਰ ਦਿੰਦਾ ਹੈ ਅਤੇ ਪ੍ਰੋਟੀਨਾਂ ਨੂੰ ਫਿਰ ਅਮੋਨੀਆ ਵਿੱਚ, ਜੋ ਨਾਈਟ੍ਰੋਜਨ ਦਾ ਇੱਕ ਯੌਗਿਕ ਹੈ, ਬਦਲ ਦਿੰਦਾ ਹੈ। ਜੇ ਅਸੀਂ ਖਾਦ ਦੇ ਢੇਰ ਅਤੇ ਰੂੜੀਆਂ ਲਾਗੇ ਖੜ੍ਹੇ ਹੋਈਏ ਤਾਂ ਅਸੀਂ ਉੱਥੇ ਅਮੋਨੀਆ ਗੈਸ ਦੀ ਹੋਂਦ ਨੂੰ ਇੱਕਦਮ ਮਹਿਸੂਸ ਕਰਨ ਲੱਗ ਪਵਾਂਗੇ। ਜਦ ਪਹਿਲੀ ਪ੍ਰਕਾਰ ਦਾ ਬੈਕਟੀਰੀਆ ਆਪਣਾ ਕੰਮ ਸਮਾਪਤ ਕਰ ਲੈਂਦਾ ਹੈ ਤਾਂ ਦੂਜੀ ਪ੍ਰਕਾਰ ਦਾ ਬੈਕਟੀਰੀਆ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਅਤੇ ਅਮੋਨੀਆ ਨੂੰ ਨਾਈਟ੍ਰੇਟ ਵਿੱਚ ਅਤੇ ਫਿਰ ਤੀਜੀ ਪ੍ਰਕਾਰ ਦਾ ਬੈਕਟੀਰੀਆ ਇਸ ਨਾਈਟ੍ਰੇਟ ਨੂੰ ਨਾਈਟ੍ਰੇਟ ਵਿੱਚ ਬਦਲ ਦਿੰਦਾ ਹੈ। ਦੱਖਣੀ ਅਮਰੀਕਾ ਦੇ ਇੱਕ ਦੇਸ਼ ਵਿੱਚ, ਜਿਸ ਦਾ ਨਾਂ ਚਿਲੀ ਹੈ, ਨਾਈਟ੍ਰੇਟ ਦੀਆਂ ਬਹੁਤ ਵੱਡੀਆਂ ਵੱਡੀਆਂ ਖਾਣਾਂ ਲੱਭੀਆਂ ਹਨ। ਇਹ ਨਾਈਟ੍ਰੇਟ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਖਾਦ ਦੇ ਰੂਪ ਵਿੱਚ ਵਰਤੇ ਜਾਂਦੇ ਹਨ। ਸਾਡਾ ਵਾਯੂਮੰਡਲ ਲਗਭਗ 80% ਨਾਈਟ੍ਰੋਜਨ ਗੈਸ ਦਾ ਬਣਿਆ ਹੋਇਆ ਹੈ, ਪਰ ਗੈਸ ਦੇ ਰੂਪ ਵਿੱਚ ਪੌਦੇ ਨਾਈਟ੍ਰੋਜਨ ਨੂੰ ਆਪਣੀ ਖੁਰਾਕ ਲਈ ਨਹੀਂ ਵਰਤ ਸਕਦੇ। ਉਹ ਇਸ ਨੂੰ ਨਾਈਟ੍ਰੇਟ ਦੇ ਰੂਪ ਵਿੱਚ ਹੀ ਵਰਤ ਸਕਦੇ ਹਨ। ਨਾਈਟ੍ਰੋਜਨ ਨੂੰ ਨਾਈਟ੍ਰੇਟਾਂ ਵਿੱਚ ਬਦਲਣ ਦਾ ਇਹ ਕੰਮ ਕਈ ਕਿਸਮ ਦੇ ਬੈਕਟੀਰੀਆ ਕਰਦੇ ਹਨ। ਕਈ ਬੈਕਟੀਰੀਆ ਸਿੱਲੀ ਮਿੱਟੀ ਅਤੇ ਕਈ ਲੌਂਗਾਂ, ਮਟਰਾਂ ਅਤੇ ਹੋਰ ਫਲੀਆਂ ਦੇ ਪੌਦਿਆਂ ਦੀਆਂ ਜੜ੍ਹਾਂ ਵਿੱਚ ਰਹਿੰਦੇ ਹਨ। ਉਹ ਹਵਾ ਵਿੱਚ ਦੀ ਨਾਈਟ੍ਰੋਜਨ ਤੋਂ ਨਾਈਟ੍ਰੇਟ ਤਿਆਰ ਕਰਦੇ ਰਹਿੰਦੇ ਹਨ। ਪਰ ਹੁਣ ਮਨੁੱਖ ਵੀ ਬਿਜਲੀ ਦੁਆਰਾ ਹਵਾ ਵਿਚਲੀ ਨਾਈਟ੍ਰੋਜਨ ਨੂੰ ਅਮੋਨੀਆ ਗੈਸ ਵਿੱਚ ਜਾਂ ਨਸ਼ਾਦਰ ਦੇ ਤੇਜ਼ਾਬ ਵਿੱਚ ਬਦਲ ਕੇ ਇਹਨਾਂ ਤੋਂ ਲੋੜੀਂਦਾ ਨਾਈਟ੍ਰੇਟ ਤਿਆਰ ਕਰ ਲੈਂਦਾ ਹੈ। ਇਸੇ ਤਰ੍ਹਾਂ ਕਾਰਬਨ ਚੱਕਰ ਹੈ। ਪੌਦੇ ਹਵਾ ਵਿਚਲੀ ਕਾਰਬਨ ਡਾਈਆਕਸਾਈਡ ਤੋਂ ਕਾਰਬਨ ਪ੍ਰਾਪਤ ਕਰਦੇ ਹਨ ਅਤੇ ਇਸ ਨੂੰ ਖੰਡ ਜਾਂ ਨਿਸ਼ਾਸਤੇ ਵਿੱਚ ਬਦਲ ਦਿੰਦੇ ਹਨ। ਜੀਵ ਇਸ ਨੂੰ ਖਾ ਕੇ ਫਿਰ ਕਾਰਬਨ ਡਾਈਆਕਸਾਈਡ ਦੇ ਰੂਪ ਵਿੱਚ ਸਾਹ ਰਾਹੀਂ ਬਾਹਰ ਕੱਢ ਦਿੰਦੇ ਹਨ। ਲੱਕੜਾਂ ਜਾਂ ਕੋਇਲੇ ਵੀ ਸਾੜੇ ਜਾਣ ਪਿੱਛੋਂ ਕਾਰਬਨ ਡਾਈਆਕਸਾਈਡ ਵਿੱਚ ਬਦਲ ਜਾਂਦੇ ਹਨ। ਇਸ ਕਾਰਬਨ ਡਾਈਆਕਸਾਈਡ ਨੂੰ ਪੌਦੇ ਮੁੜ ਆਪਣੇ ਵੱਲ ਖਿੱਚ ਲੈਂਦੇ ਹਨ। ਵਾਯੂਮੰਡਲ ਪੌਦਿਆਂ ਦੀ ਖੁਰਾਕ ਦਾ ਇੱਕ ਅਸਗਾਹ ਸਮੁੰਦਰ ਹੈ। ਪੌਦੇ ਇਸ ਤੋਂ ਖੁਰਾਕ ਖਿੱਚਦੇ ਹਨ, ਉਹੀ ਖੁਰਾਕ ਜੀਵ ਫਿਰ ਇਸ ਵਿੱਚ ਮੋੜ ਦਿੰਦੇ ਹਨ। ਧਰਤੀ ਵਿੱਚ ਕਾਰਬਨ ਦੇ ਵੱਡੇ ਵੱਡੇ ਜ਼ਖੀਰੇ ਪੱਥਰ ਦੇ ਕੋਇਲੇ ਦੇ ਰੂਪ ਵਿੱਚ, ਚਾਕ ਦੇ ਰੂਪ ਵਿੱਚ, ਮਰੇ ਹੋਏ ਜੀਵਾਂ ਦੀਆਂ ਹੱਡੀਆਂ ਦੇ ਢਾਂਚਿਆਂ ਦੇ ਰੂਪ ਵਿੱਚ ਮੌਜੂਦ ਹਨ। ਮਨੁੱਖ ਕਾਰਬਨ ਦੇ ਖਜ਼ਾਨੇ ਨੂੰ ਆਪਣੀਆਂ ਮਸ਼ੀਨਾਂ ਚਲਾਉਣ ਲਈ ਦਵਾ ਦਵ ਵਰਤੀ ਜਾਂਦਾ ਹੈ। ਜਦ ਇਹ ਖਜ਼ਾਨਾ ਖਤਮ ਹੋ ਜਾਏਗਾ ਤਾਂ ਪਾਣੀ ਦੀ ਸ਼ਕਤੀ ਨੂੰ ਬਿਜਲੀ ਵਿੱਚ ਵਰਤ ਕੇ ਕਾਰਬਨ ਦੇ ਘਾਟੇ ਨੂੰ ਪੂਰਾ ਕਰ ਸਕੇਗਾ। ਵਾਇਰਸ। ਜਰਮਾਂ ਜਾਂ ਕੀਟਾਣੂਆਂ ਤੋਂ ਹੀ ਬਹੁਤ ਛੋਟੇ ਜੀਵ ਹੁੰਦੇ ਹਨ ਜੋ ਮਾਈਕਰੋਸਕੋਪ ਦੁਆਰਾ ਵੀ ਨਜ਼ਰ ਨਹੀਂ ਆਉਂਦੇ। ਇਹ ਜੀਵ ਬੜੇ ਖਤਰਨਾਕ ਰੋਗਾਂ ਦਾ ਕਾਰਨ ਬਣਦੇ ਹਨ। ਇਹਨਾਂ ਜੀਵਾਂ ਨੂੰ ਵਾਇਰਸ ਕਹਿੰਦੇ ਹਨ। ਵਿਗਿਆਨਕ ਇਹਨਾਂ ਜੀਵਾਂ ਬਾਰੇ ਡੂੰਘੀ ਖੋਜ ਵਿੱਚ ਰੁੱਝੇ ਹੋਏ ਹਨ। ਬਹੁਤ ਬਰੀਕ ਹੋਣ ਕਰਕੇ ਇਹਨਾਂ ਦੀ ਖੋਜ ਦੇ ਰਾਹ ਵਿੱਚ ਬੜੀਆਂ ਔਕੜਾਂ ਪੇਸ਼ ਆ ਰਹੀਆਂ ਹਨ, ਪਰ ਇਹ ਔਕੜਾਂ ਦੇ ਬਾਵਜੂਦ ਵੀ ਇਹ ਖੋਜ ਲਈ ਬੜੇ ਲਾਭਦਾਇਕ ਸਿੱਧ ਹੋਏਗੀ, ਕਿਉਂਕਿ ਜਿਨ੍ਹਾਂ ਰੋਗਾਂ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਉਹ ਸ਼ਾਇਦ ਇਸ ਵਾਇਰਸ ਦੀ ਖੋਜ ਦੁਆਰਾ ਪਤਾ ਲੱਗ ਜਾਵੇ। ਜਰਮ ਅਤੇ ਫਸਲਾਂ। ਕਈ ਕੀਟਾਣੂ ਦੁੱਧ, ਪਨੀਰ, ਅਨਾਜ, ਫਲਾਂ ਆਦਿ ਨੂੰ ਖਰਾਬ ਕਰਦੇ ਹਨ ਅਤੇ ਰੋਟੀ 'ਤੇ ਹਰੇ ਪਿਆਜ਼ ਜਾਂ ਘੁਸਮੈਲੇ ਜਿਹੇ ਨਿਸ਼ਾਨ ਛੱਡ ਜਾਂਦੇ ਹਨ। ਤੇਲ, ਕਰੀਮ ਅਤੇ ਮੱਖਣ ਵਿੱਚ ਹਬਕ ਜਿਹੀ ਪੈਦਾ ਕਰ ਦਿੰਦੇ ਹਨ। ਆਟੇ, ਆਂਡਿਆਂ, ਫਲਾਂ ਅਤੇ ਸਬਜ਼ੀਆਂ ਨੂੰ ਗਾਲ ਦਿੰਦੇ ਹਨ। ਜੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਖਾ ਲਿਆ ਜਾਏ ਤਾਂ ਸਾਡੇ ਸਰੀਰ ਵਿੱਚ ਜ਼ਹਿਰ ਫੈਲ ਜਾਣ ਦਾ ਖਤਰਾ ਹੋ ਜਾਂਦਾ ਹੈ। ਕਈ ਕੀਟਾਣੂ ਖੁਰਾਕ ਨੂੰ ਜ਼ਹਿਰੀਲਾ ਤਾਂ ਨਹੀਂ ਬਣਾਉਂਦੇ, ਪਰ ਬੇਸਵਾਦੀ ਜ਼ਰੂਰ ਕਰ ਦਿੰਦੇ ਹਨ। ਕਈ ਹੋਰ ਕੀਟਾਣੂ ਹੁੰਦੇ ਹਨ ਜੋ ਦੂਜੇ ਜੀਵਾਂ 'ਤੇ ਪਲਦੇ ਹਨ। ਇਹ ਕੀਟਾਣੂ ਫਸਲਾਂ ਨੂੰ ਤਬਾਹ ਕਰਦੇ ਹਨ। ਲੱਖਾਂ ਮਣ ਕਣਕ, ਰਾਈ, ਬਾਜਰਾ, ਜੌਂ ਆਦਿ ਇਹਨਾਂ ਕਾਰਨ ਬਿਮਾਰੀਆਂ ਦੇ ਦਿਨਾਂ ਵਿੱਚ ਜ਼ਾਇਆ ਹੋ ਜਾਂਦੇ ਹਨ, ਜਿਸ ਨਾਲ ਜਿੱਥੇ ਕਿਸਾਨ ਨੂੰ ਪੈਸੇ ਦਾ ਨੁਕਸਾਨ ਹੁੰਦਾ ਹੈ, ਉੱਥੇ ਮਨੁੱਖ ਲਈ ਖੁਰਾਕ ਦਾ ਘਾਟਾ ਹੋ ਜਾਂਦਾ ਹੈ।
ਫਸਲ ਨੂੰ ਤਬਾਹ ਕਰਨ ਵਾਲਾ ਫੰਗਸ ਨਾਂ ਦਾ ਇੱਕ ਕੀਟਾਣੂ ਹੁੰਦਾ ਹੈ ਜੋ ਹਵਾ ਰਾਹੀਂ ਉੱਡ ਕੇ ਅਨਾਜ ਦੇ ਤਣੇ ਅਤੇ ਪੱਤਿਆਂ 'ਤੇ ਆ ਬੈਠਦਾ ਹੈ, ਜਿੱਥੇ ਉਹ ਲਾਲ ਰੰਗ ਦੀ ਬਰੂਰੀ ਜਿਹੀ ਤੋਂ ਬਾਅਦ ਵਿੱਚ ਕਾਲੀ ਹੋ ਜਾਂਦੀ ਹੈ ਅਤੇ ਛੱਡੀ ਜਾਂਦਾ ਹੈ। ਉਹ ਹੌਲੀ ਹੌਲੀ ਪੌਦੇ ਦੇ ਪੱਤਿਆਂ ਅਤੇ ਤਣੇ ਅੰਦਰ ਧੱਸ ਜਾਂਦੀ ਹੈ ਅਤੇ ਉਹ ਸਾਰੀ ਖੁਰਾਕ ਖਾ ਜਾਂਦੀ ਹੈ ਜੋ ਪੌਦੇ ਲਈ ਪਾਲਣਾ ਲਈ ਜ਼ਰੂਰੀ ਹੁੰਦੀ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਿੱਟੇ ਵਿੱਚ ਨਾ ਕੇਵਲ ਬਹੁਤ ਘੱਟ ਬਲਕਿ ਸੁੱਕੇ ਬੀਜ ਸੜੇ ਪੈਂਦੇ ਹਨ। ਪੌਦਿਆਂ ਦੀ ਇੱਕ ਹੋਰ ਬਿਮਾਰੀ ਵੀ ਹੈ ਜੋ ਕਣਕ ਵਿੱਚ ਫੈਲਦੀ ਹੈ। ਇਸ ਬਿਮਾਰੀ ਦਾ ਕੀਟਾਣੂ ਵੀ ਫੰਗਸ ਕਿਸਮ ਦਾ ਹੈ ਅਤੇ ਬੀਜ ਨੂੰ ਸਾੜ ਕੇ ਕਾਲਾ ਜਿਹਾ ਪਾਊਡਰ ਬਣਾ ਦਿੰਦਾ ਹੈ। ਕਣਕ ਨੂੰ ਛੱਟਣ ਵੇਲੇ ਇਸ ਪਾਊਡਰ ਦੇ ਕਿਣਕੇ ਹਵਾ ਵਿੱਚ ਉੱਡ ਕੇ ਕਈ ਮੀਲ ਦੂਰ ਚਲੇ ਜਾਂਦੇ ਹਨ ਅਤੇ ਨਵੀਂ ਉੱਗ ਰਹੀ ਕਣਕ ਦੇ ਤਣੇ 'ਤੇ ਬੈਠ ਜਾਂਦੇ ਹਨ ਅਤੇ ਉਹਦੇ ਵਧਣ ਨਾਲ ਹੀ ਇਹਨਾਂ ਉੱਪਰ ਵੱਲ ਫੈਲਦੇ ਜਾਂਦੇ ਹਨ। ਇਸ ਨਾਲ ਇੱਕ ਤਾਂ ਪੌਦਾ ਠੀਕ ਤਰ੍ਹਾਂ ਨਹੀਂ ਵੱਧਦਾ, ਦੂਜੇ ਉਸ ਦਾ ਬੀਜ ਸੜ ਕੇ ਸੁਆਹ ਹੋ ਜਾਂਦਾ ਹੈ। ਇਹ ਫੰਗਸ ਰੂਪੀ ਕੀਟਾਣੂ ਬਰਾਬਰੀ ਨਾਂ ਦੀ ਇੱਕ ਬੂਟੀ 'ਤੇ ਪਲਦੇ ਹਨ। ਇਸ ਨੂੰ ਨਾਸ ਕਰਨ ਦਾ ਤਰੀਕਾ ਇਹ ਹੈ ਕਿ ਉਸ ਬੂਟੀ ਨੂੰ ਉਸ 'ਤੇ ਖਾਸ ਕਿਸਮ ਦੇ ਰਸਾਇਣਿਕ ਪਦਾਰਥ ਛਿੜਕ ਕੇ ਨਸ਼ਟ ਕਰ ਦਿੱਤਾ ਜਾਏ। ਉਸ ਤੋਂ ਬਚਾਅ ਦਾ ਦੂਜਾ ਤਰੀਕਾ ਇਹ ਹੈ ਕਿ ਕਣਕ ਦਾ ਬੀਜ ਤੰਦਰੁਸਤ ਹੋਣਾ ਚਾਹੀਦਾ ਹੈ ਤਾਂ ਜੋ ਉਹ ਇਸ ਬਿਮਾਰੀ ਦੀ ਸਫਲਤਾ ਨਾਲ ਟੱਕਰਾ ਕਰ ਸਕੇ। ਆਲੂਆਂ ਦੀ ਫਸਲ ਨੂੰ ਵੀ ਫੰਗਸ ਨਸ਼ਟ ਕਰ ਦਿੰਦਾ ਹੈ। ਇਹ ਫੰਗਸ ਦੇ ਸਪੋਰਸ ਅਗਲੇ ਸਾਲ ਬੀਜਣ ਲਈ ਰੱਖੇ ਆਲੂਆਂ ਉੱਪਰ ਚੁੱਪਚਾਪ ਬੈਠੇ ਰਹਿੰਦੇ ਹਨ ਅਤੇ ਜਦ ਉਹਨਾਂ ਨੂੰ ਬੀਜਿਆ ਜਾਂਦਾ ਹੈ ਤਾਂ ਉਹ ਚਤੰਨ ਹੋ ਕੇ ਬੂਟੇ ਨੂੰ ਸਾੜਨਾ ਸ਼ੁਰੂ ਕਰ ਦਿੰਦੇ ਹਨ। ਇਸ ਬਿਮਾਰੀ ਨੂੰ ਰੋਕਣ ਦਾ ਇੱਕ ਤਰੀਕਾ ਇਹ ਹੈ ਕਿ ਬੀਜਣ ਲਈ ਰੱਖੇ ਹੋਏ ਖਰਾਬ ਆਲੂਆਂ ਨੂੰ ਸੁੱਟ ਦਿੱਤਾ ਜਾਏ। ਦੂਜਾ ਇਹ ਹੈ ਕਿ ਉਹਨਾਂ 'ਤੇ ਫੰਗਸ ਨੂੰ ਮਾਰਨ ਵਾਲੇ ਰਸਾਇਣਿਕ ਪਦਾਰਥ ਛਿੜਕ ਦਿੱਤੇ ਜਾਣ। ਵਾਇਰਸ ਤੰਬਾਕੂ, ਸ਼ੱਕਰਕੰਦੀ, ਟਮਾਟਰ, ਕੱਦੂ ਅਤੇ ਪਾਲਕ ਦੀ ਫਸਲ ਤਬਾਹ ਕਰ ਦਿੰਦਾ ਹੈ। ਕਈ ਕਿਸਮ ਦੇ ਬੈਕਟੀਰੀਆ ਵੀ ਗਾਜਰ, ਸ਼ਲਗਮ, ਫੁੱਲ ਗੋਭੀ ਅਤੇ ਚੁਕੰਦਰ ਨੂੰ ਖਰਾਬ ਕਰ ਦਿੰਦੇ ਹਨ। ਬਨਸਪਤੀ ਦੀਆਂ ਇਹਨਾਂ ਸਭ ਘਾਤਕ ਬਿਮਾਰੀਆਂ ਦਾ ਇਲਾਜ ਇੱਕ ਤਾਂ ਇਹ ਹੈ ਕਿ ਬਿਮਾਰ ਬੀਜ ਨਸ਼ਟ ਕਰ ਦਿੱਤੇ ਜਾਣ ਅਤੇ ਨਵੀਂ ਉੱਗ ਰਹੀ ਫਸਲ 'ਤੇ ਖਾਸ ਕਿਸਮ ਦੀਆਂ ਜਰਮਨਾਸ਼ਕ ਦਵਾਈਆਂ ਛਿੜਕੀਆਂ ਜਾਣ। ਪੈਨਸਿਲਿਨ ਦੀ ਖੋਜ। ਇਸ ਤੋਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਸਾਰੇ ਕੀਟਾਣੂ ਹਾਨੀਕਾਰਕ ਨਹੀਂ ਹੁੰਦੇ, ਸਗੋਂ ਕਈ ਤਾਂ ਬਹੁਤ ਹੀ ਲਾਭਦਾਇਕ ਹੁੰਦੇ ਹਨ ਕਿਉਂਕਿ ਉਹ ਹਾਨੀਕਾਰਕ ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ। ਇਹਨਾਂ ਬਿਮਾਰੀਆਂ ਨੂੰ ਰੋਕਣ ਵਾਲੇ ਬੈਕਟੀਰੀਆ ਬਾਰੇ ਸਕਾਟਲੈਂਡ ਦੇ ਇੱਕ ਪ੍ਰਸਿੱਧ ਵਿਗਿਆਨਿਕ ਅਲੈਗਜ਼ੈਂਡਰ ਫਲੈਮਿੰਗ ਨੂੰ ਅਚਾਨਕ ਹੀ ਪਤਾ ਲੱਗਾ। ਫਲੈਮਿੰਗ ਬਹੁਤ ਚਿਰਾਂ ਤੋਂ ਇੱਕ ਖਾਸ ਕਿਸਮ ਦੇ ਬਿਮਾਰੀਆਂ ਫੈਲਾਉਣ ਵਾਲੇ ਬੈਕਟੀਰੀਆ ਬਾਰੇ ਖੋਜ ਕਰ ਰਿਹਾ ਸੀ। ਉਹਨੇ ਇਸ ਬਰਤਨ ਜਿਨ੍ਹਾਂ ਵਿੱਚ ਪਹਿਲਾਂ ਬੈਕਟੀਰੀਆ ਨੂੰ ਪਾਲ ਰਿਹਾ ਸੀ ਅਣਢੱਕਿਆ ਹੀ ਰਹਿਣ ਦਿੱਤਾ। ਅਚਾਨਕ ਉਹਨਾਂ ਬਰਤਨਾਂ 'ਤੇ ਉੱਲੀ ਲੱਗਣੀ ਸ਼ੁਰੂ ਹੋ ਗਈ। ਉਹਨੇ ਵੇਖਿਆ ਕਿ ਜਿੱਥੇ ਜਿੱਥੇ ਉੱਲੀ ਲੱਗ ਰਹੀ ਸੀ ਉੱਥੇ ਹਾਨੀਕਾਰਕ ਬੈਕਟੀਰੀਆ ਨਸ਼ਟ ਹੋ ਰਹੇ ਸਨ। ਬਾਅਦ ਵਿੱਚ ਪੜਤਾਲ ਰਾਹੀਂ ਉਹਨੂੰ ਪਤਾ ਲੱਗਾ ਕਿ ਉੱਲੀ ਇੱਕ ਖਾਸ ਕਿਸਮ ਦਾ ਪੀਲਾ ਪਦਾਰਥ ਪੈਦਾ ਕਰਦੀ ਹੈ ਜੋ ਬੈਕਟੀਰੀਆ ਨੂੰ ਵਧਣੋਂ ਰੋਕਦਾ ਹੈ। ਫਲੈਮਿੰਗ ਨੇ ਉੱਲੀ ਤੋਂ ਪੈਦਾ ਹੋਏ ਇਸ ਪੀਲੇ ਪਦਾਰਥ ਦਾ ਨਾਮ ਪੈਨਸਿਲਿਨ ਰੱਖਿਆ। ਇਹ ਉੱਲੀ ਗਲੇ ਹੋਏ ਸੇਬਾਂ, ਪੁਰਾਣੀ ਰੋਟੀ ਅਤੇ ਪਨੀਰ 'ਤੇ ਆਮ ਪੈਦਾ ਹੋ ਜਾਂਦੀ ਹੈ। ਇਹ 20ਵੀਂ ਸਦੀ ਦੀ ਇੱਕ ਮਹੱਤਵਪੂਰਨ ਖੋਜ ਹੈ ਜਿਸ ਨੇ ਲੱਖਾਂ ਜ਼ਿੰਦਗੀਆਂ ਬਚਾਈਆਂ। ਇਸ ਤੋਂ ਪਿੱਛੋਂ ਇੱਕ ਹੋਰ ਵਿਗਿਆਨਕ ਹਾਵਰਡ ਫਲੋਰੀ ਨੇ ਇਸ ਪੀਲੇ ਪਦਾਰਥ ਨੂੰ ਉੱਲੀ ਤੋਂ ਅਲੱਗ ਕੀਤਾ, ਜਿਸ ਵਿੱਚੋਂ ਉਹਨਾਂ ਨੇ ਇੱਕ ਹੋਰ ਜਰਮਨ ਵਿਗਿਆਨਕ ਅਰਨਸਟ ਚੇਨ ਦੀ ਸਹਾਇਤਾ ਨਾਲ ਪੈਨਸਿਲਿਨ ਤਿਆਰ ਕੀਤੀ। ਇਹਨਾਂ ਵਿਗਿਆਨਕਾਂ ਨੇ ਪਹਿਲ ਪੈਨਸਿਲਿਨ ਦਾ ਚੂਹਿਆਂ 'ਤੇ ਤਜਰਬਾ ਕੀਤਾ। ਉਹਨਾਂ ਨੇ ਚੂਹਿਆਂ ਨੂੰ ਪਹਿਲਾਂ ਉਹਨਾਂ ਜਰਮਾਂ 'ਤੇ ਜੋ ਚੂਹਿਆਂ ਲਈ ਘਾਤਕ ਹੁੰਦੇ ਹਨ ਟੀਕੇ ਲਾਏ। ਫਿਰ ਉਹਨਾਂ ਵਿੱਚ ਅੱਧਿਆਂ ਨੂੰ ਪੈਨਸਿਲਿਨ ਦੇ ਟੀਕੇ ਲਾਏ। ਉਹਨਾਂ ਵੇਖਿਆ ਕਿ ਜਿਨ੍ਹਾਂ ਚੂਹਿਆਂ ਨੂੰ ਪੈਨਸਿਲਿਨ ਦੇ ਟੀਕੇ ਲਾਏ ਗਏ ਸਨ ਉਹ ਤਾਂ ਬਚ ਗਏ, ਪਰ ਦੂਜੇ ਮੌਤ ਦਾ ਸ਼ਿਕਾਰ ਹੋ ਗਏ। ਇਸ ਪਿੱਛੋਂ 1941 ਵਿੱਚ ਪੈਨਸਿਲਿਨ ਇੱਕ ਪੁਲਿਸ ਦੇ ਸਿਪਾਹੀ 'ਤੇ ਅਜ਼ਮਾਈ ਗਈ ਜੋ ਜ਼ਖਮ ਖਰਾਬ ਹੋਣ ਕਾਰਨ ਮੌਤ ਦੇ ਕਿਨਾਰੇ 'ਤੇ ਸੀ। ਉਹ ਪੈਨਸਿਲਿਨ ਦੇ ਪਹਿਲੇ ਟੀਕੇ ਨਾਲ ਹੀ ਰਾਜੀ ਹੋਣਾ ਸ਼ੁਰੂ ਹੋ ਗਿਆ। ਇਸ ਤਜਰਬੇ ਤੋਂ ਸਪਸ਼ਟ ਹੋ ਗਿਆ ਕਿ ਪੈਨਸਿਲਿਨ ਮਨੁੱਖ ਨੂੰ ਕਿਸੇ ਖਾਸ ਕਿਸਮ ਦਾ ਨੁਕਸਾਨ ਪਹੁੰਚਾਉਣ ਤੋਂ ਬਿਨਾਂ ਉਸ ਅੰਦਰ ਪ੍ਰਵੇਸ਼ ਹੋਏ ਜ਼ਹਿਰੀਲੇ ਪਦਾਰਥ ਜਰਮਾਂ ਨੂੰ ਨਸ਼ਟ ਕਰ ਸਕਦੀ ਹੈ। ਪਰ ਬਦਕਿਸਮਤੀ ਨਾਲ ਉਸ ਵੇਲੇ ਪੈਨਸਿਲਿਨ ਇਤਨੀ ਮਾਤਰਾ ਵਿੱਚ ਨਹੀਂ ਸੀ ਪੈਦਾ ਕੀਤੀ ਜਾ ਸਕਦੀ ਜਿੰਨੀ ਮਾਤਰਾ ਵਿੱਚ ਉਸ ਮਨੁੱਖ ਨੂੰ ਬਚਾਉਣ ਵਾਸਤੇ ਚਾਹੀਦੀ ਸੀ। ਨਤੀਜਾ ਇਹ ਹੋਇਆ ਕਿ ਜਰਮਾਂ ਅਤੇ ਪੈਨਸਿਲਿਨ ਦੇ ਘੋਲ ਵਿੱਚ ਜਰਮ ਜਿੱਤ ਗਏ ਅਤੇ ਉਹ ਆਦਮੀ ਬਚ ਨਾ ਸਕਿਆ। ਹੁਣ ਸਵਾਲ ਇਹ ਸੀ ਕਿ ਪੈਨਸਿਲਿਨ ਕਿਵੇਂ ਇਤਨੀ ਮਾਤਰਾ ਵਿੱਚ ਤਿਆਰ ਕੀਤੀ ਜਾਵੇ ਕਿ ਉਹ ਲਾਭਦਾਇਕ ਸਾਬਤ ਹੋ ਸਕੇ। ਅਮਰੀਕਾ ਦੀ ਪ੍ਰਸਿੱਧ ਸੰਸਥਾ ਰੌਕਫੈਲਰ ਇੰਸਟੀਚਿਊਟ ਇਸ ਮੌਕੇ 'ਤੇ ਪੂਰਾ ਉਤਰੀ ਅਤੇ ਪੈਨਸਿਲਿਨ ਨੂੰ ਵੱਡੇ ਪੈਮਾਨੇ 'ਤੇ ਤਿਆਰ ਕਰਨ ਦਾ ਕੰਮ ਸਿਰੇ ਚੜ੍ਹ ਗਿਆ। ਪੈਨਸਿਲਿਨ ਇੱਕ ਕਿਸਮ ਸਭ ਤੋਂ ਉੱਤਮ ਅਤੇ ਸ਼ਕਤੀਸ਼ਾਲੀ ਐਂਟੀਬਾਇਓਟਿਕ ਹੈ। ਐਂਟੀਬਾਇਓਟਿਕ ਦਾ ਭਾਵ ਹੈ ਕਿ ਜੀਵਨ ਦੇ ਵਿਰੁੱਧ, ਦੂਜੇ ਸ਼ਬਦਾਂ ਵਿੱਚ ਜਰਮਾਂ ਦੇ ਜੀਵਨ ਦੇ ਵਿਰੁੱਧ ਟੱਕਰਾ ਕਰਨ ਵਾਲੀ ਦਵਾਈ। ਨਮੂਨੀਏ, ਖਰਾਬ ਹੋਏ ਜ਼ਖਮ, ਗਲੇ ਦੀ ਖਰਾਬੀ ਅਤੇ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਪੈਨਸਿਲਿਨ ਬੜੀ ਲਾਭਦਾਇਕ ਸਿੱਧ ਹੋਈ ਹੈ। ਇਸ ਦਵਾਈ ਦੀ ਖੋਜ ਦੇ ਕਾਰਨ ਚੇਨ ਅਤੇ ਫਲੈਮਿੰਗ ਨੂੰ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਨੋਬਲ ਪ੍ਰਾਈਜ਼ ਮਿਲਿਆ। ਐਂਟੀਬਾਇਓਟਿਕ ਦੀ ਖੋਜ। ਪੈਨਸਿਲਿਨ ਦੀ ਖੋਜ ਪਿੱਛੋਂ ਵਿਗਿਆਨਕ ਕਈ ਹੋਰ ਐਂਟੀਬਾਇਓਟਿਕਸ ਦੀ ਭਾਲ ਵਿੱਚ ਲੱਗ ਗਏ ਜੋ ਉਹਨਾਂ ਰੋਗਾਂ ਨੂੰ ਠੀਕ ਕਰਨ ਲਈ ਜਿਨ੍ਹਾਂ 'ਤੇ ਪੈਨਸਿਲਿਨ ਕਾਟ ਨਹੀਂ ਸੀ ਕਰਦੀ।
1943 ਵਿੱਚ ਪਹਿਲੀ ਵਾਰ ਵਿਗਿਆਨਕ ਉਸ ਦਵਾਈ ਨੂੰ ਲੱਭਣ ਵਿੱਚ ਸਫਲ ਹੋ ਗਏ ਜੋ ਉਹਨਾਂ ਬੈਕਟੀਰੀਆ ਨੂੰ ਵੀ ਨਸ਼ਟ ਕਰ ਦਿੰਦੀ ਹੈ ਜਿਨ੍ਹਾਂ 'ਤੇ ਪੈਨਸਿਲਿਨ ਕੋਈ ਅਸਰ ਨਹੀਂ ਸੀ ਕਰਦੀ। ਇਸ ਦਵਾਈ ਦਾ ਨਾਂ ਸਟ੍ਰੈਪਟੋਮਾਈਸਿਨ ਰੱਖਿਆ ਗਿਆ। ਇਹ ਹੈਜ਼ੇ, ਪਲੇਗ, ਕਾਲੀ ਖਾਂਸੀ ਅਤੇ ਟਾਈਫਾਇਡ ਨੂੰ ਜੜ੍ਹੋਂ ਉਖੇੜ ਕੇ ਰੱਖ ਦਿੰਦੀ ਹੈ ਅਤੇ ਖੰਘ ਤਾਪ ਦੇ ਇਲਾਜ ਵਿੱਚ ਕਿਸੇ ਹੱਦ ਤੱਕ ਸਹਾਇਤਾ ਕਰ ਦਿੰਦੀ ਹੈ। ਉਹ ਦਵਾਈਆਂ ਜਿਨ੍ਹਾਂ ਨੂੰ ਐਂਟੀਬਾਇਓਟਿਕਸ ਕਹਿੰਦੇ ਹਨ ਜਿਉਂਦੇ ਕੀਟਾਣੂਆਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸ ਦੇ ਉਲਟ ਦਵਾਈਆਂ ਜਿਨ੍ਹਾਂ ਨੂੰ ਸਲਫਰ ਡਰੱਗ ਕਹਿੰਦੇ ਸਨ ਰਸਾਇਣਿਕ ਪਦਾਰਥਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਪੈਨਸਿਲਿਨ ਅਤੇ ਸਟ੍ਰੈਪਟੋਮਾਈਸਿਨ ਤੋਂ ਇਲਾਵਾ ਦੋ ਹੋਰ ਐਂਟੀਬਾਇਓਟਿਕਸ ਤਿਆਰ ਕੀਤੇ ਗਏ ਹਨ। ਇਹ ਹਨ ਐਰੋਮਾਈਸਿਨ ਅਤੇ ਕਲੋਰੋਮਾਈਸੇਟਿਨ ਜੋ ਵਾਇਰਸ ਤੋਂ ਉਤਪੰਨ ਹੋਈਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ। ਪਰ ਹਾਲੇ ਤੱਕ ਇਨਫਲੂਐਂਜ਼ਾ, ਜ਼ੁਕਾਮ ਅਤੇ ਹੋਰ ਵਾਇਰਸ ਤੋਂ ਉਤਪੰਨ ਹੋਈਆਂ ਬਿਮਾਰੀਆਂ ਦਾ ਇਲਾਜ ਨਹੀਂ ਲੱਭਾ। ਉਹਨਾਂ ਐਂਟੀਬਾਇਓਟਿਕਸ ਦੀ ਬੜੇ ਜ਼ੋਰਾਂ ਵਿੱਚ ਖੋਜ ਕੀਤੀ ਜਾ ਰਹੀ ਹੈ ਜੋ ਰਸੌਲੀ ਦਾ ਇਲਾਜ ਕਰਨ ਬਣਦੇ ਹੋਣ। ਬੈਕਟੀਰੀਆ ਅਤੇ ਮਨੁੱਖ ਸੋਚ ਸਮਝ ਦੁਆਰਾ ਆਪਣੇ ਆਸ-ਪਾਸ ਦੀ ਦੁਨੀਆ ਬਾਰੇ ਨਵੀਂ ਜਾਣਕਾਰੀ ਪ੍ਰਾਪਤ ਕਰਦਾ ਰਿਹਾ ਹੈ ਅਤੇ ਜਿੰਨੀ ਜ਼ਿਆਦਾ ਜਾਣਕਾਰੀ ਉਹ ਪ੍ਰਾਪਤ ਕਰਦਾ ਰਿਹਾ ਹੈ ਉਤਨੀ ਹੀ ਕੁਦਰਤ ਦੀਆਂ ਸ਼ਕਤੀਆਂ 'ਤੇ ਕਾਬੂ ਪਾਉਂਦਾ ਰਿਹਾ ਹੈ, ਉਹਨਾਂ ਨੂੰ ਆਪਣੀ ਬਿਹਤਰੀ ਅਤੇ ਤਰੱਕੀ ਲਈ ਵਰਤਦਾ ਰਿਹਾ ਹੈ। ਇਸੇ ਤਰ੍ਹਾਂ ਉਹ ਬੈਕਟੀਰੀਆ ਬਾਰੇ ਜਿੰਨੀ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਦਾ ਗਿਆ ਉਤਨਾ ਹੀ ਉਹ ਬੈਕਟੀਰੀਆ ਨੂੰ ਆਪਣੇ ਵੱਸ ਵਿੱਚ ਕਰਦਾ ਗਿਆ ਹੈ। ਮਨੁੱਖ ਦਾ ਇਤਿਹਾਸ ਲਗਭਗ 5-6 ਹਜ਼ਾਰ ਸਾਲ ਪੁਰਾਣਾ ਹੈ। ਉਸ ਸਮੇਂ ਤੋਂ ਹੀ ਉਹ ਫਲਾਂ ਤੋਂ ਸ਼ਰਾਬ ਬਣਾਉਂਦਾ ਰਿਹਾ ਹੈ। ਪ੍ਰਾਚੀਨ ਮਿਸਰੀ, ਭਾਰਤੀ, ਚੀਨੀ, ਯੂਨਾਨੀ ਅਤੇ ਰੋਮਨ ਸਭ ਸ਼ਰਾਬ ਦੀ ਵਰਤੋਂ ਕਰਦੇ ਸਨ। ਉਹ ਸ਼ਰਾਬ ਨੂੰ ਸਿਰਕੇ ਵਿੱਚ ਬਦਲ ਜਾਣ ਤੋਂ ਬਚਾਉਣ ਲਈ ਸ਼ਰਾਬ ਰੱਖਣ ਵਾਲੇ ਬਰਤਨ ਦਾ ਮੂੰਹ ਸੌੜਾ ਬਣਾਉਂਦੇ ਸਨ ਅਤੇ ਉਸ ਨੂੰ ਬਾਹਰਲੀ ਹਵਾ ਦੇ ਅਸਰ ਤੋਂ ਬਚਾਉਣ ਲਈ ਉਸ ਵਿੱਚ ਬਰਤਨਾਂ ਦੇ ਢੱਕਣ ਲੁੱਕ ਜਾਂ ਜੈਤੂਨ ਦੇ ਤੇਲ ਨਾਲ ਚਿਪਕਾ ਦਿੰਦੇ ਸਨ। ਭਾਵੇਂ ਉਹ ਇਸ ਦਾ ਕਾਰਨ ਨਹੀਂ ਸਨ ਜਾਣਦੇ, ਪਰ ਉਹਨਾਂ ਨੂੰ ਇਹ ਜ਼ਰੂਰ ਪਤਾ ਸੀ ਕਿ ਜੇ ਸ਼ਰਾਬ 'ਤੇ ਬਾਹਰਲੀ ਹਵਾ ਦਾ ਅਸਰ ਨਾ ਹੋਣ ਦਿੱਤਾ ਜਾਏ ਤਾਂ ਸ਼ਰਾਬ ਠੀਕ ਰਹਿੰਦੀ ਹੈ। ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਜੇ ਆਟਾ ਗੁੰਨ ਕੇ ਨਿੱਘੀ ਥਾਂ ਰੱਖਿਆ ਜਾਏ ਤਾਂ ਉਸ ਵਿੱਚ ਖਮੀਰ ਉੱਠ ਪੈਂਦਾ ਹੈ। ਇਹ ਪਰਿਵਰਤਨ ਹਵਾ ਵਿੱਚ ਉੱਡ ਰਹੇ ਖਮੀਰ ਦੇ ਕੀਟਾਣੂਆਂ ਕਾਰਨ ਹੁੰਦਾ ਸੀ, ਪਰ ਉਹ ਇਸ ਨੂੰ ਸਹੀ ਨਹੀਂ ਸਨ ਜਾਣਦੇ। ਬੈਕਟੀਰੀਆ ਅਤੇ ਇਤਿਹਾਸ। ਉਹ ਬੈਕਟੀਰੀਆ ਜਿਹੜੇ ਜੀਵਾਂ 'ਤੇ ਪਲਦੇ ਹਨ ਬਿਮਾਰੀਆਂ ਦਾ ਕਾਰਨ ਬਣਦੇ ਹਨ। ਮਿਸਾਲ ਦੇ ਤੌਰ 'ਤੇ 14ਵੀਂ ਸਦੀ ਵਿੱਚ ਜੋ ਪਲੇਗ ਮਹਾਂਮਾਰੀ ਦੇ ਰੂਪ ਵਿੱਚ ਫੈਲੀ ਸੀ ਉਸ ਨਾਲ 3-4 ਕਰੋੜ ਦੇ ਲਗਭਗ ਲੋਕ ਮਾਰੇ ਗਏ ਸਨ। ਇਸ ਨਾਲ ਉਸ ਸਮੇਂ ਯੂਰਪ ਦੀ ਤਕਰੀਬਨ 1/3 ਆਬਾਦੀ ਬਿਲਕੁਲ ਖਤਮ ਹੋ ਗਈ ਸੀ। ਇਸ ਬਿਮਾਰੀ ਨੂੰ ਪੈਦਾ ਕਰਨ ਵਾਲੇ ਬੈਕਟੀਰੀਆ ਸਿੱਧਾ ਮਨੁੱਖ 'ਤੇ ਤਾਂ ਹਮਲਾ ਨਹੀਂ ਸਨ ਕਰਦੇ, ਉਹ ਜਾਂ ਤਾਂ ਉਸਦੇ ਪਸ਼ੂਆਂ ਜਾਂ ਫਸਲਾਂ ਨੂੰ ਨਸ਼ਟ ਕਰ ਦਿੰਦੇ ਸਨ। ਇਸ ਦਾ ਨਤੀਜਾ ਇਹ ਹੁੰਦਾ ਸੀ ਕਿ ਕਾਲ ਪੈ ਜਾਂਦਾ ਸੀ ਜਿਸ ਨਾਲ ਮਨੁੱਖ ਭੁੱਖੇ ਮਰ ਜਾਂਦੇ ਸਨ। ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਬੈਕਟੀਰੀਆ ਨੇ ਇਤਿਹਾਸ ਦਾ ਰੁੱਖ ਹੀ ਬਦਲ ਕੇ ਰੱਖ ਦਿੱਤਾ ਹੈ। ਕਿਸੇ ਹੱਦ ਤੱਕ ਇਹ ਗੱਲ ਠੀਕ ਵੀ ਹੈ। ਰੋਮਨ ਸਾਮਰਾਜ ਦਾ ਅੰਤ ਨਾ ਕੇਵਲ ਗੁਲਾਮਾਂ ਦੇ ਗਦਰ ਕਰਕੇ ਬਲਕਿ ਰੋਮ ਵਿੱਚ ਪਲੇਗ ਦੀ ਬਿਮਾਰੀ ਫੈਲ ਜਾਣ ਕਰਕੇ ਹੋਇਆ ਹੈ। ਫਿਰ ਉਤਨੇ ਮਨੁੱਖ ਲੜਾਈ ਵਿੱਚ ਗੋਲੀਆਂ ਨਾਲ ਨਹੀਂ ਮਰੇ ਜਿੰਨੇ ਟਾਈਫਸ ਦੀ ਬਿਮਾਰੀ ਨਾਲ ਮਰੇ ਹੋਣਗੇ। 532 ਈਸਵੀ ਵਿੱਚ ਜਦੋਂ ਜਸਟੀਨੀਅਨ ਪਹਿਲਾਂ ਕੁਸਤੁਨਤਨੀਆ 'ਤੇ ਰਾਜ ਕਰਦਾ ਸੀ, ਪਲੇਗ ਦੀ ਵਬਾ ਉਸ ਸ਼ਹਿਰ ਵਿੱਚ ਫੈਲ ਗਈ। ਉੱਥੋਂ ਇਹ ਬਿਮਾਰੀ ਫੈਲ ਕੇ ਇਟਲੀ ਤੱਕ ਪਹੁੰਚ ਗਈ ਅਤੇ ਫਿਰ ਸਾਰੇ ਯੂਰਪ ਵਿੱਚ ਫੈਲ ਗਈ ਅਤੇ ਯੂਰਪ ਦੀ ਆਬਾਦੀ ਦਾ ਬਹੁਤ ਸਾਰਾ ਹਿੱਸਾ ਤਬਾਹ ਹੋ ਗਿਆ। ਬਰਤਾਨਵੀ ਜਹਾਜ਼ਾਂ ਨੂੰ ਬਣਾਉਣ ਵਾਲੇ ਇੰਜੀਨੀਅਰ ਇੱਕ ਬੈਕਟੀਰੀਆ ਤੋਂ ਜੋ ਲੱਕੜੀ ਨੂੰ ਗਾਲ ਦਿੰਦਾ ਸੀ ਕਈ ਸਦੀਆਂ ਤੱਕ ਤੰਗ ਰਹੇ। ਇਸ ਕਾਰਨ ਬਹੁਤ ਸਾਰੇ ਸਮੁੰਦਰੀ ਜਹਾਜ਼ ਸਮੁੰਦਰ ਵਿੱਚ ਹੀ ਡੁੱਬ ਜਾਂਦੇ ਸਨ ਅਤੇ ਜਹਾਜ਼ੀ ਮੌਤ ਦਾ ਸ਼ਿਕਾਰ ਹੋ ਜਾਂਦੇ ਸਨ। ਉਤਨੇ ਜਹਾਜ਼ ਸਗੋਂ ਤੂਫਾਨਾਂ ਵਿੱਚ ਤਬਾਹ ਨਹੀਂ ਹੋਏ ਹੋਣੇ ਜਿੰਨੇ ਕਿ ਲੱਕੜੀ ਦੇ ਇਸ ਤਰ੍ਹਾਂ ਗਲ ਸੜ ਜਾਣ ਨਾਲ। ਮੱਧਕਾਲ ਵਿੱਚ ਬਹੁਤ ਸਾਰੇ ਮਨੁੱਖ ਖੁਰਾਕ ਰਾਹੀਂ ਜ਼ਹਿਰ ਫੈਲ ਜਾਣ ਨਾਲ ਮਰ ਜਾਂਦੇ ਸਨ। ਇੱਕ ਖਾਸ ਕਿਸਮ ਦੀ ਉੱਲੀ ਜਿਸ ਦਾ ਨਾਂ ਐਰਗੋਟ ਹੈ ਅਨਾਜ ਨੂੰ ਲੱਗ ਜਾਂਦੀ ਸੀ। ਇਸ ਅਨਾਜ ਤੋਂ ਤਿਆਰ ਕੀਤੀ ਗਈ ਰੋਟੀ ਨੂੰ ਖਾ ਕੇ ਕਈਆਂ ਮਨੁੱਖਾਂ ਦੇ ਮਿਰਗੀ ਦਾ ਦੌਰਾ ਪੈਣ ਲੱਗ ਜਾਂਦਾ ਸੀ। ਫਿਰ ਉਹ ਬੜਾ ਔਖਿਆਂ ਹੋ ਕੇ ਮਰਦੇ ਸਨ। ਉੱਪਰਲੀਆਂ ਇਹਨਾਂ ਇਤਿਹਾਸਿਕ ਘਟਨਾਵਾਂ ਤੋਂ ਸਾਬਤ ਹੁੰਦਾ ਹੈ ਕਿ ਭਾਵੇਂ ਬੈਕਟੀਰੀਆ ਨੇ ਇਤਿਹਾਸ ਵਿੱਚ ਮੋੜ ਬੇਸ਼ੱਕ ਨਾ ਲਿਆਂਦਾ ਹੋਵੇ, ਪਰ ਉਸ ਕਾਰਨ ਮਨੁੱਖ ਦੇ ਜੀਵਨ ਵਿੱਚ ਕਈ ਪਰਿਵਰਤਨ ਜ਼ਰੂਰ ਆ ਗਏ ਹਨ। ਵਿਗਿਆਨ ਬਾਰੇ ਗਿਆਨ ਨਾ ਹੋਣ ਕਰਕੇ ਇਹਨਾਂ ਸੂਖਮ ਅਤੇ ਅਦ੍ਰਿਸ਼ਟ ਵੈਰੀਆਂ ਸਾਹਮਣੇ ਮਨੁੱਖ ਬਿਲਕੁਲ ਬੇਬਸ ਹੁੰਦਾ ਸੀ। ਬਿਮਾਰੀ, ਮੌਤ ਅਤੇ ਕਾਲ ਤੋਂ ਬਚਣ ਲਈ ਪਹਿਲਾਂ ਲੋਕ ਆਪਣਾ ਘਰ-ਬਾਰ ਛੱਡ ਕੇ ਕਿਸੇ ਹੋਰ ਥਾਂ ਜਾ ਵਸਦੇ ਸਨ, ਪਰ ਜਦ ਤੋਂ ਮਨੁੱਖ ਨੂੰ ਬੈਕਟੀਰੀਆ ਬਾਰੇ ਜਾਣਕਾਰੀ ਹੁੰਦੀ ਗਈ ਉਦੋਂ ਤੋਂ ਹੀ ਉਹ ਇਨਸਾਨ ਇਹਨਾਂ ਤੋਂ ਬਚਣ ਦਾ ਉਪਾਅ ਵੀ ਸੋਚਦਾ ਰਿਹਾ ਹੈ। ਉਹ ਕਈ ਬਿਮਾਰੀਆਂ ਨੂੰ ਫੈਲਣੋਂ ਰੋਕਣ ਲਈ ਅਤੇ ਕਈ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਸਫਲ ਹੋ ਗਿਆ ਹੈ। ਉਹ ਨਾ ਕੇਵਲ ਆਪਣੀ ਫਸਲ ਨੂੰ ਹੀ ਬਿਮਾਰੀਆਂ ਤੋਂ ਬਚਾਉਣ ਵਿੱਚ ਕਾਮਯਾਬ ਹੋ ਗਿਆ ਹੈ, ਬਲਕਿ ਬੈਕਟੀਰੀਆ ਦੀ ਮਦਦ ਨਾਲ ਵਧੀਆ ਫਸਲਾਂ ਵੀ ਉਗਾਉਣ ਲੱਗ ਪਿਆ ਹੈ। ਉਹ ਬੈਕਟੀਰੀਆ ਨੂੰ ਕਾਬੂ ਕਰਕੇ ਇਸ ਨੂੰ ਉਦਯੋਗ ਦੀ ਤਰੱਕੀ ਲਈ ਵੀ ਵਰਤਣ ਲੱਗ ਪਿਆ ਹੈ। ਪਾਲਤੂ ਬੈਕਟੀਰੀਆ। ਦੁੱਧ ਕੁਝ ਚਿਰ ਪਿਆਰੇ, ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਤੋਂ ਆਪਣੇ ਆਪ ਫਿੱਟ ਜਾਂਦਾ ਹੈ। ਅੰਗੂਰ ਵੀ ਕੁਝ ਚਿਰ ਪਏ ਰਹਿਣ ਤਾਂ ਉਹਨਾਂ ਨੂੰ ਖਮੀਰ ਲੱਗ ਜਾਂਦਾ ਹੈ।
ਬੈਕਟੀਰੀਆ ਪੱਠਿਆਂ ਰਾਹੀਂ ਪਸ਼ੂ ਦੇ ਦੁੱਧ ਵਿੱਚ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਖਮੀਰ ਬਾਗ ਦੀ ਮਿੱਟੀ ਵਿੱਚ ਉੱਡ ਕੇ ਅੰਗੂਰਾਂ 'ਤੇ ਬੈਠ ਜਾਂਦਾ ਹੈ। ਇਹ ਕਿਰਿਆਵਾਂ ਮਨੁੱਖ ਦੀ ਸਹਾਇਤਾ ਤੋਂ ਬਿਨਾਂ ਹੀ ਹੁੰਦੀਆਂ ਰਹਿੰਦੀਆਂ ਹਨ, ਪਰ ਜਦ ਤੱਕ ਖਮੀਰ ਤੋਂ ਉਤਪੰਨ ਹੋਈਆਂ ਕਿਰਿਆਵਾਂ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾਂਦਾ, ਅਸੀਂ ਆਪਣੀ ਮਨਮਰਜ਼ੀ ਦੀਆਂ ਚੀਜ਼ਾਂ ਤਿਆਰ ਨਹੀਂ ਕਰ ਸਕਾਂਗੇ। ਦੂਜੇ ਪਾਸੇ ਸੁੱਕੇ ਬੀਜਾਂ ਤੋਂ ਤਿਆਰ ਕੀਤੀ ਜਾਣ ਵਾਲੀ ਸ਼ਰਾਬ ਜਿਵੇਂ ਬੀਅਰ ਅਤੇ ਵਿਸਕੀ ਆਪਣੇ ਆਪ ਤਿਆਰ ਨਹੀਂ ਹੁੰਦੀ। ਫਲਾਂ ਦੇ ਰਸਾਂ ਵਾਂਗ ਕਣਕ ਜਾਂ ਜੌਆਂ ਨੂੰ ਆਪਣੇ ਆਪ ਖਮੀਰ ਨਹੀਂ ਲੱਗ ਸਕਦਾ, ਕਿਉਂਕਿ ਇਹਨਾਂ ਦਾ ਦਾਣਾ ਖੁਸ਼ਕ ਹੁੰਦਾ ਹੈ। ਇਹਨਾਂ ਨੂੰ ਖਮੀਰ ਲਾਉਣ ਲਈ ਜ਼ਰੂਰੀ ਹੈ ਕਿ ਪਹਿਲਾਂ ਇਹਨਾਂ ਨੂੰ ਕੁਝ ਸਮਾਂ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਏ, ਤਾਂ ਜੋ ਇਹਨਾਂ ਵਿਚਲਾ ਨਿਸ਼ਾਸਤਾ ਖੰਡ ਵਿੱਚ ਬਦਲ ਜਾਏ। ਫਿਰ ਇਸ ਵਿੱਚ ਬਹੁਤ ਮਾਤਰਾ ਵਿੱਚ ਖਮੀਰ ਪਾਇਆ ਜਾਂਦਾ ਹੈ, ਤਾਂ ਜੋ ਦੂਜੇ ਕਿਸਮ ਦੇ ਬੈਕਟੀਰੀਆ ਜੋ ਸ਼ਰਾਬ ਬਣਨ ਵਿੱਚ ਰੁਕਾਵਟ ਪਾਉਂਦੇ ਹੋਣ, ਇਸ ਵਿੱਚ ਵੱਧ ਨਾ ਸਕਣ। ਇਹ ਖਮੀਰ ਪਹਿਲੀ ਵਾਰ ਡੈਨਮਾਰਕ ਦੇ ਇੱਕ ਵਿਗਿਆਨਿਕ, ਜਿਸ ਦਾ ਨਾਮ ਹੈਨਸਨ ਸੀ, ਆਪ ਤਿਆਰ ਕੀਤਾ। ਉਹਨੇ ਖਮੀਰ ਦੇ ਇੱਕ ਸੈੱਲ ਨੂੰ ਲੈ ਕੇ ਉਸ ਨੂੰ ਉਸਦੇ ਅਨੁਕੂਲ ਵਾਤਾਵਰਨ ਅਤੇ ਮਨਭਾਉਂਦੀ ਖੁਰਾਕ ਵਿੱਚ ਵਧਣ ਦਿੱਤਾ। ਇਸ ਤਰ੍ਹਾਂ ਉਹਨੇ ਆਪਣੇ ਵਰਤੋਂ ਲਈ ਸਾਰਾ ਖਮੀਰ ਤਿਆਰ ਕਰ ਲਿਆ। ਅਨਾਜ, ਸ਼ੱਕਰਕੰਦੀ, ਆਲੂ ਆਦਿ ਨੂੰ ਆਪ ਤਿਆਰ ਕੀਤਾ ਖਮੀਰ ਲਾ ਕੇ ਅਲਕੋਹਲ ਬਣਾਈ ਜਾਂਦੀ ਹੈ। ਅਨਾਜ, ਸ਼ੱਕਰਕੰਦੀ ਜਾਂ ਆਲੂ ਨਿਰਾ ਨਿਸ਼ਾਸਤੇ ਦੇ ਬਣੇ ਹੁੰਦੇ ਹਨ, ਪਰ ਨਿਸ਼ਾਸਤੇ ਨੂੰ ਖਮੀਰ ਨਹੀਂ ਲੱਗਦਾ। ਇਸ ਲਈ ਇਹਨਾਂ ਵਸਤੂਆਂ ਵਿਚਲੇ ਨਿਸ਼ਾਸਤੇ ਨੂੰ ਮਾਲਟ ਦੀ ਮਦਦ ਨਾਲ ਖੰਡ ਵਿੱਚ ਬਦਲ ਲਿਆ ਜਾਂਦਾ ਹੈ। ਜੌਆਂ ਦੇ ਬੀਜ ਨੂੰ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਜਦ ਉਹ ਫੁੱਟ ਪੈਂਦੇ ਹਨ ਤਾਂ ਉਸ ਵਿੱਚ ਮਾਲਟ ਪੈਦਾ ਹੋ ਜਾਂਦਾ ਹੈ, ਜੋ ਨਿਸ਼ਾਸਤੇ ਵਿੱਚ ਉੱਪਰ ਲਿਖਿਆ ਪਰਿਵਰਤਨ ਲੈ ਕੇ ਆਉਂਦਾ ਹੈ। ਜਦ ਨਿਸ਼ਾਸਤਾ ਮਾਲਟ ਦੀ ਮਦਦ ਨਾਲ ਸਾਰੇ ਦਾ ਸਾਰਾ ਖੰਡ ਵਿੱਚ ਬਦਲ ਜਾਂਦਾ ਹੈ ਤਾਂ ਇਸ ਵਿੱਚ ਖਮੀਰ ਮਿਲਾ ਦਿੱਤਾ ਜਾਂਦਾ ਹੈ, ਜੋ ਖੰਡ ਤੋਂ ਅਲਕੋਹਲ ਬਣਾਉਣ ਦੀ ਕਿਰਿਆ ਨੂੰ ਸ਼ੁਰੂ ਕਰ ਦਿੰਦਾ ਹੈ। ਨਿਸ਼ਾਸਤੇ ਤੋਂ ਅਲਕੋਹਲ ਬਣਨ ਦੇ ਨਾਲ ਉਸ ਵਿੱਚ ਕਾਰਬਨ ਡਾਈਆਕਸਾਈਡ ਦੇ ਬੁਲਬੁਲੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਗੈਸ ਇੱਕ ਨਾਲੀ ਦੁਆਰਾ ਬਰਤਨ ਵਿੱਚੋਂ ਬਾਹਰ ਲੈ ਜਾ ਕੇ ਛੋਟੀਆਂ-ਛੋਟੀਆਂ ਟੈਂਚੀਆਂ ਜਿਨ੍ਹਾਂ ਵਿੱਚ ਇਕੱਠੀ ਕਰ ਲਈ ਜਾਂਦੀ ਹੈ। ਬਰਤਨ ਵਿੱਚ ਜੋ ਤਰਲ ਪਦਾਰਥ ਪਿੱਛੇ ਰਹਿ ਜਾਂਦਾ ਹੈ, ਉਸ ਵਿੱਚ ਅਲਕੋਹਲ ਅਤੇ ਪਾਣੀ ਦੀ ਮਿਲਾਵਟ ਹੁੰਦੀ ਹੈ। ਅਲਕੋਹਲ ਦਾ ਉਬਾਲ ਦਰਜਾ ਪਾਣੀ ਦੇ ਉਬਾਲ ਦਰਜੇ ਤੋਂ ਥੱਲੇ ਹੁੰਦਾ ਹੈ। ਇਸ ਲਈ ਜਦ ਇਸ ਤਰਲ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਅਲਕੋਹਲ ਪਹਿਲਾਂ ਉਬਲ ਕੇ ਭਾਫ਼ ਬਣ ਜਾਂਦੀ ਹੈ। ਇਸ ਭਾਫ਼ ਰੂਪੀ ਅਲਕੋਹਲ ਨੂੰ ਠੰਡਿਆਂ ਕਰਕੇ ਦੂਜੇ ਬਰਤਨ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ। ਅਲਕੋਹਲ ਉਦਯੋਗ ਵਿੱਚ ਬਹੁਤ ਕੰਮ ਆਉਂਦੀ ਹੈ। ਵਿਸਕੀ ਕਿਸਮ ਦੀ ਸ਼ਰਾਬ ਵੀ ਅਲਕੋਹਲ ਵਾਂਗ ਹੀ ਤਿਆਰ ਕੀਤੀ ਜਾਂਦੀ ਹੈ, ਪਰ ਵਿਸਕੀ ਲਈ ਅਨਾਜ ਦਾ ਦਾਣਾ ਜਿਸ ਤੋਂ ਇਹ ਬਣਾਈ ਜਾਂਦੀ ਹੈ ਬੜੀ ਵਧੀਆ ਕਿਸਮ ਦਾ ਹੋਣਾ ਚਾਹੀਦਾ ਹੈ। ਇਸ ਦਾ ਅਰਕ ਕੱਢਣ ਪਿੱਛੋਂ ਇਹਨੂੰ ਬੰਨ ਦੀ ਲੱਕੜੀ ਨੂੰ ਝੁਲਸ ਕੇ ਇਸ ਤੋਂ ਬਣਾਏ ਹੋਏ ਵੱਡੇ ਵੱਡੇ ਡੋਲਾਂ ਵਿੱਚ ਪਾ ਕੇ ਜ਼ਮੀਨ ਵਿੱਚ ਦੱਬ ਦਿੱਤਾ ਜਾਂਦਾ ਹੈ। ਜ਼ਮੀਨ ਵਿੱਚ ਦੱਬੀ ਰਹਿਣ ਨਾਲ ਜਿੰਨੀ ਇਹ ਪੁਰਾਣੀ ਹੋ ਜਾਏ ਉਤਨੀ ਹੀ ਵਧੀਆ ਗਿਣੀ ਜਾਂਦੀ ਹੈ। ਸਕਾਟਲੈਂਡ ਵਿੱਚ ਪਿਤਾ ਵਿਸਕੀ ਤਿਆਰ ਕਰਕੇ ਜ਼ਮੀਨ ਵਿੱਚ ਦੱਬ ਜਾਂਦਾ ਹੈ ਤੇ 50-60 ਸਾਲਾਂ ਪਿੱਛੋਂ ਪੁੱਤਰ ਪੁੱਤਰੇ ਉਹਨੂੰ ਫੇਰ ਕੱਢ ਕੇ ਵਰਤਦੇ ਹਨ। ਕਈ ਬੈਕਟੀਰੀਆ ਆਪਣੀ ਸਿਹਤ ਨੂੰ ਕਾਇਮ ਰੱਖਣ ਲਈ ਆਪਣੀ ਵਿਟਾਮਿਨ ਆਪ ਤਿਆਰ ਕਰਦੇ ਹਨ। ਸਾਡੀਆਂ ਅੰਤੜੀਆਂ ਵਿੱਚ ਪਨਣ ਵਾਲੇ ਬੈਕਟੀਰੀਆ ਉੱਥੇ ਹੀ ਆਪਣੇ ਲਈ ਵਿਟਾਮਿਨ ਤਿਆਰ ਕਰਦੇ ਰਹਿੰਦੇ ਹਨ। ਇਸ ਵਿਟਾਮਿਨ ਦਾ ਕੁਝ ਹਿੱਸਾ ਸਾਡਾ ਸਰੀਰ ਆਪਣੇ ਲਈ ਵਰਤ ਲੈਂਦਾ ਹੈ ਤੇ ਕਈ ਵਿਟਾਮਿਨ ਜੋ ਬੈਕਟੀਰੀਆ ਆਪਣੇ ਆਪ ਤਿਆਰ ਨਹੀਂ ਕਰ ਸਕਦੇ, ਉਹ ਉਹਨਾਂ ਦੀ ਖੁਰਾਕ ਵਿੱਚ ਮਿਲਾ ਦੇਣੇ ਚਾਹੀਦੇ ਹਨ, ਨਹੀਂ ਤਾਂ ਉਹਨਾਂ ਦਾ ਵਧਣਾ ਬੰਦ ਹੋ ਜਾਂਦਾ ਹੈ। ਬੈਕਟੀਰੀਆ ਦੀ ਮਦਦ ਨਾਲ ਹਰ ਚੀਜ਼ ਵਿੱਚ ਵਿਟਾਮਿਨ ਦੀ ਮਾਤਰਾ ਮਿਣੀ ਜਾ ਸਕਦੀ ਹੈ। ਅਲੱਗ-ਅਲੱਗ ਵਸਤੂਆਂ ਵਿੱਚ ਵਿਟਾਮਿਨ ਦੀ ਮਾਤਰਾ ਮਿਣਨ ਲਈ ਉਹਨਾਂ ਵਸਤੂਆਂ ਨੂੰ ਬੈਕਟੀਰੀਆ ਨੂੰ ਖਾਣ ਲਈ ਦਿੱਤੀਆਂ ਜਾਂਦੀਆਂ ਹਨ। ਜਿਸ ਵਸਤੂ ਵਿੱਚ ਬੈਕਟੀਰੀਆ ਬਹੁਤੇ ਵਧਣ ਉਸ ਵਿੱਚ ਉਸ ਵਿਟਾਮਿਨ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਵਿੱਚ ਘੱਟ ਵਧਣ ਉਸ ਵਿੱਚ ਵਿਟਾਮਿਨ ਦੀ ਮਾਤਰਾ ਘੱਟ ਹੁੰਦੀ ਹੈ। ਆਪ ਤਿਆਰ ਕੀਤੇ ਖਮੀਰ ਤੋਂ ਅਸੀਂ ਵਿਟਾਮਿਨ ਵੀ ਬਣਾ ਸਕਦੇ ਹਾਂ। ਵਿਟਾਮਿਨ ਇੱਕ ਖਾਸ ਸ਼੍ਰੇਣੀ ਦੇ ਪਦਾਰਥ ਹੁੰਦੇ ਹਨ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਬੜੀ ਲੋੜ ਹੁੰਦੀ ਹੈ, ਪਰ ਉਹ ਅਸੀਂ ਆਪ ਨਹੀਂ ਬਣਾ ਸਕਦੇ। ਵਿਟਾਮਿਨ ਨਾ ਮਿਲਣ 'ਤੇ ਮਨੁੱਖ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਖਮੀਰ ਤੋਂ 1 ਦਰਜਨ ਪਰ ਵਿਟਾਮਿਨਸ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਸਾਰਿਆਂ ਨੂੰ ਮਿਲਾ ਕੇ ਬੀ ਕੰਪਲੈਕਸ ਦਾ ਨਾਂ ਦਿੱਤਾ ਗਿਆ ਹੈ। ਸੁੱਕਾ ਖਮੀਰ ਜੀਸਟ ਜਾਂ ਬੀ ਕੰਪਲੈਕਸ ਦਾ ਇੱਕ ਸਸਤਾ ਰੂਪ ਹੈ। ਉੱਪਰ ਲਿਖੀਆਂ ਗੱਲਾਂ ਤੋਂ ਸਪਸ਼ਟ ਹੈ ਕਿ ਜਿਵੇਂ-ਜਿਵੇਂ ਮਨੁੱਖ ਨੇ ਵਿਗਿਆਨ ਵਿੱਚ ਤਰੱਕੀ ਕੀਤੀ ਹੈ ਤੇ ਬੈਕਟੀਰੀਆ ਬਾਰੇ ਖੋਜ ਕੀਤੀ ਹੈ, ਉਤਨਾ ਹੀ ਉਹਨੇ ਕੁਦਰਤ ਦੀਆਂ ਬਾਕੀ ਸ਼ਕਤੀਆਂ ਵਾਂਗ ਇਸ 'ਤੇ ਵੀ ਕਾਬੂ ਪਾ ਲਿਆ ਹੈ। ਹੁਣ ਮਨੁੱਖ ਕਾਲ ਪੈਣ ਜਾਂ ਵਬਾ ਦੇ ਫੈਲਣ ਤੋਂ ਡਰ ਕੇ ਇੱਕ ਥਾਂ ਛੱਡ ਕੇ ਦੂਜੀ ਥਾਂ ਨੱਸ ਨਹੀਂ ਜਾਂਦਾ, ਬਲਕਿ ਇਹਨਾਂ ਦਾ ਟਾਕਰਾ ਕਰਕੇ ਇਹਨਾਂ ਤੋਂ ਬਚਣ ਜਾਂ ਇਹਨਾਂ ਨੂੰ ਨਸ਼ਟ ਕਰਨ ਦਾ ਉਪਾਅ ਕਰਦਾ ਹੈ। ਹੁਣ ਤਾਂ ਬੈਕਟੀਰੀਆ ਤੋਂ ਡਰਨ ਦੀ ਥਾਂ ਉਸ ਤੋਂ ਕਈ ਲਾਭਦਾਇਕ ਸੇਵਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਉਹ ਜ਼ਮਾਨਾ ਸੀ ਜਦ ਦੇਵਕਦ ਮਨੁੱਖ ਇਹਨਾਂ ਸੂਖਮ ਗਵਾਂਢੀਆਂ ਤੋਂ ਭੈਭੀਤ ਅਤੇ ਪਰੇਸ਼ਾਨ ਰਹਿੰਦਾ ਸੀ, ਪਰ ਹੁਣ ਉਹ ਸਮਾਂ ਲੰਘ ਗਿਆ ਹੈ। ਹੁਣ ਇਹ ਸੂਖਮ ਗਵਾਂਢੀ ਸਾਡੇ ਹੱਥ ਬੱਧੇ ਗੁਲਾਮ ਹਨ ਤੇ ਸਾਡੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਪੰਮਰਾ। ਅੱਜ ਤੁਸੀਂ ਮੇਰੇ ਨਾਲ ਜਨਮ ਤੇ ਅਸੀਂ ਨਾਂ ਦੇ ਵਿਸ਼ੇ ਬਾਰੇ ਵਿਸ਼ਾਲ ਤੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ ਹੈ। ਤੁਸੀਂ ਮੇਰੇ ਨਾਲ ਜਨਮਾਂ ਦੀ ਪਰਿਭਾਸ਼ਾ, ਇਹਨਾਂ ਦੀ ਪੈਦਾਇਸ਼, ਆਦਤਾਂ ਤੇ ਇਹਨਾਂ ਵਿੱਚ ਹੋਣ ਵਾਲੇ ਵਾਧੇ ਬਾਰੇ ਜਾਣਨ ਤੋਂ ਬਾਅਦ
ਇਹ ਵੀ ਜਾਣਿਆ ਹੈ ਕਿ ਜਰਮਾਂ ਨੂੰ ਪ੍ਰਯੋਗਸ਼ਾਲਾ ਵਿੱਚ ਕਿਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ। ਸਾਡਾ ਸਰੀਰ ਇਹਨਾਂ ਵਿਰੁੱਧ ਟਾਕਰਾ ਕਿਵੇਂ ਕਰਦਾ ਹੈ ਅਤੇ ਜਰਮ ਸਾਡੇ ਸਰੀਰ ਵਿੱਚ ਕਿਸ ਤਰ੍ਹਾਂ ਦਾਖਲ ਹੁੰਦੇ ਹਨ। ਇਸ ਲਾਹੇਵੰਦ ਜਾਣਕਾਰੀ ਨੂੰ ਪਹਿਲਾਂ ਆਪ ਹਾਸਲ ਕਰੋ ਅਤੇ ਫਿਰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ। ਸ਼ੁਭ ਇਛਾਵਾਂ ਸਹਿਤ। ਧੰਨਵਾਦ। ਹਰਜੀਤ ਮਮਰਾ।